ਕੀ ਭਾਰਤ ਦੇ ਕਿਸੇ ਸੂਬੇ 'ਚ ਉਸ ਸੂਬੇ ਦੇ ਲੋਕਾਂ ਦੇ ਲਈ ਨੌਕਰੀਆਂ ਰਾਖਵੀਆਂ ਨੇ? ਕੀ ਪੰਜਾਬੀ ਹੋਰ ਕਿਸੇ ਸੂਬੇ ਦੇ ਵਿੱਚ ਜਾ ਕੇ ਅਪਲਾਈ ਨਹੀਂ ਕਰ ਸਕਦਾ? ਅਸੀਂ ਹਿੰਦੀ ਪੜ੍ਹਦੇ ਹਾਂ, ਅਸੀਂ ਹਰੇਕ ਜਗ੍ਹਾ ਹਰੇਕ ਸਟੇਟ 'ਚ ਐਲੀਜੀਬਲ ਹੈ, ਸਾਨੂੰ ਕੋਈ ਰੋਕ ਟੋਕ ਨਹੀਂ ਹੈ। ਸਾਨੂੰ ਕੋਈ ਇਹ ਨਹੀਂ ਕਹਿੰਦਾ ਵੀ ਤੁਸੀਂ ਪੰਜਾਬ ਤੋਂ ਆਏ ਹੋਏ ਹੋ ਜਾਂ ਕਿਤੋਂ ਹੋਰ ਆਏ ਹੋ, ਬਟ ਸਾਡੇ ਕੰਡੀਸ਼ਨ ਇਹ ਹੈ ਵੀ ਸਾਨੂੰ ਪਹਿਲਾਂ ਗੁਰਮੁਖੀ ਕਲੀਅਰ ਕਰਨੀ ਪਊਗੀ। ਕੀ ਜੇ ਕੋਈ ਬੰਦਾ ਕਹੇ ਜੀ ਸੂਬਾ ਸਰਕਾਰ ਕਾਨੂੰਨ ਬਣਾ ਦੇਵੇ, ਉਹ ਸੰਵਿਧਾਨ ਦੇ ਉਲਟ ਹੋਊਗਾ? ਕੇਂਦਰੀ ਸਰਕਾਰ, ਸਾਡੀ ਸੈਂਟਰਲ ਗਵਰਨਮੈਂਟ ਆਫ ਇੰਡੀਆ, ਉਹ ਕਾਨੂੰਨ ਬਣਾ ਸਕਦੀ ਹੈ ਜੀ। ਸਟੇਟਾਂ ਕੋਲੇ ਇਹੋ ਜਿਹਾ ਕੋਈ ਅਧਿਕਾਰ ਨਹੀਂ ਹੈਗਾ। ਕੋਈ ਅਧਿਕਾਰ ਨਹੀਂ ਹੈਗਾ। ਸਾਡੇ ਹਾਲਾਤ ਇਦਾਂ ਦੇ ਹੋ ਗਏ ਵੀ ਅਸੀਂ ਪੰਜਾਬ ਛੱਡ ਕੇ ਬਾਹਰ ਚਲੇ ਜਾਣਾ ਜੀ। ਸਾਡਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਬੱਚੇ ਦਾ ਕੋਈ ਮੋਟਿਵ ਹੋਵੇ ਮੈਂ IAS ਆਫੀਸਰ ਬਣਨਾ ਹੈ, UPSC ਕੁਆਲੀਫਾਈਡ ਕਰਨਾ ਜਾਂ ਜੁਡੀਸ਼ੀਅਲ ਆਫੀਸਰ ਬਣਨਾ। ਮੈਂ ਪੰਜਾਬ 'ਚ ਯਾਰ ਸਟੇਟ ਵਾਸਤੇ, ਕਿਉਂਕਿ ਸਟੇਟ ਕਿੱਥੋਂ ਸ਼ੁਰੂ ਹੁੰਦੀ ਹੈ? ਵੈਲਫੇਅਰ ਆਫ ਦੀ ਪੀਪਲ। ਪੰਜਾਬ ਦੇ ਵਿੱਚ ਜਿਹੜੀ ਵੀ ਕੋਈ ਸਰਕਾਰੀ ਨੌਕਰੀ, ਚਾਹੇ ਉਹ ਪੁਲਿਸ ਦੀ ਹੈ, ਸਿੱਖਿਆ ਡਿਪਾਰਟਮੈਂਟ ਦੇ ਵਿੱਚ ਹੈ, ਨਹਿਰੀ ਵਿਭਾਗ ਦੇ ਵਿੱਚ, ਕਿਸੇ ਵਿਭਾਗ 'ਚ ਵੀ ਹੈ, ਉਹ ਅਸੀਂ ਜਦੋਂ ਪੰਜਾਬ ਸਰਕਾਰ, ਚਾਹੇ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹ ਐਡਵਰਟਾਈਜ਼ ਕਰਦੀ ਹੈ ਜੀ ਅਸੀਂ ਆਹ ਬੰਦੇ ਰੱਖਣੇ ਆ। ਕੀ ਉਹ ਰੋਕ ਸਕਦੇ ਆ ਕਿ ਬਾਹਰਲੇ ਸੂਬੇ ਦਾ ਬੰਦਾ ਨਹੀਂ ਅਸੀਂ ਅਪਲਾਈ ਕਰ ਦੇਣਾ? ਕੀ ਪੰਜਾਬ ਸਰਕਾਰ ਦੇ, ਸੂਬਾ ਸਰਕਾਰ ਦੇ ਅਧਿਕਾਰ ਖੇਤਰ 'ਚ ਹੈ? ਅਸੀਂ ਰੋਕ ਲਾਈ ਹੋਈ ਹੈ ਵੀ ਸਾਡੇ ਜੇ ਬੰਦਾ ਉਹੀ ਐਲੀਜੀਬਲ ਹੋਊਗਾ, ਪਹਿਲਾਂ ਪੰਜਾਬੀ ਉਹਦੇ ਕੋਲ ਹੋਣੀ ਜ਼ਰੂਰੀ ਹੈ। ਹਾਂ, ਜੇ ਪੰਜਾਬੀ ਹੈ ਫਿਰ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਪੋਸਟ ਲਈ ਉਹੀ ਬੰਦਾ ਕੁਆਲੀਫਾਈਡ ਹੈ, ਉਹੀ ਬੰਦਾ ਪੇਪਰ 'ਚ ਬੈਠ ਸਕਦਾ ਜਿਸ ਕੋਲੇ 10ਵੀਂ 'ਚ ਪੰਜਾਬੀ ਕਲੀਅਰ ਹੈ। ਹਾਂ, ਜਿੱਦਾਂ ਅਸੀਂ 10ਵੀਂ 'ਚ ਹਿੰਦੀ ਵੀ ਪੜ੍ਹੀ ਹੋਈ ਹੈ, ਅਸੀਂ ਰਾਜਸਥਾਨ 'ਚ ਵੀ ਬੈਠ ਸਕਦੇ ਹਾਂ, ਹਿਮਾਚਲ 'ਚ ਵੀ ਬੈਠ ਸਕਦੇ ਹਾਂ, ਦਿੱਲੀ 'ਚ ਵੀ ਬੈਠ ਸਕਦੇ ਹਾਂ, ਹਰਿਆਣਾ 'ਚ ਵੀ ਬੈਠ ਸਕਦੇ ਹਾਂ। ਕੋਈ ਰੋਕ ਨਹੀਂ, ਸਾਨੂੰ ਕੋਈ ਰੋਕ ਨਹੀਂ। ਪ੍ਰਾਈਵੇਟ ਨੌਕਰੀਆਂ ਦੇ ਵਿੱਚ ਸੂਬੇ ਦੇ ਲਈ ਰਿਜ਼ਰਵੇਸ਼ਨ ਲਈ ਕਾਨੂੰਨ ਬਣਾ ਸਕਦੀ ਹੈ। ਹਾਂਜੀ। ਇਹ ਸੰਵਿਧਾਨ ਦੇ ਉਲਟ ਤਾਂ ਨਹੀਂ? ਹਾਂ, ਸਰਕਾਰ ਕਰ ਸਕਦੀ। ਅੱਛਾ, ਨਿੱਜੀ ਖੇਤਰ 'ਚ ਸਰਕਾਰ ਕਰ ਸਕਦੀ ਹੈ, ਬਟ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਬਹੁਤ ਵੱਡਾ ਰੌਲਾ ਰਹਿੰਦਾ, ਇੱਕ ਕੋਈ ਮੁੱਦਾ ਆ ਜਾਵੇ, ਇੱਕ ਕੋਈ ਨਾਅਰਾ ਆ ਜਾਵੇ ਤੇ ਅਸੀਂ ਮਗਰ ਤੁਰ ਪੈਂਦੇ ਹਾਂ। ਸਾਡੀ ਆਪਣੀ ਸਟੱਡੀ ਕਰਨ ਦੀ ਸਮਰੱਥਾ ਕਦੇ ਸਾਨੂੰ ਲੱਗਦਾ ਹੁੰਦਾ ਕਿ ਸੀਮਤ ਹੈ ਨਹੀਂ ਸੀਮਤ, ਅਸੀਂ ਸੀਮਤ ਕਰ ਲਈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਚਰਚਾ ਚੱਲਦੀ ਹੈ ਕਿ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਲੋਕਾਂ ਦੇ ਲਈ ਰਾਖਵੀਆਂ ਕੀਤੀਆਂ ਜਾਣ। ਉਹ ਲੋਕ ਜਿਹੜੇ ਪੰਜਾਬੀ ਨੇ, ਪੰਜਾਬ ਦੇ ਵਿੱਚ ਰਹਿੰਦੇ ਨੇ, ਸਰਕਾਰੀ ਨੌਕਰੀਆਂ ਦਾ ਮੈਂ ਖਾਸ ਤੌਰ 'ਤੇ ਜ਼ਿਕਰ ਕਰ ਰਿਹਾ। ਬਹੁਤ ਵਾਰੀ ਸਿਆਸੀ ਲੀਡਰ ਇਹ ਬਿਆਨ ਦਿੰਦੇ ਆ, ਕਈ ਵਾਰੀ ਗੈਰ ਸਿਆਸੀ ਲੋਕ ਵੀ ਇਹ ਬਿਆਨ ਦਿੰਦੇ ਆ, ਅਤੇ ਪੰਜਾਬ ਦੇ ਲੋਕਾਂ ਦੇ ਵਿੱਚੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਗੱਲ ਚੱਲ ਪੈਂਦੀ ਆ ਕਿ ਭਾਈ ਸਾਡੇ ਸੂਬੇ ਦੇ ਵਿੱਚ ਸਾਡੀਆਂ ਸਰਕਾਰੀ ਨੌਕਰੀਆਂ ਸਾਡੇ ਲਈ ਰਾਖਵੀਆਂ ਕਰੋ। ਅਤੇ ਫਿਰ ਉੱਥੇ ਉਦਾਹਰਨਾਂ ਬਹੁਤ ਹੁੰਦੀਆਂ। ਦੇਖੋ ਜੀ, ਅਸੀਂ ਆਲੇ ਦੁਆਲੇ ਦੇਖਿਆ ਸਰਕਾਰੀ ਨੌਕਰੀਆਂ ਪੰਜਾਬ ਦੇ ਵਿੱਚ ਨੇ, ਉੱਥੇ ਬਾਹਰਲੇ ਸੂਬਿਆਂ ਦੇ ਵਿੱਚੋਂ ਲੋਕ ਆ ਕੇ ਲੱਗੇ ਹੋਏ ਨੇ। ਕਦੇ ਸਰਕਾਰ ਦੇ ਉੱਤੇ ਨਜ਼ਲਾ ਝੜਦਾ ਹੈ, ਕਦੇ ਪੋਲੀਟੀਕਲ ਪਾਰਟੀਆਂ ਦੇ ਉੱਤੇ। ਜਾਣੀ ਕਹਿਣ ਦਾ ਭਾਵ ਹੈ ਕਿ ਉੱਥੇ ਖਾਮ-ਖਾਈ ਬਖੇੜੇ ਖੜੇ ਹੋ ਜਾਂਦੇ ਆ। ਪਰ ਸਾਡੇ ਕੋਲ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ, ਗਿਆਨ ਨਹੀਂ ਕਿ ਕਾਨੂੰਨ ਕੀ ਕਹਿੰਦਾ ਹੈ। 2-3 ਮੋਟੇ ਸਵਾਲ ਨੇ ਕਿ ਕੀ ਪੰਜਾਬ ਸੂਬੇ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਸਰਕਾਰੀ ਨੌਕਰੀਆਂ ਰਾਖਵੀਆਂ ਕੀਤੀਆਂ ਜਾ ਸਕਦੀਆਂ, ਜਾਂ ਜਿਹੜੀਆਂ ਪ੍ਰਾਈਵੇਟ ਨੌਕਰੀਆਂ ਨੇ ਕੀ ਉਹ ਰਾਖਵੀਆਂ ਕੀਤੀਆਂ ਜਾ ਸਕਦੀਆਂ, ਜਾਂ ਕਾਨੂੰਨ ਕੀ ਕਹਿੰਦਾ, ਸਾਡਾ ਸੰਵਿਧਾਨ ਕੀ ਕਹਿੰਦਾ। ਇਹ ਸੱਚ ਨੇ ਇਹ ਜਿਹੜੀਆਂ ਮੰਗਾਂ, ਜਾ ਕੇ ਰੌਲਾ ਗੌਲਾ ਹੀ ਹੈ, ਅਤੇ ਉਹਦਾ ਆਮ ਲੋਕਾਂ ਨੂੰ ਲਾਹਾ ਕਿੰਨਾ ਕੁ ਹੋ ਸਕਦਾ। ਪ੍ਰਾਈਮ ਏਸ਼ੀਆ TV ਤੁਸੀਂ ਦੇਖ ਰਹੇ ਹੋ, ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅਤੇ ਅੱਜ ਡਾਕਟਰ ਬਸੰਤ ਸਿੰਘ ਸੰਧਵਾਂ ਸਾਹਿਬ ਨੂੰ ਅਸੀਂ ਖਾਸ ਤੌਰ ਦੇ ਉੱਤੇ ਚੇਚਾ ਸੱਦਾ ਦਿੱਤਾ, ਅਤੇ ਉਹਨਾਂ ਨੇ ਬੜੀ ਡੂੰਘਾਈ ਦੇ ਨਾਲ ਜਿਹੜੀ ਇਹ ਚਰਚਾ ਕੀਤੀ ਹੈ ਕਿ ਆਪਣੀ ਸਟੱਡੀ ਕੀਤੀ ਇਸ ਮੁੱਦੇ ਦੇ ਉੱਤੇ। ਅਤੇ ਅੱਜ ਅਸੀਂ ਉਹਨਾਂ ਤੋਂ ਇੱਕ ਵਰਕ ਆ ਜਿਹੜਾ ਇਸ ਕਿਤਾਬ ਦਾ ਫੋਲਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰਾਈਮ ਏਸ਼ੀਆ TV। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਠ ਸਾਹਿਬ, ਸਾਰਿਆਂ ਨੂੰ, ਬਾਹਰ ਬੈਠੇ ਹੋਏ ਪਤਵੰਤੇ ਸੱਜਣਾਂ ਨੂੰ, ਜੋ ਪ੍ਰਾਈਮ ਏਸ਼ੀਆ TV ਦੇ ਦਰਸ਼ਕ ਨੇ, ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹੋਰ ਚੜ੍ਹਦੀ ਕਲਾ, ਸਭ ਠੀਕ ਠਾਕ ਜੀ? ਸਭ ਵਧੀਆ ਬਾਠ ਸਾਹਿਬ, ਸਭ ਵਧੀਆ। ਹਰ 7ਵੇਂ-8ਵੇਂ ਦਿਨ ਸਾਨੂੰ ਪੱਤਰਕਾਰਾਂ ਨੂੰ, TV ਰੇਡੀਓ ਦੇ ਉੱਤੇ ਕੰਮ ਕਰਨ ਵਾਲਿਆਂ ਨੂੰ ਨਾ ਇਸ ਸਵਾਲ ਦੇ ਨਾਲ ਮੱਥਾ ਲਾਉਣਾ ਪੈਂਦਾ। ਇੱਕ ਲੀਡਰ ਨੇ ਬਿਆਨ ਦੇ ਦਿੱਤਾ, ਮੂਹਰਿਓਂ ਦੂਸਰੇ ਲੀਡਰ ਨੇ ਬਿਆਨ ਦੇ ਦਿੱਤਾ, ਅਤੇ ਕਦੇ ਸੋਸ਼ਲ ਮੀਡੀਆ ਦੇ ਉੱਤੇ ਐਸੀਆਂ ਚੀਜ਼ਾਂ ਆ ਜਾਂਦੀਆਂ, ਦੇਖੋ ਜੀ ਇੰਨੀਆਂ ਨੌਕਰੀਆਂ ਨਿਕਲੀਆਂ ਸੀ, ਬਾਹਰਲੇ ਬੰਦੇ ਰਹਿ ਗਏ। ਅਤੇ ਉਹਦੇ ਵਿੱਚ ਦੋਸ਼ ਇਹ ਲੱਗਦਾ ਹੁੰਦਾ ਕਿ ਸਰਕਾਰਾਂ ਗਲਤ ਕਰ ਰਹੀਆਂ, ਕਿਉਂਕਿ ਸਾਨੂੰ ਤਾਂ ਹਿਸਾਬ ਦਾ ਹੀ ਕਾਨੂੰਨ ਆਉਂਦਾ ਹੈ ਨਾ, ਜਿੰਨਾ ਕਿਤੇ ਮੋਟਾ ਪਤਾ ਲੱਗਦਾ। ਅਤੇ ਅੱਜ ਕਿਉਂਕਿ ਤੁਹਾਡੀ ਸਟੱਡੀ ਜਿਹੜੀ ਹੈ ਉਹ ਕਾਨੂੰਨ ਦੀ ਹੈ, ਲਾਅ ਦੀ ਹੈ, ਤੁਸੀਂ ਬਹੁਤ ਉੱਪਰ ਤੱਕ ਉਸ ਪੜ੍ਹਾਈ ਨੂੰ ਕੀਤਾ। ਅਤੇ ਅੱਜ ਮੈਂ ਜ਼ਰੂਰ ਇਹ ਗੱਲ ਪੁੱਛਣੀ ਚਾਹੁੰਦਾ ਇੱਕ ਕਰਕੇ ਕਿ ਕੀ ਸੱਚੀ ਮੁੱਚੀ ਪੰਜਾਬ ਸੂਬੇ ਦੇ ਵਿੱਚ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਲੋਕਾਂ ਦੇ ਲਈ ਰਾਖਵੀਆਂ ਕੀਤੀਆਂ ਜਾ ਸਕਦੀਆਂ? ਅਤੇ ਪੰਜਾਬ ਦੇ ਲੋਕ ਕੌਣ? ਕੀ ਇੱਥੇ ਜੰਮੇ ਹੋਏ ਲੋਕ,
ਜਾਂ ਇੱਥੇ ਬਾਹਰੋਂ ਆ ਕੇ ਰਹਿਣ ਲੱਗੇ ਲੋਕ, ਜਾਂ ਕਿਹੜੇ ਲੋਕ, ਜਾਣੀ ਉਹ ਸਾਰੀਆਂ ਚੀਜ਼ਾਂ ਸਾਨੂੰ ਹੌਲੀ ਹੌਲੀ ਸਮਝਾਉਣੀਆਂ ਸ਼ੁਰੂ ਕਰਿਓ। ਦੇਖੋ ਜੀ ਬਾਠ ਸਾਹਿਬ, ਜੇ ਅਸੀਂ ਗੱਲ ਕਰੀਏ ਨੌਕਰੀਆਂ ਦੀ, ਨੌਕਰੀਆਂ ਲੈਣ ਵਾਸਤੇ ਉਹਦੇ ਲਈ ਪਹਿਲਾਂ ਐਲੀਜੀਬਿਲਿਟੀ ਜ਼ਰੂਰੀ ਹੈ, ਯੋਗਤਾ ਹੋਣੀ ਸਾਡੀ ਜ਼ਰੂਰੀ ਹੈ, ਠੀਕ ਹੈ। ਜਦੋਂ ਅਸੀਂ ਉਸ ਲਈ ਕੁਆਲੀਫਾਈਡ ਨਹੀਂ ਹੈ, ਫਿਰ ਅਸੀਂ ਉਸ ਕਿਸੇ ਵੀ ਪੋਸਟ ਲਈ, ਉਸ ਲਈ ਨੇ ਜਾਂ ਕਿਸੇ ਵੀ ਪੋਸਟ ਲਈ ਅਸੀਂ ਅਪਲਾਈ ਨਹੀਂ ਕਰ ਸਕਦੇ ਅਨਲੈਸ ਐਂਡ ਅੰਟਿਲ ਸਾਡੇ ਕੋਲੇ ਉਸ ਦੀ ਯੋਗਤਾ ਨਹੀਂ ਹੈ, ਠੀਕ ਹੈ। ਚਾਹੇ ਅਸੀਂ ਪੰਜਾਬ ਵਾਸੀ ਹਾਂ, ਚਾਹੇ ਅਸੀਂ ਹਰਿਆਣਾ ਵਾਸੀ ਹਾਂ, ਚਾਹੇ ਅਸੀਂ ਦਿੱਲੀ ਵਾਸੀ ਹਾਂ, ਕਿਤੇ ਵੀ ਹੈ। ਜੋ ਸਾਡਾ ਕਾਨੂੰਨ ਕਹਿੰਦਾ ਹੈ ਕਿ ਪਹਿਲੀ ਗੱਲ ਤਾਂ ਚਲੋ ਅਸੀਂ ਪਹਿਲਾਂ ਵਾਸੀ 'ਤੇ ਗੱਲ ਕਰਦੇ ਹਾਂ ਵੀ ਵਸਨੀਕ ਹੋਣਾ ਕਿੱਥੋਂ ਦਾ ਚਾਹੀਦਾ ਜੀ, ਵੀ ਜਿਸ ਤਰ੍ਹਾਂ ਕਹਿੰਦੇ ਵੀ ਜਿਸ ਤਰ੍ਹਾਂ ਉਹ ਵੀ ਚਰਚਾ 'ਚ ਆ ਰਿਹਾ ਵੀ ਡੋਮੀਸਾਈਲ ਰਿਜ਼ਰਵੇਸ਼ਨ ਦਾ, ਵੀ ਪੰਜਾਬ ਦਾ ਬੰਦਾ ਡੋਮੀਸਾਈਲ ਹੋਵੇ, ਇੱਥੋਂ ਦਾ ਰੈਜ਼ੀਡੈਂਸ ਹੋਵੇ, ਫਿਰ ਉਹਨੂੰ ਨੌਕਰੀਆਂ ਪਹਿਲ ਦੇ ਆਧਾਰ 'ਤੇ ਦਿੱਤੀਆਂ ਜਾਣ, ਕਿਉਂਕਿ ਉਹ ਲੋਕਾਂ ਲਈ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਿਹੜੀ, ਉਹ ਲੋਕਾਂ ਦੇ ਵਾਸਤੇ ਹੀ ਕੰਮ ਕਰੇ ਜੋ ਇਸ ਸਟੇਟ ਦੇ ਵਿੱਚ ਲੋਕ ਰਹਿ ਰਹੇ ਨੇ। ਉਹਦੇ ਵਿੱਚ ਆ ਰਹਿੰਦਾ ਵੀ ਡੋਮੀਸਾਈਲ ਰਿਜ਼ਰਵੇਸ਼ਨ, ਵੀ ਜਿਹੜਾ ਰੈਜ਼ੀਡੈਂਸ ਹੈ, ਪੰਜਾਬ ਦਾ ਰੈਜ਼ੀਡੈਂਸ ਹੈ, ਕਿ ਉਹ ਉਹਨਾਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦਾ ਜਿਹਦੇ ਲਈ ਉਹ ਨੌਕਰੀ ਲਈ ਅਪਲਾਈ ਕਰਨਾ ਚਾਹੀਦਾ। ਸਪੋਜ਼ਿੰਗਲੀ ਸਰਕਾਰੀ ਪੋਸਟਾਂ ਕਿਸੇ ਮਾਸਟਰ ਕੇਡਰ ਲਈ ਆਈਆਂ, ਕਿ ਉਹਦੀ ਯੋਗਤਾ ਪੰਜਾਬ ਦੇ ਵਸਨੀਕ ਹੀ ਫੁੱਲਫਿਲ ਕਰਨਗੇ ਅਤੇ ਉਸ ਤੋਂ ਬਾਅਦ ਉਹਨਾਂ ਦੀ ਸਿਲੈਕਸ਼ਨ ਹੋਊਗੀ, ਜਾਂ ਫਿਰ ਪਿਛਲੇ ਟਾਈਮ 'ਚ ਅਸੀਂ ਦੇਖਿਆ ਵੀ ਹਰਿਆਣੇ ਦੇ ਲੋਕ ਵੀ ਆ ਕੇ ਜਿਹੜੀਆਂ ਹੈਗੀਆਂ ਸਰਕਾਰੀ ਨੌਕਰੀਆਂ 'ਤੇ ਆ ਕੇ ਉਹਨਾਂ ਨੇ ਜੁਆਇਨ ਕੀਤਾ। ਦੇਖੋ ਪਹਿਲਾਂ ਸਰਕਾਰ ਦੇ ਵਸਨੀਕ ਬਾਅਦ 'ਚ ਆਉਂਦੇ ਆ, ਪਹਿਲਾਂ ਹੁੰਦੀ ਹੈ ਵੀ ਯੋਗਤਾ ਕੀ ਹੈ, ਠੀਕ ਹੈ ਜੀ। ਯੋਗਤਾ ਡਿਪਾਰਟਮੈਂਟ ਰਿਲੀਜ਼ ਕਰਦਾ ਹੈ, ਉਹਨੂੰ ਐਡਵਰਟਾਈਜ਼ਮੈਂਟ ਜਦੋਂ ਪੋਸਟ ਹੁੰਦੀ ਹੈ। ਜਿਸ ਤਰ੍ਹਾਂ ਸਾਡੀ ਪੰਜਾਬੀ ਹੈ, ਪੰਜਾਬੀ ਹੁਣ ਕੋਈ ਵੀ ਪੋਸਟ ਹੈ ਸਾਡੇ, ਕੋਈ ਵੀ PN ਤੋਂ ਲੈ ਕੇ IAS ਲੈਵਲ ਤੱਕ ਦੀ ਪੋਸਟ ਜੋ ਵੀ ਹੈ, ਸਾਡੇ ਸਰਕਾਰ ਦੇ ਨੁਮਾਇੰਦੇ ਜਿਹੜੇ ਹੈਗੇ ਆ ਪੰਜਾਬ ਸਰਕਾਰ ਦੇ ਅਪਾਇੰਟ ਕੀਤੇ ਜਾਂਦੇ, ਉੱਥੇ ਜਿਹੜੀ ਵੀ ਕੰਪੀਟੀਸ਼ਨ ਹੁੰਦਾ ਹੈ, ਜਿੱਥੇ ਸਿਲੈਕਸ਼ਨ ਥਰੂ ਕ੍ਰਾਈਟੇਰੀਆ ਜਿਹੜਾ ਕੰਪੀਟੀਸ਼ਨ ਸਿਲੈਕਟ ਕੀਤੇ ਜਾਂਦੇ ਬੰਦੇ, ਜਾਂ PPSC ਦੇ ਥਰੂ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਸਿਲੈਕਟ ਕੀਤੇ ਜਾਂਦੇ ਬੰਦੇ, ਉੱਥੇ ਜਦੋਂ ਐਡਵਰਟਾਈਜ਼ਮੈਂਟ ਆਉਂਦੀ ਹੈ ਉੱਥੇ ਮੈਂਸ਼ਨ ਕੀਤਾ ਜਾਂਦਾ ਕਿ ਕੋਈ ਵੀ ਬੱਚਾ ਜੋ ਇਸ ਪੋਸਟ ਲਈ ਅਪਲਾਈ ਕਰ ਰਿਹਾ ਉਸ ਕੋਲੇ 10ਵੀਂ ਕਲਾਸ ਵਿੱਚ ਪੰਜਾਬੀ ਪਾਸ ਹੋਣੀ ਜ਼ਰੂਰੀ ਹੈ, ਠੀਕ ਹੈ। ਪਹਿਲੀ ਕੰਡੀਸ਼ਨ ਤਾਂ ਸਾਡੀ ਇਹ ਹੋ ਗਈ, ਠੀਕ ਹੈ ਜੀ। ਇਹ ਐਲੀਜੀਬਿਲਿਟੀ ਹੋ ਗਈ, ਇੱਥੇ ਵਸਨੀਕ ਨਹੀਂ ਆ ਰਿਹਾ ਹਜੇ, ਪਹਿਲੀ ਐਲੀਜੀਬਿਲਿਟੀ ਹੋ ਗਈ 10ਵੀਂ ਪਾਸ ਹੋਣੀ ਚਾਹੀਦੀ, ਪੰਜਾਬੀ ਪਾਸ ਹੈ। ਹੁਣ ਅਗੇ ਜੇ ਅਸੀਂ ਦੂਸਰੀ ਗੱਲ ਕਰੀਏ ਵੀ ਜੇ ਬੱਚਾ ਕੋਈ ਵੀ ਪੰਜਾਬੀ ਪਾਸ ਹੈ, ਉਹ ਪੰਜਾਬ ਦਾ ਵਸਨੀਕ ਹੈ, ਕੀ ਉਹਨੂੰ ਸਰਕਾਰੀ ਨੌਕਰੀ ਪੰਜਾਬ ਪਹਿਲ ਦੇ ਆਧਾਰ 'ਤੇ ਦੇਵੇਗੀ ਕਿ ਨਹੀਂ ਦੇਵੇਗੀ। ਪਹਿਲਾਂ ਅਸੀਂ ਜੇ ਗੱਲ ਕਰੀਏ ਪਬਲਿਕ ਸੈਕਟਰ ਦੀ, ਸਰਕਾਰੀ ਨੌਕਰੀਆਂ ਦੀ ਜੀ, ਤਾਂ ਸਰਕਾਰੀ ਨੌਕਰੀਆਂ ਦੇਣ ਲਈ ਕਈ ਪ੍ਰਕਾਰ ਦੇ ਕਾਇਦੇ ਕਾਨੂੰਨ ਬਣਾਏ ਗਏ ਸਰਕਾਰ ਦੁਆਰਾ, ਸਟੇਟ ਸਰਕਾਰ ਦੁਆਰਾ, ਸੈਂਟਰ ਗੌਰਮੈਂਟ ਦੁਆਰਾ, ਜਿਨ੍ਹਾਂ ਵਿੱਚੋਂ ਅਸੀਂ ਕਹਿੰਦੇ ਵੀ ਸਭ ਤੋਂ ਜ਼ਿਆਦਾ ਮਹੱਤਤਾ ਅਸੀਂ ਦੀ ਕੌਂਸਟੀਟਿਊਸ਼ਨ ਆਫ ਇੰਡੀਆ ਨੂੰ ਦਿੰਦੇ ਹਾਂ। ਭਾਰਤੀ ਸੰਵਿਧਾਨ ਸਭ ਤੋਂ ਉੱਪਰ ਹੈ, ਬਾਕੀ ਸਾਰੇ ਲੋਐਸਟ ਕਾਨੂੰਨ ਉਹਦੇ ਅਧੀਨ ਹੋ ਗਏ, ਉਹਦੇ ਪੈਰਲਲ ਬਣਨਗੇ। ਜੇ ਕੋਈ ਕਾਨੂੰਨ ਅਜਿਹਾ ਕਾਨੂੰਨ ਜਿਹੜਾ ਉਹਦੇ ਖਿਲਾਫ ਬਣ ਗਿਆ ਜਾਂ ਉਹਦੀਆਂ ਪ੍ਰੋਵੀਜ਼ਨਾਂ ਨੂੰ ਕਿਤੇ ਨਾ ਕਿਤੇ ਕੰਟਰਾਡਿਕਟ ਕਰਦਾ ਹੈ, ਤਾਂ ਕੌਂਸਟੀਟਿਊਸ਼ਨ ਹਮੇਸ਼ਾ ਉੱਪਰ ਰਹੇਗਾ, ਉਹ ਕਾਨੂੰਨ ਖਤਮ ਕਰ ਦਿੱਤਾ ਜਾਏਗਾ। ਇਸ ਤਰ੍ਹਾਂ ਕੌਂਸਟੀਟਿਊਸ਼ਨ ਦੇ ਵਿੱਚ ਆਰਟੀਕਲ 15, ਆਰਟੀਕਲ 16 ਔਰ ਆਰਟੀਕਲ 14, ਇਹ 14 ਆਰਟੀਕਲ ਡੀਲ ਕਰਦਾ ਇਕੁਐਲਿਟੀ, ਕਿ ਸਾਰਿਆਂ ਨੂੰ ਇਕੁਅਲ ਅਪਰਚੁਨਿਟੀ ਦਿੱਤੀ ਜਾਵੇ। ਹੁਣ ਇਕੁਅਲ ਅਪਰਚੁਨਿਟੀ ਦਾ ਮਤਲਬ ਕੀ ਹੈ? ਸਾਰਿਆਂ ਨੂੰ, ਕਿਉਂਕਿ ਇੰਡੀਆ ਕੱਲਾ ਪੰਜਾਬ ਨਾਲ ਨਹੀਂ ਬਣਿਆ, ਕੱਲਾ ਹਰਿਆਣੇ ਨਾਲ ਨਹੀਂ ਬਣਿਆ, ਯੂਨੀਅਨ ਆਫ ਸਟੇਟਸ ਹੈ, ਠੀਕ ਹੈ ਜੀ, ਠੀਕ ਹੈ। ਇਸ ਕਰਕੇ ਸਾਡੇ ਇੱਕ ਸਿੰਗਲ ਸਿਟੀਜ਼ਨਸ਼ਿਪ ਹੈ, ਸਾਰੇ ਭਾਰਤ ਦੀ ਸਿੰਗਲ ਸਿਟੀਜ਼ਨ ਜੀ। ਸੋ ਇਕੁਐਲਿਟੀ ਬਿਫੋਰ ਲਾਅ, ਆਲ ਪਰਸਨ ਸ਼ੈਲ ਬੀ ਟ੍ਰੀਟਡ ਇਕੁਅਲ ਬਿਫੋਰ ਲਾਅ, ਠੀਕ ਹੈ, ਤੇ ਸਾਰਿਆਂ ਨੂੰ ਇੱਕੋ ਜਿਹੀ ਅਪਰਚੁਨਿਟੀ ਦਿੱਤੀ ਜਾਵੇ, ਇਹ ਸਾਡਾ ਭਾਰਤੀ ਕਾਨੂੰਨ ਕਹਿੰਦਾ ਹੈ। ਬਟ ਆਰਟੀਕਲ 15, ਆਰਟੀਕਲ 16 ਕਹਿੰਦਾ ਵੀ ਕੁਛ ਇਹੋ ਜਿਹੀਆਂ ਬੈਕਵਰਡ ਕਲਾਸਿਸ, ਚਿਲਡਰਨ, ਵੀਮੈਨ, ਉਹਨਾਂ ਦੀ ਅਪਲਿਫਟਮੈਂਟ ਵਾਸਤੇ, ਉਹਨਾਂ ਨੂੰ ਉੱਚਾ ਚੱਕਣ ਵਾਸਤੇ ਸਰਕਾਰ ਕਈ ਪ੍ਰਕਾਰ ਦੇ ਨਿਆਂਦੇਸ਼ ਜਾਂ ਕਾਨੂੰਨ ਬਣਾ ਸਕਦੀ ਹੈ ਜੀ, ਜੋ ਕੌਂਸਟੀਟਿਊਸ਼ਨ 'ਚ ਕਿਹਾ ਹੈ। ਬਟ ਕੌਂਸਟੀਟਿਊਸ਼ਨ 'ਚ ਇਹ ਵੀ ਕਿਹਾ ਕਿ ਪਬਲਿਕ ਅਪਾਇੰਟਮੈਂਟ ਹੈ ਜਿਹੜੀ ਰੈਜ਼ੀਡੈਂਸ ਬੇਸ ਜਾਂ ਡੋਮੀਸਾਈਲ ਬੇਸ ਨਹੀਂ ਕੀਤੀ ਜਾ ਸਕਦੀ, ਇਹ ਉਹਦੇ ਖਿਲਾਫ ਹੈ। ਸਿੱਧਾ ਕਿਹਾ ਗਿਆ ਕਿ ਪਬਲਿਕ ਅਪਾਇੰਟਮੈਂਟ ਸਰਕਾਰੀ ਨੌਕਰੀਆਂ 'ਚ ਜੇ ਅਸੀਂ ਰੈਜ਼ੀਡੈਂਸ ਦਾ ਜਾਂ ਬਰਥ ਪਲੇਸਿਸ ਦਾ ਉਹਨਾਂ ਨੂੰ
ਮਤਲਬ ਡਿਸਕ੍ਰਿਮੀਨੇਸ਼ਨ ਕਰਾਂਗੇ ਜੀ, ਲਾਈਕ 2002 ਚ ਕੀ ਹੋਇਆ ਸੀ, ਰਾਜਸਥਾਨ ਦੀ ਗੱਲ ਕਰਦੇ ਹਾਂ, ਉਹ ਸੁਪਰੀਮ ਕੋਰਟ ਨੇ ਡਿਸਾਈਡ ਵੀ ਕਰਤਾ ਹੈ ਮੁਕੱਦਮਾ, ਜਿੱਥੇ ਉਹਨਾਂ ਨੇ ਕਿਹਾ ਸੀਗਾ ਵੀ ਜੋ ਬੰਦੇ ਰੂਰਲ ਏਰੀਆ 'ਚ ਰਹਿ ਰਹੇ ਹੈ ਰਾਜਸਥਾਨ ਦੇ, ਟੀਚਰਾਂ ਦਾ ਮੁਕੱਦਮਾ ਸੀ ਇਹ, ਉਹਨਾਂ ਨੂੰ ਅਸੀਂ 10% ਐਕਸਟਰਾ ਦੇਵਾਂਗੇ, ਪੇਂਡੂ ਖੇਤਰ ਵਾਲਿਆਂ ਨੂੰ, ਜੋ ਸ਼ਹਿਰੀ ਖੇਤਰ ਹੈ ਉਹਨਾਂ ਨੂੰ 5% ਐਕਸਟਰਾ ਦੇਵਾਂਗੇ, ਠੀਕ ਹੈ, ਸਰਕਾਰੀ ਨੌਕਰੀਆਂ 'ਚ। ਬਟ ਸੁਪਰੀਮ ਕੋਰਟ ਨੇ ਕਿਹਾ, ਉਹਨਾਂ ਦਾ ਰੀਜ਼ਨ ਸਟੇਟ ਦਾ ਕਿਹਾ ਸੀ ਉਹਦੇ 'ਚ, ਸਟੇਟ ਨੇ ਕਿਹਾ ਸੀਗਾ ਵੀ ਜੋ ਰੂਰਲ ਏਰੀਆ 'ਚ ਰਹਿ ਰਿਹਾ ਬੰਦਾ ਉਹ ਹਮੇਸ਼ਾ ਰੂਰਲ ਏਰੀਆ 'ਚ ਰਹੂਗਾ, ਔਰ ਉਹਨਾਂ ਨੂੰ ਰੂਰਲ ਏਰੀਏ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਦਾ ਤਰੀਕਾ ਹੈ, ਇਸ ਕਰਕੇ ਉਹ ਐਜੂਕੇਸ਼ਨ ਨੂੰ ਜ਼ਿਆਦਾ ਉਹਨਾਂ ਤੱਕ ਪਹੁੰਚਾ ਸਕਣ, ਸਰਵਿਸ ਚੰਗੀ ਦੇਊਗਾ। ਹਾਂ, ਕਿਉਂਕਿ ਜੋ ਸ਼ਹਿਰੀ ਲੋਕ ਹੈ ਉਹ ਉਹਨਾਂ ਨਾਲ ਨਹੀਂ, ਮਤਲਬ ਉਹਨਾਂ ਨਾਲ ਇਤਨਾ ਰਾਬਤਾ ਨਹੀਂ ਕਾਇਮ ਕਰ ਸਕਦੇ, ਠੀਕ ਹੈ। ਬਟ ਸੁਪਰੀਮ ਕੋਰਟ ਨੇ ਕਿਹਾ ਗਿਆ ਵੀ ਤੁਸੀਂ ਜੇ ਰੂਰਲ ਏਰੀਆ ਨੂੰ ਤੇ ਔਰ ਅਰਬਨ ਏਰੀਆ ਨੂੰ ਇੱਦਾਂ ਡਿਸਕ੍ਰਿਮੀਨੇਸ਼ਨ ਕਰੋਗੇ ਤਾਂ ਇਹ ਜਿਹੜੀ ਤੁਹਾਡੀ ਅਪਰੋਚ ਹੈ ਇਹ ਸਹੀ ਨਹੀਂ ਆਈ, ਕਿਉਂਕਿ ਅੱਜ ਯੁੱਗ ਹੈ ਜਿਹੜਾ ਉਹ 21st ਸੈਂਚੁਰੀ ਦਾ ਹੈ। ਕੋਈ ਅਰਬਨ ਏਰੀਆ 'ਚ ਬਹੁਤ ਵਧੀਆ ਚੀਜ਼ ਸਿੱਖ ਕੇ ਆ ਰਿਹਾ ਹੈ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਰੂਰਲ ਏਰੀਆ ਵਾਲਾ ਉਸ ਗੱਲ ਨੂੰ ਪਿੱਛੇ ਹੀ ਅਸੀਂ ਉਹ ਬੈਕਵਰਡ ਹੀ ਚਲੇ ਜਾਵਾਂਗੇ। ਤਾਂ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਨਹੀਂ, ਇੱਦਾਂ ਦੀ ਡਿਸਕ੍ਰਿਮੀਨੇਟਰੀ ਬਾਈਫਰਕੇਸ਼ਨ ਨਹੀਂ ਗਈ ਸਕਦੀ, ਸਭ ਨੂੰ ਇਕੁਅਲ ਓਪਰਚੁਨਿਟੀ ਹੈ, ਚਾਹੇ ਉਹ ਸ਼ਹਿਰ ਵਾਲਾ ਵਸਨੀਕ ਹੈ ਚਾਹੇ ਉਹ ਰੂਰਲ ਏਰੀਆ ਵਾਲਾ ਹੈ, ਤਾਂ ਤੁਸੀਂ ਕਿਸੇ ਨੂੰ ਵੱਖਰੀ ਵੇਟੇਜ ਨਹੀਂ ਦੇ ਸਕਦੇ। ਇਨ ਪਬਲਿਕ ਅਪਾਇੰਟਮੈਂਟ ਸਭ ਨੂੰ ਇਕੁਅਲ ਟਰੀਟ ਕੀਤਾ ਜਾਏਗਾ। ਉਹ ਰੱਦ ਹੋ ਗਿਆ ਫਿਰ ਰਾਜਸਥਾਨ ਸਰਕਾਰ ਦਾ ਫੈਸਲਾ? ਹਾਂਜੀ, ਉਹ ਜਿਹੜਾ ਜੀ ਸੀਗੀ ਉਹਨਾਂ ਨੇ ਰਿਜ਼ਰਵੇਸ਼ਨ ਦਿੱਤੀ ਸੀਗੀ ਰੂਰਲ ਏਰੀਆ ਵਾਲੇ ਨੂੰ ਐਕਸਟਰਾ ਬੈਨੀਫਿਟ 10 ਨੰਬਰ ਦੇ, ਤਾਂ ਉਹਨਾਂ ਨੇ ਕਿਹਾ ਸੀ ਵੀ ਇਹ ਡਿਸਕ੍ਰਿਮੀਨੇਟਰ ਹੈ, ਇਸ ਕਰਕੇ। ਡਾਕਟਰ ਸਾਹਿਬ, ਮੈਂ ਤੁਹਾਡੀਆਂ ਗੱਲਾਂ ਫਲੋ 'ਚ ਚੱਲਣ ਦੇਣਾ ਚਾਹੁੰਦਾ, ਪਰ ਵਿੱਚ ਮੈਂ ਇਸ ਕਰਕੇ ਤੁਹਾਨੂੰ ਸਵਾਲ ਕਰੂੰਗਾ ਤਾਂ ਜੋ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਸਾਰੀ ਚੀਜ਼ ਸਮਝ ਆ ਜਾਏ। ਇਸ ਗੱਲ ਦੀ ਅਫਵਾਹ ਹੁੰਦੀ ਹੈ ਜਾਂ ਇਸ ਗੱਲ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਰੌਲਾ ਪੈਂਦਾ ਕਿ ਜੇ ਬਾਕੀ ਸੂਬਿਆਂ ਦੇ ਵਿੱਚ ਉਹਨਾਂ ਸੂਬਿਆਂ ਦੇ ਲੋਕਾਂ ਦੇ ਲਈ ਸਰਕਾਰੀ ਨੌਕਰੀਆਂ ਰਾਖਵੀਆਂ ਹੋ ਸਕਦੀਆਂ ਤੇ ਪੰਜਾਬ ਸੂਬੇ ਦੇ ਵਿੱਚ ਪੰਜਾਬੀਆਂ ਲਈ ਨੌਕਰੀਆਂ ਰਾਖਵੀਆਂ ਕਿਉਂ ਨਹੀਂ ਕੀਤੀਆਂ ਜਾਂਦੀਆਂ? ਕੀ ਭਾਰਤ ਦੇ ਕਿਸੇ ਸੂਬੇ 'ਚ ਉਸ ਸੂਬੇ ਦੇ ਲੋਕਾਂ ਦੇ ਲਈ ਨੌਕਰੀਆਂ ਰਾਖਵੀਆਂ ਨੇ? ਕੀ ਪੰਜਾਬੀ ਹੋਰ ਕਿਸੇ ਸੂਬੇ ਦੇ ਵਿੱਚ ਜਾ ਕੇ ਅਪਲਾਈ ਨਹੀਂ ਕਰ ਸਕਦਾ? ਨਹੀਂ, ਪੰਜਾਬੀ ਹਰੇਕ ਸੂਬੇ 'ਚ ਜਾ ਕੇ ਅਪਲਾਈ ਕਰ ਸਕਦਾ। ਇਹ ਦੇਖ ਲਓ ਵੀ ਪੰਜਾਬੀਆਂ ਨੂੰ, ਮੈਂ ਤਾਂ ਇਹ ਕਹਿਣਾ ਵੀ ਪੰਜਾਬੀਆਂ ਨੂੰ ਇੱਕ ਗੁਰੂ ਦੀ ਦਾਤ ਬਖਸ਼ੀ ਹੋਈ ਹੈ ਪੰਜਾਬੀ ਭਾਸ਼ਾ ਜੀ, ਔਰ ਸਾਡੀ ਹੀ ਇੱਕੋ ਇੱਕ ਸਟੇਟ ਹੈ ਜਿੱਥੇ ਪੰਜਾਬੀ ਦਾ ਟੈਸਟ ਕਲੀਅਰ ਕਰਕੇ ਬੰਦਾ ਐਲੀਜੀਬਲ ਹੁੰਦਾ। ਅਦਰਵਾਈਜ਼ ਹਰੇਕ ਬੰਦਾ, ਅਸੀਂ ਹਿੰਦੀ ਪੜ੍ਹਦੇ ਹਾਂ, ਅਸੀਂ ਹਰੇਕ ਜਗ੍ਹਾ ਹਰੇਕ ਸਟੇਟ 'ਚ ਐਲੀਜੀਬਲ ਹੈ। ਅੱਛਾ, ਜੇ ਹਿੰਦੀ ਆਉਂਦੀ ਹੈ ਤਾਂ ਹਿੰਦੀ ਆਉਂਦੀ, ਅਸੀਂ ਹਰਿਆਣੇ 'ਚ ਐਲੀਜੀਬਲ ਹੈ ਜੀ, ਠੀਕ ਹੈ, ਦਿੱਲੀ 'ਚ ਐਲੀਜੀਬਲ ਹੈ, ਯੂਪੀ 'ਚ ਐਲੀਜੀਬਲ ਹੈ, ਬਿਹਾਰ 'ਚ ਐਲੀਜੀਬਲ ਹੈ, ਉੱਤਰਾਖੰਡ 'ਚ ਐਲੀਜੀਬਲ ਹੈ, ਹਿਮਾਚਲ ਪ੍ਰਦੇਸ਼ 'ਚ ਐਲੀਜੀਬਲ ਹੈ, ਰਾਜਸਥਾਨ 'ਚ ਐਲੀਜੀਬਲ ਹੈ, ਰਾਜਸਥਾਨ 'ਚ ਅਸੀਂ ਐਲੀਜੀਬਲ ਹੈ। ਸਾਨੂੰ ਕੋਈ ਰੋਕ ਟੋਕ ਨਹੀਂ ਹੈ, ਸਾਨੂੰ ਕੋਈ ਇਹ ਨਹੀਂ ਕਹਿੰਦਾ ਵੀ ਤੁਸੀਂ ਪੰਜਾਬ ਤੋਂ ਆਏ ਹੋਏ ਹੋ ਜਾਂ ਕਿਤੋਂ ਹੋਰ ਆਏ ਹੋ। ਬਟ ਸਾਡੇ ਕੰਡੀਸ਼ਨ ਇਹ ਹੈ ਵੀ ਸਾਨੂੰ ਪਹਿਲਾਂ ਗੁਰਮੁਖੀ ਕਲੀਅਰ ਕਰਨੀ ਪਊਗੀ। ਜੇ ਸਾਡੇ ਕੋਈ ਆਉਂਦਾ ਤਾਂ ਇਸ ਕਰਕੇ ਗੁਰਮੁਖੀ ਤਾਂ ਕੋਈ ਕਲੀਅਰ ਕਰਦਾ। ਹਾਂ, ਜਿਵੇਂ ਹੁਣ ਸਾਡੇ ਵਸਨੀਕ ਦਿੱਲੀ 'ਚ ਬਹੁਤ ਹੈ, ਹਰਿਆਣਾ ਸਾਡਾ ਅੱਧਾ ਪੰਜਾਬੀਆਂ ਦਾ, ਉੱਥੋਂ ਦੇ ਨਿਆਣੇ ਜੇ ਪੰਜਾਬੀ ਪੜ੍ਹੀ ਹੋਈ ਹੈ, ਉਹਨਾਂ ਦੇ ਮਾਂ ਪਿਓ ਪੰਜਾਬੀ ਬੋਲਦੇ ਆ, ਉਹਨਾਂ ਨੇ ਪੰਜਾਬੀ ਪੜ੍ਹਾਈ ਹੈ ਜਾਂ ਗੁਰਸਿੱਖੀ ਨਾਲ ਜੁੜੇ ਹੋਏ ਹੈ, ਤਾਂ ਓਬਵੀਅਸਲੀ ਉਹ ਵੀ ਇੱਥੇ ਕੰਟੈਂਟਰ ਹੋਣਗੇ, ਕਿਉਂਕਿ ਸਾਡੇ ਬੱਚੇ ਵੀ ਉੱਥੇ ਜਾ ਰਹੇ ਹੈ। ਮੈਂ ਇੱਕ ਵਾਰੀ ਫੇਰ ਕਲੀਅਰ ਕਰਨਾ ਚਾਹੁੰਦਾ, ਕਿਉਂਕਿ ਸਾਡੇ ਲਈ ਇਹ ਬੇਸਿਕ ਮੁੱਦਾ ਆ, ਕਿਉਂਕਿ ਰੌਲਾ ਹੀ ਅੱਜ ਤੱਕ ਇਹ ਰਿਹਾ ਕਿ ਬਾਕੀ ਸੂਬਿਆਂ 'ਚ ਪੰਜਾਬੀ ਨੌਕਰੀ ਨਹੀਂ ਲੈ ਸਕਦੇ ਸਰਕਾਰੀ। ਇਹ ਗਲਤ ਹੈ? ਇਹ ਗਲਤ ਹੈ ਜੀ। ਦੇਖੋ, ਜੋ ਸਹੀ ਹੈ। ਮੈਂ ਆਪ ਖੁਦ ਦਿੱਲੀ ਗਵਰਨਮੈਂਟ ਜੌਬ 'ਚ ਸਰਵਿਸ ਕਰਕੇ ਆਇਆ, ਸੈਂਟਰਲ ਗਵਰਨਮੈਂਟ ਦੀ ਜੀ। ਮੈਂ ਪੰਜਾਬੀ ਹਾਂ ਔਰ ਸਾਡੇ ਬਹੁਤ ਹੀ ਪੰਜਾਬੀ ਲੋਕ ਉੱਥੇ ਵਸੇ ਹੋਏ ਨੇ ਜੋ ਅੱਛੀਆਂ ਪੋਸਟਾਂ 'ਤੇ ਕੰਮ ਕਰ ਰਹੇ ਨੇ। ਕੀ ਰਾਜਸਥਾਨ ਦੇ ਵਿੱਚ ਜਾਂ ਹਰਿਆਣੇ 'ਚ ਕੋਈ ਹੋ ਸਕਦਾ ਪੰਜਾਬ ਦਾ ਬੰਦਾ ਕੋਈ ਟੀਚਰ ਹੋਵੇ? ਜੇ ਅਸੀਂ ਦੇਖੋ ਜੀ, ਹੁਣ ਟੀਚਰ ਜਾਂ SSB ਬੋਰਡ ਦੇ ਥਰੂ ਅਪਾਇੰਟ ਹੋਊਗਾ ਜਾਂ PPSC ਦੇ ਥਰੂ, HPSC ਜੇ ਹਰਿਆਣੇ ਦੀ ਗੱਲ ਹੈ, ਜੇ ਉੱਥੇ ਉਹ ਉਹਨਾਂ ਦੀ ਕੰਡੀਸ਼ਨਾਂ ਫੁੱਲਫਿਲ ਕਰਦੇ, ਜੇ ਯੋਗ ਹੋਇਆ ਤਾਂ ਹਾਂ ਠੀਕ ਹੈ, ਉਹ ਕੁਆਲੀਫਾਈਡ ਹੈਗਾ। ਜੇ ਉਹਨਾਂ ਨੇ ਹਿੰਦੀ ਪਾਸ ਅਸੀਂ 10ਵੀਂ 'ਚ ਕੀਤੀ ਹੈ, ਜੋ ਅਸੀਂ ਕੰਡੀਸ਼ਨਾਂ ਫੁੱਲਫਿਲ ਕਰਦੇ ਹਾਂ ਤਾਂ ਅਸੀਂ ਉੱਥੇ ਐਲੀਜੀਬਲ ਹੈ। ਸਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾ ਸਕਦਾ। ਇੱਕ ਡਾਕਟਰ ਸਾਹਿਬ, ਜੇ ਤੁਸੀਂ ਇਸ ਗੱਲ ਦਾ ਜਵਾਬ ਦੇ ਸਕੋ, ਕਿਉਂਕਿ ਕਾਨੂੰਨ ਦੀ ਪੜ੍ਹਾਈ ਤੁਸੀਂ ਲੰਬਾ ਸਮਾਂ ਕੀਤੀ, ਗਾਹਾਂ ਸਿਖਾਉਂਦੇ ਵੀ ਰਹੇ ਹੋ ਕਾਨੂੰਨ ਕਿ ਭਾਈ ਇੱਦਾਂ ਦੀ ਹੁੰਦੀ, ਲਗਾਤਾਰ ਕੰਮ ਚੱਲਦਾ ਰਿਹਾ। ਮੈਂ ਬਿਲਕੁਲ ਕਲੀਅਰ ਕੱਟ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ। ਪਿਛਲੇ ਦਿਨੀ, ਕਿਉਂਕਿ ਮੇਰਾ ਵੀ ਮੱਥਾ ਠਣਕਿਆ ਬਾਕੀਆਂ ਨੂੰ, ਇੱਕ 6-7 ਬੰਦਿਆਂ ਦੀ ਇੱਕ ਲਿਸਟ ਜੀ ਆਈ ਸੀ ਜੀ, ਪੰਜਾਬ ਪੁਲਿਸ ਦੇ ਵਿੱਚ ਭਰਤੀਆਂ ਹੋਈਆਂ, ਤੇ ਉਹਦੇ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਹੀ ਬਾਹਰਲੇ ਸੂਬਿਆਂ ਦੇ ਆ। ਫਿਰ ਸਾਨੂੰ ਐਂ ਲੱਗਾ ਵੀ ਇਹ ਕਿਤੇ ਰਲ ਮਿਲ ਕੇ ਤਾਂ ਨਹੀਂ ਕੰਮ ਹੋ ਗਿਆ। ਕੀ ਪੰਜਾਬ ਦੇ ਵਿੱਚ ਜਿਹੜੀ ਵੀ ਕੋਈ ਸਰਕਾਰੀ ਨੌਕਰੀ, ਚਾਹੇ ਉਹ ਪੁਲਿਸ ਦੀ ਹੈ, ਸਿੱਖਿਆ ਡਿਪਾਰਟਮੈਂਟ ਦੇ ਵਿੱਚ ਹੈ, ਨਹਿਰੀ ਵਿਭਾਗ ਦੇ ਵਿੱਚ, ਕਿਸੇ ਵਿਭਾਗ 'ਚ ਵੀ ਹੈ, ਉਹ ਅਸੀਂ ਜਦੋਂ ਪੰਜਾਬ ਸਰਕਾਰ, ਚਾਹੇ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹ ਐਡਵਰਟਾਈਜ਼ ਕਰਦੀ ਹੈ ਜੀ ਅਸੀਂ ਆਹ ਬੰਦੇ ਰੱਖਣੇ ਆ, ਕੀ ਉਹ ਰੋਕ ਸਕਦੇ ਆ ਕਿ ਬਾਹਰਲੇ ਸੂਬੇ ਦਾ ਬੰਦਾ ਨਹੀਂ ਅਸੀਂ ਅਪਲਾਈ ਕਰ ਦੇਣਾ? ਕੀ ਪੰਜਾਬ ਸਰਕਾਰ ਦੇ, ਸੂਬਾ ਸਰਕਾਰ ਦੇ ਅਧਿਕਾਰ ਖੇਤਰ 'ਚ ਹੈ? ਦੇਖੋ ਜੀ, ਜੇ ਸਰਕਾਰ ਕੋਈ ਇੱਦਾਂ ਦਾ ਨਿਯਮ ਜਾਂ ਕਾਨੂੰਨ
ਜਾਂ ਕੋਈ ਆਰਡਰ ਸਟੈਂਡਿੰਗ ਆਰਡਰ ਪਾਸ ਕਰਦੀ ਹੈ ਤਾਂ ਉਹ ਅਸੀਂ ਕਹਿੰਦੇ ਹਾਂ ਵੀ ਸਿੱਧਾ ਹੀ ਕਨਸਟੀਟਿਊਸ਼ਨ ਦੇ ਖਿਲਾਫ ਹੈ। ਅੱਛਾ, ਸੰਵਿਧਾਨ ਦੇ ਉਲਟ ਹੋਊਗਾ ਕਿਉਂਕਿ ਉਹ ਆਰਬਿਟਰੀਨੈਸ ਚ ਆ ਜਾਂਦਾ ਹੈ, ਮਨ ਮਰਜ਼ੀ ਹੋਗੀ ਸਾਡੀ ਸਰਕਾਰ ਚਾਹੇ। ਹਾਂ ਦੇਖੋ, ਸਾਡੇ ਤਾਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਅਸੀਂ ਇੱਕ ਰੀਜ਼ਨੇਬਲ ਰਿਸਟ੍ਰਿਕਸ਼ਨ ਲਾਈ ਹੈ ਵੀ ਸਾਡੀ ਯੋਗਤਾ ਜਿਹੜੀ ਹੈ, ਕੁਆਲੀਫਿਕੇਸ਼ਨ ਹੈ, ਉਹ ਪੰਜਾਬੀ ਜ਼ਰੂਰੀ ਹੈ। ਅਸੀਂ ਪੰਜਾਬੀ ਲਾਜ਼ਮੀ ਕੀਤੀ ਹੋਈ ਹੈ ਵੀ ਕੋਈ ਬੰਦਾ, ਕੋਈ ਮੁੰਡਾ ਜਾਂ ਕੁੜੀ, ਕੋਈ ਵੀ ਜੇ ਸਾਡੇ ਪੰਜਾਬ ਦੇ ਵਿੱਚ ਕਿਸੇ ਪੋਸਟ ਲਈ ਵੀ ਅਪਲਾਈ ਕਰਦਾ ਤਾਂ 10ਵੀਂ ਕਲਾਸ 'ਚ ਉਹਦੀ ਪੰਜਾਬੀ ਹੋਣਾ ਜ਼ਰੂਰੀ ਹੈ। ਠੀਕ ਹੈ ਜੀ। ਇਹ ਹੈਗੀ ਸਾਡੀ ਰੀਜ਼ਨੇਬਲ ਰਿਸਟ੍ਰਿਕਸ਼ਨ, ਜਿਹਨੂੰ ਕਨਸਟੀਟਿਊਸ਼ਨ ਆਫ ਇੰਡੀਆ ਵੀ ਕਹਿੰਦਾ ਕਿ ਹਾਂ ਸਟੇਟ ਇਦਾਂ ਦੀਆਂ ਰਿਸਟ੍ਰਿਕਸ਼ਨਾਂ ਲਾ ਸਕਦੀ ਹੈ ਕਿਉਂਕਿ ਸਾਡੀ ਲੋਕਲ ਲੈਂਗੁਏਜ ਹੈ। ਅਬੇ ਲੋਕਾਂ ਨੂੰ ਸਰਵ ਕਰਨ ਵਾਲੇ ਨੂੰ ਦੀ ਭਾਸ਼ਾ ਤਾਂ ਆਵੇ। ਜੇ ਭਾਸ਼ਾ ਤਾਂ ਆਵੇ ਨਾ, ਪਹਿਲੀ ਗੱਲ। ਹੁਣ ਜੇ ਸਾਡੇ ਆਈਪੀਐਸ ਅਪਾਇੰਟ ਹੁੰਦੇ ਆ ਤਾਂ ਉਹ ਡਿਫਰੈਂਟ ਕੇਡਰ ਦੇ ਹੁੰਦੇ ਨਾ, ਥਰੂ ਯੂਪੀਐਸਸੀ ਦੇ ਅਪਾਇੰਟ ਹੁੰਦੇ ਆ। ਉਹਨਾਂ ਨੂੰ ਇਹ ਤਾਂ ਨਹੀਂ ਨਾ ਦੇਖਦੇ ਵੀ ਪੰਜਾਬੀ ਹੈ ਜਾਂ ਨਹੀਂ ਹੈ, ਉਹ ਬਾਅਦ ਚ ਆ ਕੇ ਇੱਥੇ ਸਿੱਖਦੇ ਆ ਕਿਉਂਕਿ ਉਹ ਸੈਂਟਰਲ ਕੇਡਰ ਹੈ ਜੀ। ਜੋ ਸਾਡੇ ਕੇਡਰ ਚੋਂ ਅਪਾਇੰਟ ਹੁੰਦੇ, ਜਿੱਦਾਂ ਐਸਡੀਐਮ ਕਈ ਵਾਰੀ ਆਈਐਸ ਆਫੀਸਰ ਬਣ ਜਾਂਦੇ, ਹੁਣ ਐਸਡੀਐਮ ਉਹੀ ਬੰਦਾ ਬਣੂਗਾ ਜੋ ਸਾਡੀਆਂ ਪੀਪੀਐਸਸੀ ਦੀਆਂ ਕੁਆਲੀਫਿਕੇਸ਼ਨਾਂ ਪੂਰੀਆਂ ਕਰੂਗਾ। ਜੇ ਉਹਦੇ ਕੋਲ ਪੰਜਾਬੀ ਹੋਊਗੀ ਤਾਂ ਉਹ ਐਗਜ਼ੀਕਿਊਟਿਵ ਦੇ ਪੇਪਰ 'ਚ ਬੈਠੂਗਾ, ਅਦਰਵਾਈਜ਼ ਨਹੀਂ ਬੈਠੂਗਾ। ਇਸੇ ਤਰ੍ਹਾਂ ਹੀ ਸੇਮ ਹੈ ਜੁਡੀਸ਼ੀਅਲ ਦਾ ਪੇਪਰ ਹੈ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਪੋਸਟ ਲਈ ਉਹੀ ਬੰਦਾ ਕੁਆਲੀਫਾਈਡ ਹੈ, ਉਹੀ ਬੰਦਾ ਪੇਪਰ 'ਚ ਬੈਠ ਸਕਦਾ ਜਿਸ ਕੋਲੇ 10ਵੀਂ 'ਚ ਪੰਜਾਬੀ ਕਲੀਅਰ ਹੈ। ਹਾਂ, ਜਿੱਦਾਂ ਅਸੀਂ 10ਵੀਂ 'ਚ ਹਿੰਦੀ ਵੀ ਪੜ੍ਹੀ ਹੋਈ ਹੈ, ਅਸੀਂ ਰਾਜਸਥਾਨ 'ਚ ਵੀ ਬੈਠ ਸਕਦੇ ਹਾਂ, ਹਿਮਾਚਲ 'ਚ ਵੀ ਬੈਠ ਸਕਦੇ ਹਾਂ, ਦਿੱਲੀ 'ਚ ਵੀ ਬੈਠ ਸਕਦੇ ਹਾਂ, ਹਰਿਆਣਾ 'ਚ ਵੀ ਬੈਠ ਸਕਦੇ ਹਾਂ, ਕੋਈ ਰੋਕ ਨਹੀਂ, ਸਾਨੂੰ ਕੋਈ ਰੋਕ ਨਹੀਂ। ਪੱਕੀ ਗੱਲ ਹੈ 101%। ਬਿਕੋਜ਼ ਮੈਂ ਕੈਂਡੀਡੇਟ ਖੁਦ ਰਿਹਾ, ਮੈਂ ਹਰੇਕ ਸਟੇਟ 'ਚ ਪੇਪਰ ਦਿੱਤਾ ਹੋਇਆ, ਸਾਨੂੰ ਕੋਈ ਰੋਕ ਨਹੀਂ ਜੀ। ਹਾਂ, ਅਸੀਂ ਰੋਕ ਲਾਈ ਹੋਈ ਹੈ ਵੀ ਸਾਡੇ ਜੇ ਬੰਦਾ ਉਹੀ ਐਲੀਜੀਬਲ ਹੋਊਗਾ, ਪਹਿਲਾਂ ਪੰਜਾਬੀ ਉਹਦੇ ਕੋਲ ਹੋਣੀ ਜ਼ਰੂਰੀ ਹੈ। ਹਾਂ, ਜੇ ਪੰਜਾਬੀ ਹੈ ਫਿਰ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਇਹ ਜਾਨੀ ਭਾਰਤ ਦਾ ਕਾਨੂੰਨ ਕਹਿੰਦਾ, ਇਹ ਸਾਡਾ ਕਾਨੂੰਨ ਕਹਿੰਦਾ। ਅਸੀਂ ਰੀਜ਼ਨੇਬਲ ਰਿਸਟ੍ਰਿਕਸ਼ਨ ਲਾਈਆਂ ਕਿਉਂਕਿ ਪਬਲਿਕ ਅਪਾਇੰਟਮੈਂਟਸ 'ਚ ਹੋਰ ਕੋਈ ਚੀਜ਼ ਨਹੀਂ ਆਉਂਦੀ। ਅਸੀਂ ਕੋਈ ਰੀਜਨਲ ਲੈਂਗੁਏਜ ਦੀ ਅਸੀਂ ਰਿਸਟ੍ਰਿਕਸ਼ਨਾਂ ਲਾ ਸਕਦੇ। ਜਿੱਦਾਂ ਅਸੀਂ ਕਰਨਾਟਕਾ 'ਚ, ਹੁਣ ਕਰਨਾਟਕਾ 'ਚ ਸਾਨੂੰ ਕੰਨੜ ਆਉਣੀ ਚਾਹੀਦੀ ਹੈ ਜੀ। ਜਿੱਦਾਂ ਗੁਜਰਾਤ 'ਚ ਜਾਂਦੇ ਹਾਂ ਤਾਂ ਸਾਨੂੰ ਗੁਜਰਾਤੀ ਆਉਣੀ। ਅੱਛਾ, ਜੇ ਆਉਂਦੀ ਆ ਤਾਂ ਅਸੀਂ ਉੱਥੇ ਜਾ ਕੇ ਕੰਪਲੀਟ ਕਰ ਸਕਦੇ ਹਾਂ। ਅਸੀਂ ਗੁਜਰਾਤ 'ਚ ਮੇਰੇ ਨਾਲ ਦੋਸਤ ਲੱਗੇ ਹੋਏ, 2 ਮੈਜਿਸਟ੍ਰੇਟ ਪੰਜਾਬੀ ਬੰਦੇ। ਹਾਂਜੀ, ਪੰਜਾਬੀ ਬੰਦੇ। ਠੀਕ ਹੈ ਜੀ, ਠੀਕ ਹੈ। ਜੇ ਸਾਨੂੰ ਪਹਿਲੀ ਕੰਡੀਸ਼ਨ ਹੈ ਗੁਜਰਾਤੀ ਜੀ, ਸਾਨੂੰ ਜੇ ਗੁਜਰਾਤੀ ਆਉਂਦੀ ਹੈ, ਅਸੀਂ ਉੱਥੇ ਐਲੀਜੀਬਲ ਹੈ, ਸਾਡਾ ਮੈਰਿਟ 'ਚ ਨਾ ਆ ਗਿਆ ਤਾਂ ਸਾਡੀ ਸਿਲੈਕਸ਼ਨ ਮੈਰਿਟ ਤੇ ਹੋਏਗੀ। ਇੱਕੋ ਮਿੰਟ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਜੀ, ਤੇ ਡਾਕਟਰ ਬਸੰਤ ਸਿੰਘ ਸੰਧਵਾਂ ਸਾਹਿਬ ਦੇ ਨਾਲ ਗੱਲਬਾਤ ਹੋ ਰਹੀ ਹੈ। ਪਿਛਲੇ ਲੰਬੇ ਸਮੇਂ ਦੇ ਵਿੱਚ ਅਸੀਂ ਪਹਿਲੀ ਵਾਰ ਇਸ ਵਿਸ਼ੇ ਦੇ ਉੱਤੇ ਕਾਨੂੰਨੀ ਪੱਖ ਤੋਂ ਚਰਚਾ ਕਰ ਰਹੇ ਹਾਂ, ਕਿਉਂਕਿ ਸਟੇਜ ਹੀ ਹੁੰਦੀ ਆ, ਮਾਈਕ ਹੀ ਹੁੰਦਾ ਹੈ, ਸੋਸ਼ਲ ਮੀਡੀਆ ਹੁੰਦਾ, ਪਰ ਕਾਨੂੰਨ ਇੱਕ ਵੱਖਰੀ ਚੀਜ਼ ਹੈ ਜਿਹਦੇ ਆਧਾਰ ਦੇ ਉੱਤੇ ਸਾਰਾ ਕੁਝ ਚੱਲਣਾ। ਸਾਡੇ ਵੀ ਮਨ ਦੇ ਬਹੁਤ ਸਾਰੇ ਭੁਲੇਖੇ ਸੀ ਕਿ ਭਾਈ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਪੰਜਾਬੀ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ। ਫਿਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਹੜ੍ਹ ਆਉਂਦਾ ਸੀ ਜੀ, ਬਾਕੀ ਸੂਬੇ ਜਿਹੜੇ ਕੁਝ ਇੱਕ ਸੂਬੇ ਨੇ, ਜੇ ਉੱਥੇ ਪੰਜਾਬੀ ਜਾ ਕੇ ਸਰਕਾਰੀ ਨੌਕਰੀ ਨਹੀਂ ਕਰ ਸਕਦੇ ਤਾਂ ਫਿਰ ਪੰਜਾਬ ਦੇ ਵਿੱਚ ਅਸੀਂ ਹੀ ਸਭ ਕੁਝ ਹੋਣੇ ਚਾਹੀਦੇ, ਬਾਕੀਆਂ ਤੇ ਰੋਕ ਲੱਗੇ। ਪਰ ਜੋ ਡਾਕਟਰ ਬਸੰਤ ਸਿੰਘ ਸੰਧਵਾਂ ਹੋਰਾਂ ਨੇ ਦੱਸਿਆ ਹੁਣ ਤੱਕ, ਉਹ ਕਹਿੰਦੇ ਜੀ ਕੋਈ ਰੋਕ ਕੋਈ ਵੀ ਸੂਬਾ ਨਹੀਂ ਲਾ ਸਕਦਾ। ਜਿਹੜੀ ਕੰਡੀਸ਼ਨ ਪੰਜਾਬ ਨੇ ਲਾਈ ਹੈ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲੈਣੀ ਹੈ ਤਾਂ ਤੁਹਾਨੂੰ ਪੰਜਾਬੀ ਭਾਸ਼ਾ 10ਵੀਂ ਜਮਾਤ ਵਿੱਚ ਪਾਸ ਕਰਨੀ ਪਊਗੀ। ਜੇ ਉਹ ਪਾਸ ਕਰ ਲੈਂਦੇ ਹੋ, ਫਿਰ ਤੁਸੀਂ, ਜੇ ਮੰਨ ਲਓ 100 ਨੌਕਰੀਆਂ ਨੇ, 10,000 ਬੰਦੇ ਨੇ ਉੱਥੇ ਅਪਲਾਈ ਕੀਤਾ, ਤੁਸੀਂ ਫਿਰ ਕੰਪੀਟ ਕਰ ਸਕਦੇ ਹੋ, ਤੁਸੀਂ ਮੁਕਾਬਲੇ 'ਚ ਆ ਗਏ। ਮੈਰਿਟ 'ਚ ਆਉਂਦੇ ਹੋ ਕਿ ਨਹੀਂ ਵੱਖਰੀ ਗੱਲ। ਇੱਦਾਂ ਹੀ ਪੰਜਾਬ ਦੇ ਲੋਕ ਜਿਹੜੇ ਨੇ, ਜੇ ਉਹ ਉਸ ਸੂਬੇ ਦੀ, ਜਿੱਦਾਂ ਕੰਨੜ ਦੀ ਗੱਲ ਕੀਤੀ ਹੈ ਕਿ ਕੰਨੜ ਭਾਸ਼ਾ ਜੇ ਉਹਨਾਂ ਨੂੰ ਆਉਂਦੀ ਹੈ ਜਾਂ ਤਮਿਲ ਆਉਂਦੀ ਹੈ, ਤੁਸੀਂ ਮੁੱਢਲੀ ਯੋਗਤਾ ਪੂਰੀ ਕਰ ਲਈ, ਉਹਦੇ ਤੋਂ ਬਾਅਦ ਤੁਸੀਂ ਕੰਪੀਟ ਕਰੋ ਤੇ ਤੁਹਾਡਾ ਨੰਬਰ ਜਿਹੜਾ ਉਹ ਆ ਸਕਦਾ ਹੈ। ਡਾਕਟਰ ਸਾਹਿਬ, ਮੈਂ ਇਹਦੇ ਵਿੱਚ ਕੋਈ ਗਲਤ ਨਹੀਂ ਕਿਹਾ? ਨਹੀਂ ਡਾਕਟਰ ਸਾਹਿਬ, ਬਾੜ ਸਾਹਿਬ ਬਿਲਕੁਲ ਸੱਚ ਕਿਹਾ। ਇੱਥੇ ਤੱਕ ਇਸ ਗੱਲ ਹੁਣ ਸਾਡੇ ਬੰਦਿਆਂ ਨੂੰ ਸਮਝ ਆ ਗਈ। ਜੇ ਕੋਈ ਬੰਦਾ ਕਹੇ ਜੀ ਸੂਬਾ ਸਰਕਾਰ ਕਾਨੂੰਨ ਬਣਾ ਦੇਵੇ, ਉਹ ਸੰਵਿਧਾਨ ਦੇ ਉਲਟ ਹੋਊਗਾ। ਹਾਂਜੀ, ਇੱਕ ਇਹਦੇ 'ਚ ਹੋਇਆ ਹੈਗਾ ਵੀ ਸੈਂਟਰਲ ਗੌਰਮੈਂਟ ਕੁਝ ਸਟੇਟਾਂ ਵਾਸਤੇ ਬਣਾ ਸਕਦੀ ਹੈ। ਠੀਕ ਹੈ ਜੀ। ਉਹਨਾਂ ਨੇ ਪਬਲਿਕ ਅਪਾਇੰਟਮੈਂਟ ਐਕਟ ਬਣਾਇਆ ਸੀ 1957 'ਚ। ਜੇ ਤੁਸੀਂ ਮੈਨੂੰ ਕਹੋ ਮੈਂ ਉੱਥੋਂ, ਜੇ ਤੁਹਾਡੇ, ਅੱਛਾ ਕੋਈ ਗੱਲ ਨਹੀਂ, ਉੱਥੋਂ ਕੋਈ ਗੱਲ ਨਹੀਂ, ਤੁਸੀਂ ਬਾਅਦ 'ਚ ਆਪਾਂ ਵਿੱਚ ਕਰ ਦਾਂਗੇ। 1957 ਉਹ ਆਂਧਰਾ ਪ੍ਰਦੇਸ਼ ਜੀ, ਹਿਮਾਚਲ ਪ੍ਰਦੇਸ਼ ਜੀ, 2 ਸਟੇਟਾਂ ਹੋਰ ਹੈ। ਠੀਕ ਹੈ ਜੀ। ਜਿੱਥੇ ਉਹਨਾਂ ਨੇ ਕਿਹਾ ਵੀ ਅਸੀਂ ਪਬਲਿਕ ਅਪਾਇੰਟਮੈਂਟ ਵਾਸਤੇ, ਪਬਲਿਕ ਪੋਸਟਾਂ ਵਾਸਤੇ, ਜੋ ਸਰਕਾਰੀ ਮਹਿਕਮੇ ਹੁੰਦੇ ਆ ਉਹਨਾਂ ਵਾਸਤੇ ਸੈਂਟਰਲ ਗੌਰਮੈਂਟ ਜਿਹੜੀ ਹੈਗੀ ਹੈ, ਰਿਸਪੈਕਟਿਵ ਸਟੇਟ, ਜੋ 4 ਉਸ ਕਾਲਮ 'ਚ ਸਟੇਟਾਂ ਦੱਸੀਆਂ ਉਹਨਾਂ ਨੇ, ਉਹਨਾਂ ਵਾਸਤੇ ਕੇਂਦਰੀ ਸਰਕਾਰ, ਸਾਡੀ ਸੈਂਟਰਲ ਗਵਰਨਮੈਂਟ ਆਫ ਇੰਡੀਆ, ਉਹ ਕਾਨੂੰਨ ਬਣਾ ਸਕਦੀ ਹੈ। ਸਟੇਟਾਂ ਕੋਲੇ ਇਹੋ ਜਿਹਾ ਕੋਈ ਅਧਿਕਾਰ ਨਹੀਂ ਹੈਗਾ। ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਬਿਫੋਰ 370 ਹਟਣ ਤੋਂ ਪਹਿਲਾਂ ਜੰਮੂ ਐਂਡ ਕਸ਼ਮੀਰ ਜਿਹੜੀ ਸੀ ਉਹ ਵੱਖਰੀ ਸਟੇਟ ਸੀ। 370 ਧਾਰਾ ਜਦੋਂ ਤੱਕ ਲੱਗੀ ਸੀਗੀ ਜੀ, ਉਦੋਂ ਤੱਕ ਉਹ ਵੱਖਰੀ ਸਟੇਟ ਸੀ, ਕਿਉਂਕਿ ਕੋਈ ਵੀ ਭਾਰਤੀ ਕਾਨੂੰਨ
ਜੰਮੂ ਕਸ਼ਮੀਰ ਤੇ ਅਪਲਾਈ ਨਹੀਂ ਹੁੰਦਾ ਸੀ। ਜਿੱਦਾਂ ਬਾਕੀਆਂ ਤੇ ਅਪਲਾਈ ਹੁੰਦਾ ਉਦਾਂ ਨਹੀਂ ਹੁੰਦਾ ਸੀ। ਉਦਾਂ ਕੋਈ ਕਾਨੂੰਨ ਹੁੰਦਾ ਹੀ ਨਹੀਂ ਸੀ ਉੱਥੇ। ਠੀਕ ਹੈ। ਜਿੰਨੇ ਵੀ ਇੰਡੀਆ ਦੇ ਕਾਨੂੰਨ ਸੀ ਉਹ ਇੰਡੀਆ 'ਚ ਐਪਲੀਕੇਬਲ ਹੁੰਦੇ ਸੀ ਐਕਸੈਪਟ ਜੰਮੂ ਐਂਡ ਕਸ਼ਮੀਰ। ਇਹ ਵਰਡ ਹਰੇਕ ਲਾਅ ਦੇ ਵਿੱਚ ਲਿਖਿਆ ਸੀ ਵੀ ਐਕਸੈਪਟ ਜੰਮੂ ਐਂਡ ਕਸ਼ਮੀਰ। ਰਿਟਨ ਹੈਗਾ ਸਾਰਾ ਕੁਝ। ਰਿਟਨ ਉਸ ਤਰੀਕ ਤੋਂ ਪਹਿਲਾਂ ਸੀਗਾ। ਪਹਿਲਾਂ ਸੀ। ਠੀਕ ਹੈ। 5 ਅਗਸਤ 2019 ਤੋਂ ਪਹਿਲਾਂ ਸੀ। ਜਦੋਂ ਉਹਨਾਂ ਨੇ ਆਦੇਸ਼ ਲਿਆਂਦਾ, ਇੱਕ ਆਰਡਰ ਜਿਹੜਾ ਸੀਗਾ ਲਿਆਂਦਾ ਰੀਆਰਗੇਨਾਈਜੇਸ਼ਨ ਦਾ, ਜਦੋਂ ਯੂਨੀਅਨ ਟੈਰੀਟਰੀ ਬਣਾ ਦੀ, ਉਦੋਂ ਬਾਅਦ ਜਿੰਨੇ ਇੰਡੀਆ ਦੇ ਕਾਨੂੰਨ ਆ ਸਾਰੇ ਉੱਥੇ ਅਪਲਾਈਡ ਹੋ ਗਏ ਇਸ ਵੇਲੇ ਜੀ। ਉਸ ਤੋਂ ਪਹਿਲਾਂ ਵਾਲੀ ਪਿਕਚਰ ਇਹ ਸੀ ਵੀ ਉੱਥੇ ਡਿਊਲ ਸਿਟੀਜ਼ਨ ਸੀਗੀ ਜੀ। ਜੰਮੂ ਐਂਡ ਕਸ਼ਮੀਰ 'ਚ 2 ਪ੍ਰਕਾਰ ਦੀ ਸਿਟੀਜ਼ਨ ਸੀ ਜਿਹੜੀ ਬੰਦਿਆਂ ਨੂੰ ਮਿਲਦੀ ਸੀ। ਜਿਹੜੇ ਟੈਂਪਰੇਰੀ ਸੀ ਉਹਨਾਂ ਨੂੰ ਟੈਂਪਰੇਰੀ ਸਿਟੀਜ਼ਨ ਸੀ, ਜਿਹੜੇ ਪਰਮਾਨੈਂਟ ਸੀ ਉਹਨਾਂ ਨੂੰ ਪਰਮਾਨੈਂਟ ਸਿਟੀਜ਼ਨ ਸੀ, ਜਿੱਦਾਂ ਅਮਰੀਕਾ 'ਚ ਹੁੰਦੀ ਹੈ ਜੀ। ਠੀਕ ਹੈ। ਸਟੇਟ ਦੀ ਵੱਖਰੀ ਸਿਟੀਜ਼ਨ ਹੈ, ਕੰਟਰੀ ਦੀ ਵੱਖਰੀ ਸਿਟੀਜ਼ਨ ਹੈ। ਇਸੇ ਤਰ੍ਹਾਂ ਜੰਮੂ ਐਂਡ ਕਸ਼ਮੀਰ ਦੀ ਸੀਗੀ। ਉੱਥੇ ਪਬਲਿਕ ਅਪਾਇੰਟਮੈਂਟ 'ਚ ਕਸ਼ਮੀਰੀ ਜੋ ਲੋਕ ਸੀਗੇ ਜੰਮੂ ਐਂਡ ਕਸ਼ਮੀਰ ਦੇ, ਉਹਨਾਂ ਨੂੰ ਪਹਿਲ ਦਿੱਤੀ ਜਾਂਦੀ। ਸਾਡਾ ਕੋਈ ਰਾਈਟ ਨਹੀਂ ਸੀ ਅੱਜ ਤੱਕ, ਜਦੋਂ ਤੱਕ ਧਾਰਾ 370 ਲੱਗੀ ਸੀ। ਹੁਣ ਹਟਣ ਤੋਂ ਬਾਅਦ ਹੁਣ ਰੀਸੈਂਟਲੀ ਹੁਣੇ ਹਾਈ ਕੋਰਟ ਦੀਆਂ ਵੀ ਪੋਸਟ ਆਈਆਂ ਉੱਥੇ, ਉਹ ਥਰੂ ਆਊਟ ਇੰਡੀਆ ਅਪਲਾਈਡ ਹੈ। ਠੀਕ ਹੈ। ਥਰੂ ਆਊਟ ਇੰਡੀਆ ਵਾਲੇ ਬੰਦੇ ਉੱਥੇ ਜਾ ਕੇ ਅਪਲਾਈ ਕਰ ਸਕਦੇ, ਕੰਪੀਟੀਟ ਕਰ ਸਕਦੇ, ਅਨਲੈਸ ਐਂਡ ਅੰਟਿਲ ਉਹ ਉੱਥੋਂ ਦੀਆਂ ਕੰਡੀਸ਼ਨਾਂ ਫੁੱਲਫਿਲ ਕਰਨ। ਜਾਣੀ ਉਹ ਜਿਹੜੀਆਂ ਹਾਈ ਕੋਰਟ ਦੀਆਂ ਹੁਣ ਪੋਸਟਾਂ ਨਿਕਲੀਆਂ ਉਹਦੇ ਵਿੱਚ ਕੋਈ ਪੰਜਾਬੀ ਵੀ ਜੱਜ ਬਣ ਸਕਦਾ? ਸਾਰੇ ਬਣ ਸਕਦੇ। ਠੀਕ ਹੈ ਜੀ। ਕੋਈ ਰੋਕ ਨਹੀਂ। ਬਸ ਉਹ ਕੰਡੀਸ਼ਨ ਆ ਉੱਥੋਂ ਦੀ ਕਸ਼ਮੀਰੀ ਆਉਣੀ ਚਾਹੀਦੀ ਹੈ ਉਹਨਾਂ ਨੂੰ ਜੀ। ਲੋਕਲ ਭਾਸ਼ਾ ਉਹ ਆਉਣੀ ਚਾਹੀਦੀ ਹੈ, ਉਹ ਜਿਹੜੀ ਉਹਨਾਂ ਦੀ ਹਾਈ ਕੋਰਟ ਦੀ ਸਾਈਡ ਤੇ ਕੰਡੀਸ਼ਨਾਂ ਦੱਸੀਆਂ। ਹਾਂ, ਇੱਕ ਉਹ ਹੈ ਵੀ ਹੁਣ ਆਪਣੀ ਗੱਲ ਚੱਲੀ ਵੀ A ਕਲਾਸ ਦੀਆਂ ਆਫੀਸਰਸ ਦੀਆਂ ਪੋਸਟਾਂ ਰਿਜ਼ਰਵ ਕਰ ਦਈਏ ਜਾਂ B ਕਲਾਸ ਦੀਆਂ ਜਾਂ C ਕਲਾਸ ਦੀਆਂ। ਇਹ ਸਰਕਾਰਾਂ ਮਤਲਬ ਜਿੱਦਾਂ ਜੰਮੂ ਐਂਡ ਕਸ਼ਮੀਰ 'ਚ ਹੈ ਜੀ, ਉੱਥੇ ਉਹਨਾਂ ਨੇ C ਕਲਾਸ ਦੀਆਂ ਪੋਸਟਾਂ ਹੈ ਉਹ ਰਿਜ਼ਰਵ ਕਰ ਲਈਆਂ ਲੋਕਲ ਫॉर ਰੈਜ਼ੀਡੈਂਟ ਪਰਪਸ ਵਾਸਤੇ, ਕਿ ਜਿਹੜੇ ਜੰਮੂ ਕਸ਼ਮੀਰ ਦੇ ਰੈਜ਼ੀਡੈਂਟਸ ਹੋਣਗੇ ਉਹਨਾਂ ਨੂੰ ਫॉर ਦਾ ਟਾਈਮ ਬੀਇੰਗ ਕੋਈ ਪਰਮਾਨੈਂਟ ਨਹੀਂ ਹੈ। ਠੀਕ ਹੈ ਜੀ। 5 ਸਾਲ 10 ਸਾਲ ਉਹ ਉਹਨਾਂ ਨੇ ਉਹਦੇ 'ਚ ਲਿਖਿਆ ਹੈ ਵੀ ਜਦੋਂ ਤੱਕ ਇੱਥੋਂ ਦੀ ਸਰਕਾਰ ਨਹੀਂ ਬਣਦੀ, ਸਟੇਟ ਲੈਜਿਸਲੇਟਿਵ ਅਸੈਂਬਲੀ ਜਦੋਂ ਤੱਕ ਹੋਂਦ 'ਚ ਨਹੀਂ ਆਉਂਦੀ, ਕਿਉਂਕਿ ਅੱਜ ਤਾਂ ਉੱਥੇ ਗਵਰਨਰ ਰੂਲ ਹੀ ਚੱਲ ਰਿਹਾ ਜੀ। ਠੀਕ ਹੈ। ਜਦੋਂ ਤੱਕ ਉਹ ਹੋਂਦ 'ਚ ਨਹੀਂ ਆਉਂਦੀ ਤਾਂ ਸਰਕਾਰ ਚਾਹੇ ਤਾਂ ਇਹਨੂੰ 5 ਸਾਲ ਐਕਸਟੈਂਡ ਕਰ ਸਕਦੀ ਹੈ, ਜੇ ਸਰਕਾਰ ਚਾਹੇ ਤਾਂ ਇਹਨੂੰ ਘੱਟ ਵੀ ਸਕਦੀ ਹੈ। ਇਹ ਇੱਕ ਉਹਨਾਂ ਨੇ ਛੱਡਿਆ ਹੋਇਆ ਓਨਲੀ ਫॉर C ਕਲਾਸ ਪੋਸਟਸ। ਬਿਲਕੁਲ ਠੀਕ ਹੈ ਜੀ। A ਕਲਾਸ B ਕਲਾਸ ਲਈ ਨਹੀਂ। 4th ਕਲਾਸ ਦੀਆਂ ਜਿਹੜੀਆਂ ਪੋਸਟਾਂ ਹੋਣਗੀਆਂ ਜੋ PN ਲੱਗਣੇ ਜਾਂ ਅਸਿਸਟੈਂਟ ਕਿਸੇ ਵੀ ਡਿਪਾਰਟਮੈਂਟ 'ਚ ਲੱਗਣੇ, ਉਹ ਉੱਥੋਂ ਦੇ ਰੈਜ਼ੀਡੈਂਟਸ ਹੀ ਅਪਲਾਈ ਹੋਣ। ਰੈਜ਼ੀਡੈਂਟਸ 'ਚ ਵੀ 2 ਪ੍ਰਕਾਰ ਦੇ ਰੈਜ਼ੀਡੈਂਟਸ ਹੋ ਗਏ। ਠੀਕ ਹੈ ਜੀ। ਇੱਕ ਹੋ ਗਏ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਉੱਥੋਂ ਦੇ ਜੰਪਲ ਨੇ ਜੀ। ਠੀਕ ਹੈ। ਇੱਕ ਹੋ ਗਏ ਵੀ ਜਿਹੜਾ ਹੁਣ ਫੋਰ ਐਗਜ਼ਾਮਪਲ ਤੁਸੀਂ ਆਰਮਡ ਫੋਰਸਿਸ 'ਚ ਨੌਕਰੀ ਕਰ ਰਹੇ ਹੋ, ਤੁਸੀਂ 10 ਸਾਲ ਉੱਥੇ ਸਰਵਿਸ ਕਰ ਲਈ, ਤੁਹਾਡਾ ਅਧਿਕਾਰ ਨਹੀਂ ਗਾ, ਸਾਡਾ ਅਧਿਕਾਰ ਵੀ ਹੈ। ਉੱਥੇ ਉਹਨਾਂ ਨੇ ਕਿਹਾ ਵੀ ਕੋਈ ਵੀ ਆਫੀਸਰ ਕਿਸੇ ਹੋਰ ਸਟੇਟ ਦਾ ਕਿਸੇ ਸੈਂਟਰ ਗਵਰਨਮੈਂਟ ਦੀ ਨੌਕਰੀ ਦੇ ਕਰ ਰਿਹਾ, ਜੇ ਉਹਨੇ 10 ਸਾਲ ਉੱਥੇ ਨੌਕਰੀ ਕਰ ਲਈ ਤਾਂ ਉਹ ਉੱਥੇ ਐਲੀਜੀਬਲ ਹੋ ਗਿਆ ਉਸ ਪੋਸਟ ਲਈ ਰੈਜ਼ੀਡੈਂਸ ਵਾਸਤੇ। ਔਰ ਉਹਦੇ 'ਚ ਇਹ ਵੀ ਲਿਖਿਆ ਹੋਇਆ ਵੀ ਜੇ ਬੰਦਾ ਕੋਈ ਵੀ ਫੋਰ ਐਗਜ਼ਾਮਪਲ ਸਾਡੇ ਪਠਾਨਕੋਟ ਦਾ ਨਿਆਣਾ ਉਹ ਪੜ੍ਹਾਈ ਕਰਨ ਵਾਸਤੇ ਚਲਾ ਗਿਆ ਜੰਮੂ, ਉਹਨੇ 7 ਸਾਲ ਉੱਥੇ ਪੜ੍ਹਾਈ ਕੀਤੀ ਤਾਂ ਉਹ ਵੀ ਰੈਜ਼ੀਡੈਂਸ ਵਿੱਚ ਗਿਣਿਆ ਜਾਊਗਾ, ਕਿਉਂਕਿ ਇਦਾਂ ਦੇ ਕਾਨੂੰਨ ਉਹਨਾਂ ਨੇ ਇੱਕ ਟਾਈਮ ਪੀਰੀਅਡ ਉਹਨਾਂ ਨੇ ਸੈੱਟ ਕਰਤਾ ਕਿ ਇਸ ਬੰਦੇ ਨੂੰ ਅਸੀਂ ਰੈਜ਼ੀਡੈਂਸ ਮੰਨਾਂਗੇ, ਇਸ ਨੂੰ ਰੈਜ਼ੀਡੈਂਸ ਨਹੀਂ ਮੰਨਾਂਗੇ। ਤਾਂ ਕਿਉਂਕਿ ਇਹ ਜੋ ਹੈ ਇਹ ਇੱਕ ਰੀਜ਼ਨੇਬਲ ਅਪਰਚੁਨਿਟੀ ਹੈ ਜੀ। ਰੀਜ਼ਨੇਬਲ ਅਪਰਚੁਨਿਟੀ ਫॉर ਦਾ ਪਰਪਸ ਆਫ ਵਟ? ਕਿਹਨਾਂ ਨੂੰ? ਜਿਹੜੇ ਲੋਕ ਹਜੇ ਤੱਕ ਪਿੰਡਾਂ 'ਚ ਰਹਿ ਰਹੇ, ਜਿਨ੍ਹਾਂ ਤੱਕ ਇਹ ਰਿਸੋਰਸ ਹਜੇ ਤੱਕ ਨਹੀਂ ਪਹੁੰਚਿਆ, ਜਿਹੜੇ ਲੋਕ ਹਜੇ ਵੀ ਅਸੀਂ ਕਹਿ ਦਿੰਦੇ ਬੈਕਵਰਡ ਏਰੀਏ 'ਚ ਆ ਰਹੇ ਹੈ। ਠੀਕ ਹੈ। ਜਿਨ੍ਹਾਂ ਨੂੰ ਹਜੇ ਤੱਕ ਅਪਰਚੁਨਿਟੀਆਂ ਨਹੀਂ ਮਿਲੀਆਂ ਗਈਆਂ ਜੀ। ਬਿਲਕੁਲ ਠੀਕ ਹੈ ਜੀ। ਕਿਉਂਕਿ ਅਸੀਂ ਰਿਜ਼ਰਵੇਸ਼ਨ ਦਾ ਇਸੇ ਪਰਪਸ ਲਈ ਹੀ ਸਮਝਦੇ ਹਾਂ। ਠੀਕ ਹੈ ਡਾਕਟਰ ਸਾਹਿਬ, ਮੈਨੂੰ ਲੱਗਦਾ ਸਰਕਾਰੀ ਨੌਕਰੀਆਂ ਵਾਲਾ ਆਪਾਂ ਚੈਪਟਰ ਹੁਣ ਕਰ ਦੇਣਾ ਕਲੋਜ਼। ਮੈਂ ਇੱਕ ਵਾਰ ਫੇਰ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੋਲੇ ਅਥੈਂਟਿਕ ਜਾਣਕਾਰੀ ਹੋਵੇ, ਤੱਥ ਹੋਣ ਤੁਹਾਡੇ ਕੋਲ ਕਿ ਅਸਲ ਦੇ ਵਿੱਚ ਕੀ ਹੈ। ਕੱਲ੍ਹ ਨੂੰ ਕੋਈ ਵੀ ਸਟੇਟਮੈਂਟ ਆਉਂਦੀ ਹੈ, ਕੋਈ ਰਾਜਨੀਤਿਕ ਲੀਡਰ, ਕੋਈ ਹੋਰ ਕਿਸੇ ਕਿਸਮ ਦਾ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਆਉਂਦੀ ਹੈ ਜੀ, ਇਹ ਹੋਣਾ ਚਾਹੀਦਾ, ਕੀ ਮੌਜੂਦਾ ਹਾਲਾਤ ਦੇ ਵਿੱਚ ਉਹ ਸੰਭਵ ਹੈ? ਕੀ ਸੰਵਿਧਾਨ ਦੇ ਵਿੱਚ ਕੋਈ ਸੋਧ ਕੀਤੇ ਜਾਣ ਤੋਂ ਬਿਨਾਂ ਉਹ ਸੰਭਵ ਹੈ ਜੋ ਮੌਜੂਦਾ ਹਾਲਾਤ ਨੇ ਭਾਰਤ ਦੇ ਕੌਂਸਟੀਟਿਊਸ਼ਨ ਦੇ? ਤੇ ਜੋ ਡਾਕਟਰ ਬਸੰਤ ਸਿੰਘ ਸੰਧਵਾ ਸਾਹਿਬ ਨੇ ਦੱਸਿਆ ਕਿ ਇਸ ਵੇਲੇ ਕੋਈ ਵੀ ਸੂਬਾ ਸਰਕਾਰ ਕੁਝ ਚੀਜ਼ਾਂ ਨੂੰ ਛੱਡ ਕੇ ਬਿਲਕੁਲ ਵੀ ਆਪਣੇ ਸੂਬੇ ਦੇ ਵਿੱਚ ਸਰਕਾਰੀ ਨੌਕਰੀਆਂ ਜਿਹੜੀਆਂ ਉਹ ਸੂਬੇ ਦੇ ਲੋਕਾਂ ਦੇ ਲਈ ਰਿਜ਼ਰਵ ਨਹੀਂ ਕਰ ਸਕਦੇ। ਹਾਂ, ਆ ਭਾਸ਼ਾ ਦੀ ਕੰਡੀਸ਼ਨ ਇੱਕ ਵੱਖਰੀ ਗੱਲ ਹੈ। ਹੁਣ ਆਉਂਦੇ ਆ ਨਿੱਜੀ ਖੇਤਰ, ਪ੍ਰਾਈਵੇਟ ਨੌਕਰੀਆਂ ਜਿਹੜੀਆਂ। ਡਾਕਟਰ ਸਾਹਿਬ ਫਿਰ ਰੌਲਾ ਪੈਂਦਾ ਸੀ ਕਿ ਪੰਜਾਬ ਦੇ ਵਿੱਚ ਹੁਣ ਫੈਕਟਰੀਆਂ ਲੱਗਣੀਆਂ ਜੀ, ਪੰਜਾਬ ਦੇ ਵਿੱਚ ਇਨਵੈਸਟਮੈਂਟ ਆਉਣੀ ਜੀ। ਜਿਹੜੀ ਵੀ ਸਰਕਾਰ ਆਉਂਦੀ ਹੈ ਸਭ ਤੋਂ ਪਹਿਲਾਂ ਨਾ ਸੱਦਾ ਪੱਤਰ ਭੇਜਿਆ ਜਾਂਦਾ ਕਿ ਆ ਕੇ ਇੱਥੇ ਜੀ ਇਨਵੈਸਟ ਕਰੋ, ਸਾਡਾ ਤਾਂ ਇੱਥੇ ਬਹੁਤ ਵਧੀਆ ਕੰਮ ਹੈ। ਫਿਰ ਉਹਦਾ ਰੌਲਾ ਪੈ ਗਿਆ ਜੀ ਜ਼ਮੀਨਾਂ ਤਾਂ ਸਾਡੀਆਂ, ਪ੍ਰਦੂਸ਼ਣ ਫੈਲਾਉਣਾ ਸਾਡੇ, ਕੱਚਾ ਮਾਲ ਸਾਡਾ, ਮੁਨਾਫਾ ਇਹਨਾਂ ਦਾ, ਤੇ ਬਾਹਰੋਂ ਬੰਦੇ ਵੀ ਲਿਆ ਕੇ ਬਾਹਰੋਂ ਰੱਖੀ ਜਾਂਦੇ ਆ।
ਫਿਰ ਰੌਲਾ ਪੈ ਗਿਆ ਜੀ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਨਿੱਜੀ ਨੌਕਰੀਆਂ ਜਿਹੜੀਆਂ ਨੇ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਮਿਲਣ। ਕੀ ਕੋਈ ਸੂਬਾ ਸਰਕਾਰ ਜਾਂ ਪੰਜਾਬ ਸਰਕਾਰ ਜਿਹੜੇ ਨਿੱਜੀ ਖੇਤਰ ਹੈ ਜਿਹੜਾ ਉਹਦੇ ਵਿੱਚ ਇਦਾਂ ਦੀ ਕੋਈ ਰਿਜ਼ਰਵੇਸ਼ਨ ਦਾ ਪ੍ਰੋਵੀਜ਼ਨ ਕਰ ਸਕਦੀ ਹੈ? ਅਧਿਕਾਰ ਖੇਤਰ ਹੈਗਾ ਕਿ ਕਨਸਟੀਟਿਊਸ਼ਨ ਬ੍ਰੇਕਾਂ ਲਾਉਂਦਾ? ਦੇਖੋ ਜੀ, ਇਹ ਚਰਚਾ ਪੰਜਾਬ 'ਚ ਉਦੋਂ ਛਿੜੀ ਸੀ ਜਦੋਂ ਆਪਣੇ ਫਾਰਮਰ CM ਸਾਹਿਬ ਚੰਨੀ ਸਾਹਿਬ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਜੇ ਸਰਕਾਰ ਦੀ ਹੋਂਦ 'ਚ ਆਇਆ ਨਵੰਬਰ 21 ਤਾਂ ਜੋ ਮੈਂ ਪ੍ਰਾਈਵੇਟ ਸੈਕਟਰ 'ਚ ਪੰਜਾਬੀਆਂ ਲਈ ਨੌਕਰੀਆਂ ਰਾਖਵੀਆਂ ਜੀ ਕਰ ਦਿੱਤੀਆਂ ਜਾਣਗੀਆਂ। ਤਾਂ ਮੈਂ ਪਹਿਲਾਂ ਤਾਂ ਜਵਾਬ ਦਿੰਦਾ ਵੀ ਹਾਂ, ਸਰਕਾਰ ਕਰ ਸਕਦੀ ਹੈ। ਅੱਛਾ, ਨਿੱਜੀ ਖੇਤਰ 'ਚ ਸਰਕਾਰ ਕਰ ਸਕਦੀ ਹੈ, ਬਟ ਉਹਦੇ ਵਾਸਤੇ ਵੀ ਕਈ ਕੰਡੀਸ਼ਨਾਂ ਹੈ ਜੋ ਤੁਹਾਨੂੰ ਦੱਸਦੀਆਂ ਵੀ ਹਾਂ ਕਿੱਦਾਂ ਕਰ ਸਕਦੀ ਹੈ, ਕਿਉਂਕਿ ਹਰੇਕ ਚੀਜ਼ ਨੂੰ ਕਰਨ ਦਾ ਇੱਕ ਤਰੀਕਾ ਹੈ। ਜੇ ਅਸੀਂ ਕਾਨੂੰਨੀ ਤਰੀਕੇ ਨਾਲ, ਕਿਉਂਕਿ ਇਹਦੇ ਵਿੱਚ ਕਾਨੂੰਨ ਦਾ ਬਹੁਤ ਵੱਡਾ ਯੋਗਦਾਨ ਹੈ, ਜੇ ਅਸੀਂ ਉਸ ਤਰੀਕੇ ਨੂੰ ਬਣਾਵਾਂਗੇ ਤਾਂ ਅੱਗੇ ਜਾ ਕੇ ਫਿਰ ਉਹ ਹਾਸਲ ਫ੍ਰੀ ਹੋ ਜਾਂਦਾ, ਕਿਉਂਕਿ ਇੱਕ ਸਟੇਟਮੈਂਟ ਦੇਣੀ, ਇੱਕ ਉਸ ਨੂੰ ਲਾਗੂ ਕਰਨਾ, ਦੋਨਾਂ 'ਚ ਬਹੁਤ ਅੰਤਰ ਹੈ। ਕਿਉਂਕਿ ਕਈ ਸਟੇਟਮੈਂਟਾਂ ਇੱਦਾਂ ਦੀਆਂ ਹੋ ਜਾਂਦੀਆਂ ਵੀ ਸਟੇਟਮੈਂਟ ਦਿੱਤੀ ਰਹਿ ਗਈ ਬਟ ਉਹ ਲਾਗੂ ਨਹੀਂ ਹੋਈ, ਫਿਰ ਲੋਕਾਂ ਤੱਕ ਉਹਦਾ ਅਸਰ ਕੋਈ, ਅਸੀਂ ਕਹਿੰਦੇ ਵੀ ਅਸਰ ਸੂਖ ਵਾਲੀ ਗੱਲ ਨਹੀਂ ਹੁੰਦੀ ਜੇ ਉਹ ਲੋਕਾਂ ਤੱਕ ਉਹ ਪੋਜ਼ਿਟਿਵ 'ਚ ਨਾ ਪਹੁੰਚੇ। ਤਾਂ ਇਹਦੇ 'ਚ ਹੁਣ ਵੀ ਹਾਂ ਪ੍ਰਾਈਵੇਟ ਸੈਕਟਰ 'ਚ ਕਰ ਸਕਦੀ ਹੈ ਕਿ ਨਹੀਂ। 2020 'ਚ ਹਰਿਆਣਾ ਨੇ ਕੀਤਾ ਕਿ ਪਬਲਿਕ ਲੋਕਲ ਕੈਂਡੀਡੇਟਸ ਐਕਟ ਪਾਸ ਕੀਤਾ 2020 ਇਹਨਾਂ ਨੇ, ਉਹ ਹਜੇ ਹਾਈ ਕੋਰਟ ਦੇ ਸਟੇ ਲਾਤਾ, ਉਹ ਸੁਪਰੀਮ ਕੋਰਟ ਚਲਾ ਗਿਆ। ਨਹੀਂ, ਪਰ ਇੱਥੇ ਤਾਂ ਇਹ ਰੌਲਾ ਪੈਂਦਾ ਜੇ ਹਰਿਆਣਾ ਕਰ ਸਕਦਾ ਤੁਸੀਂ ਵੀ ਕਰੋ, ਉਹ ਲਾਗੂ ਨਹੀਂ ਹੋਇਆ। ਉਹ ਲਾਗੂ ਨਹੀਂ ਹੋਇਆ, ਉਹਦਾ ਵੀ ਕੋਈ ਰੀਜ਼ਨ ਹੈ ਵੀ ਆਰਬਿਟਰੀਨੈਸ ਦੱਸਿਆ ਗਿਆ ਵੀ ਉਹਨਾਂ ਨੇ ਜਾਣਬੁੱਝ ਕੇ ਜੁਮਲਾ ਛੱਡਤਾ, ਠੀਕ ਹੈ, ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ। ਬਟ ਕਈ ਹੋਰ ਸਟੇਟਾਂ ਵੀ ਹੈਗੀਆਂ, ਕਰਨਾਟਕਾ ਹੈਗੀ ਜਿੱਥੇ ਉਹਨਾਂ ਨੇ ਕੰਨੜਸ ਨੂੰ 75% ਦਿੱਤਾ, ਮੱਧ ਪ੍ਰਦੇਸ਼ ਹੈਗੀ, ਲਾਗੂ ਹੈ ਜੀ? ਹਾਂਜੀ ਉਹ ਲਾਗੂ ਹੈਗਾ। ਉੱਥੇ ਉਹਨਾਂ ਨੇ ਰੀਜ਼ਨੇਬਲ ਰਿਸਟ੍ਰਿਕਸ਼ਨਾਂ ਲਾ ਕੇ ਉਹਨੂੰ ਲਾਗੂ ਕਰਵਾਇਆ। ਨਹੀਂ, ਇਹ ਜਿਹੜਾ ਤੁਸੀਂ ਆ ਸ਼ਬਦ ਬੋਲਿਆ ਨਾ ਰੀਜ਼ਨੇਬਲ ਰਿਸਟ੍ਰਿਕਸ਼ਨ, ਇਹ ਸਾਨੂੰ ਆਮ ਬੰਦੇ ਨੂੰ ਨਹੀਂ ਸਮਝ ਆਉਂਦਾ। ਰੀਜ਼ਨੇਬਲ ਰਿਸਟ੍ਰਿਕਸ਼ਨਾਂ ਹੋ ਗਈਆਂ ਵੀ ਕੁਛ ਨਾ ਕੁਛ ਤੁਹਾਨੂੰ ਉਹਦੇ ਤੇ ਉਹਦਾ ਬੇਸ ਬਣਾਉਣਾ ਪਊਗਾ। ਠੀਕ ਹੈ ਜੀ, ਵੀ ਅਸੀਂ ਕਿਉਂ ਦਿੱਤੀ। ਫੋਰ ਐਗਜ਼ਾਮਪਲ ਅਸੀਂ ਪੰਜਾਬ 'ਚ ਕਿਸੇ ਵੀ ਜ਼ਿਲ੍ਹੇ 'ਚ ਮੁਹਾਲੀ, ਫਰੀਦਕੋਟ, ਕਿਤੇ ਵੀ ਅਸੀਂ ਕਹਿੰਦੇ ਹਾਂ ਵੀ ਅਸੀਂ ਕੋਈ ਜਗ੍ਹਾ ਖਰੀਦੀ ਜੀ, ਜਗ੍ਹਾ ਲਈ ਪੰਚਾਇਤੀ ਜ਼ਮੀਨ ਸੀ ਸਾਡੀ, ਪੰਚਾਇਤ ਕੋਲ 50 ਏਕੜ ਜ਼ਮੀਨ ਸੀ ਜੀ, ਠੀਕ ਹੈ। ਉੱਥੇ ਅਸੀਂ ਕਿਹਾ ਵੀ ਸਾਡੇ ਕਿਸੇ ਵੀ ਸਰਕਾਰੀ ਮੰਤਰੀ ਨੇ ਜਾਂ ਕਿਸੇ ਨੇ ਵੀ ਕਹਿਤਾ ਵੀ ਅਸੀਂ ਇੱਥੇ ਫੈਕਟਰੀ ਖੋਲਾਂਗੇ ਅਤੇ ਆਹ ਬੰਦੇ ਅਸੀਂ ਇਨਵੈਸਟਰ ਹੈ, ਇਹਨਾਂ ਨੂੰ ਇਹ ਜ਼ਮੀਨ ਦੇਵਾਂਗੇ। ਪੰਚਾਇਤ ਨੇ ਸਹਿਮਤੀ ਪ੍ਰਗਟ ਕਰਤੀ ਵੀ ਠੀਕ ਹੈ, ਤੁਸੀਂ ਇੱਦਾਂ ਕਰੋ, ਅਸੀਂ ਪੰਚਾਇਤੀ ਜ਼ਮੀਨ ਤੁਹਾਨੂੰ ਦੇ ਦਿਆਂਗੇ, ਤੁਸੀਂ ਇੱਥੇ ਫੈਕਟਰੀ ਲਾਓ, ਜੋ ਮਰਜ਼ੀ ਕਰੋ। ਬਟ ਜੇ ਇਸ ਫੈਕਟਰੀ 'ਚ ਜਿਹੜਾ ਕਲਾਸ 4 ਹੈ ਵੀ ਸਾਡੇ ਜੇ +2 ਬੱਚਾ ਪਾਸ ਹੈ ਤਾਂ ਉਹਨੂੰ ਕਲਾਸ 4 ਦੇ ਪਹਿਲ ਦੇ ਆਧਾਰ 'ਤੇ ਰੱਖਿਆ ਜਾਵੇ, ਠੀਕ। ਜੇ ਪਹਿਲ ਦੇ ਆਧਾਰ 'ਤੇ ਰੱਖਿਆ ਜਾਵੇ, ਜੇ ਸਾਡੇ ਨਿਆਣਾ ਕੋਈ ਇੱਥੇ ਇੰਜੀਨੀਅਰ ਪੈਦਾ ਹੋ ਗਿਆ ਜਾਂ ਪੜ੍ਹ ਕੇ ਲਿਖਿਆ ਤਾਂ ਉਹਨੂੰ ਨੌਕਰੀ 'ਚ ਅਪਰਚੁਨਿਟੀ ਦਿੱਤੀ ਜਾਵੇ, ਠੀਕ ਹੈ। ਇਹ ਹੋ ਗਿਆ ਜੀ ਰੀਜ਼ਨੇਬਲ ਰਿਸਟ੍ਰਿਕਸ਼ਨ। ਨਹੀਂ, ਇਹ ਨਹੀਂ ਕਿ ਗਿਵ ਐਂਡ ਟੇਕ ਹੋ ਗਿਆ ਵੀ ਸਿਰਫ ਸਾਡਾ ਹੀ ਰੱਖਿਆ ਜਾਵੇ, ਇਹ ਨਹੀਂ, ਪਹਿਲ ਦੇ ਆਧਾਰ 'ਤੇ ਰੱਖਿਆ ਜਾਵੇ ਵੀ ਹਾਂ ਜੇ ਉਹ ਕੁਆਲੀਫਾਈਡ ਪੂਰਾ ਕਰਦਾ, ਇੰਨੀ ਕੁ ਮਾਨਤਾ ਦਿੰਦਾ, ਇੰਨੀ ਕੁ ਮਾਨਤਾ ਕਰ ਸਕਦੇ। ਕਿਉਂਕਿ ਅਸੀਂ ਜਿੱਦਾਂ ਕਈ ਪ੍ਰਕਾਰ ਦੇ ਐਜੂਕੇਸ਼ਨਲ ਇੰਸਟੀਟਿਊਸ਼ਨ ਖੋਲ੍ਹੇ ਜਾਂਦੇ ਆ ਤਾਂ ਉੱਥੇ ਵੀ ਇਹ ਹੁੰਦੀਆਂ ਕਿ ਕੋਈ ਸਰਕਾਰੀ ਜ਼ਮੀਨ ਜਾਂ ਪੰਚਾਇਤੀ ਸ਼ਾਮਲਾਟ ਜ਼ਮੀਨ ਅਸੀਂ ਦਿੰਦੇ ਹਾਂ ਤਾਂ ਉਹ ਪਿੰਡ ਵਾਲੇ ਲੋਕ ਰੱਖ ਲੈਂਦੇ ਵੀ ਸਾਡੇ ਵੀ ਜੇ ਤੂੰ ਕੋਈ ਐਜੂਕੇਸ਼ਨ ਇੰਸਟੀਟਿਊਸ਼ਨ ਖੋਲ੍ਹਿਆ ਗਿਆ ਤਾਂ ਭਾਈ ਸਾਡੇ 5 ਬੱਚੇ ਸਾਡੇ ਪਿੰਡ ਦੇ ਜੇ ਕੱਲ੍ਹ ਨੂੰ ਐਲੀਜੀਬਲ ਹੈਗੇ ਆ ਪੜ੍ਹਨ ਵਾਸਤੇ ਤਾਂ ਉਹਨਾਂ ਨੂੰ ਵੀ ਸੀਟਾਂ ਰਿਜ਼ਰਵ ਕੀਤੀਆਂ ਜਾਂਦੀਆਂ, ਜਾਂ ਫੀਸ ਸੱਦੀ ਛੱਡ ਦਿਓ ਜਾਂ ਕੁਛ ਵੀ। ਹਾਂਜੀ, ਜਿੱਦਾਂ ਹੁਣ ਸਾਡੀ ਯੂਨੀਵਰਸਿਟੀ 'ਚ ਹੈ। ਕਿਹੜੀ ਯੂਨੀਵਰਸਿਟੀ? ਮੇਰੀ ਯੂਨੀਵਰਸਿਟੀ ਹੈ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ, ਪੰਜਾਬ ਜੀ। ਤਾਂ ਉਹ ਸਿੱਧੂਵਾਲ ਪਿੰਡ 'ਚ ਵਸੀ ਹੋਈ ਹੈ ਯੂਨੀਵਰਸਿਟੀ। ਸਿੱਧੂਵਾਲ ਵਾਲੇ ਪਿੰਡ ਵਾਲੇ ਲੋਕਾਂ ਨੇ 50 ਏਕੜ ਜ਼ਮੀਨ ਦਿੱਤੀ, 51 ਏਕੜ, ਤਾਂ ਉੱਥੇ ਸਾਡੀ ਯੂਨੀਵਰਸਿਟੀ ਇਸਟੈਬਲਿਸ਼ ਹੋਈ। ਅਤੇ ਹੁਣ ਅਦਰਵਾਈਜ਼ ਸਾਡੇ ਕੋਈ ਕੋਟਾ ਨਹੀਂ ਹੈ ਕਿਸੇ ਸਟੇਟ ਦਾ, ਠੀਕ ਹੈ ਜੀ। ਨੈਸ਼ਨਲ ਲੈਵਲ ਦਾ ਟੈਸਟ ਹੋਊਗਾ, ਟੈਸਟ 'ਚ ਜੋ ਬੱਚੇ ਕਲੈਟ ਕਲੀਅਰ ਹੋ ਕਰਕੇ ਆਉਣਗੇ ਉਹਨਾਂ ਨੂੰ ਐਡਮਿਸ਼ਨ ਦਿੱਤੀ ਜਾਏਗੀ। ਬਟ ਇੱਕ ਸੀਟ ਸਿੱਧੂਵਾਲ ਪਿੰਡ ਵਾਸਤੇ ਰਿਜ਼ਰਵ ਹੈ। ਇੱਕ ਸੀਟ, ਠੀਕ ਹੈ ਜੀ। ਇਹ ਰੀਜ਼ਨੇਬਲ ਹੈ, ਠੀਕ ਹੈ ਜੀ। ਇਹਦੇ 'ਚ ਕੋਈ ਬਾਈਫਰਕੇਸ਼ਨ ਨਹੀਂ, ਵੀ ਕੋਈ ਡਿਸਕ੍ਰਿਮੀਨੇਟਰੀ ਨਹੀਂ ਹੈ, ਇੱਕ ਸੀਟ ਤਾਂ ਕਰ ਹੀ ਸਕਦੇ ਜੀ। ਹੁਣ ਕੋਈ ਵੀ ਬੱਚਾ ਜੇ ਮੈਰਿਟ ਦੇ ਆਧਾਰ 'ਤੇ ਸਿੱਧੂਵਾਲ ਪਿੰਡ ਦਾ ਇੱਕ ਬੱਚਾ ਆ ਗਿਆ ਤਾਂ ਅਸੀਂ ਉਹਨੂੰ ਪਹਿਲ ਦੇ ਆਧਾਰ 'ਤੇ ਇੱਕ ਸੀਟ ਦਿੱਤੀ ਜਾਊ, ਠੀਕ ਹੈ ਜੀ। ਇਸ ਤਰ੍ਹਾਂ ਇਹ ਰੀਜ਼ਨੇਬਲ ਅਸੀਂ ਰਿਸਟ੍ਰਿਕਸ਼ਨਾਂ ਲਗਾ ਕੇ ਕਰ ਸਕਦੇ ਹਾਂ। ਇਹਦੇ 'ਚ ਇਹ ਹੈ ਵੀ ਅਸੀਂ ਫੋਰ ਐਗਜ਼ਾਮਪਲ ਰੀਜ਼ਨੇਬਲ ਹੋਰ ਤੁਹਾਨੂੰ ਮੈਂ ਸਮਝਾ ਦਿਆਂ ਕਿ ਸਾਡਾ ਹੁਣ ਪੰਜਾਬ ਉਹ 3-4 ਜ਼ੋਨਾਂ 'ਚ ਵੰਡਿਆ ਹੋਇਆ। ਬੇਸਿਕ 3 ਜ਼ੋਨ ਹੈ, ਮਾਝਾ, ਮਾਲਵਾ, ਦੁਆਬਾ। ਅਸੀਂ ਕਹਿ ਦਿੰਦੇ ਵੀ ਮਾਲਵੇ ਦੇ ਲੋਕ ਜਿਹੜੇ ਹੈਗੇ ਆ ਫਾਜ਼ਿਲਕਾ ਵਾਲੀ ਉੱਧਰਲੀ ਸਾਈਡ ਘੱਟ ਪੜ੍ਹੇ ਲਿਖੇ, ਉਹਨਾਂ ਕੋਲ ਅਪਰਚੁਨਿਟੀਆਂ ਨਹੀਂ, ਉਹ ਬੈਕਵਰਡ ਨੇ,
ਠੀਕ ਹੈ, ਤੇ ਉਸ ਜ਼ੋਨ ਦੇ ਲੋਕਾਂ ਨੂੰ ਅਪਰਚੁਨਿਟੀਆਂ ਦਿੱਤੀਆਂ ਜਾਣ। ਜੀ। ਜੇ ਉਸ ਖੇਤਰ 'ਚ ਕੋਈ ਵੀ ਇਨਵੈਸਟਰ ਜਾਂਦਾ ਹੈ, ਪਹਿਲੀ ਗੱਲ ਤਾਂ ਉਹ ਹੈ ਵੀ ਬਹੁਤ ਵੱਡੀ ਉਪਲਬਧੀ ਸਰਕਾਰ ਦੀ ਕਹਾਂਗੇ ਜੇ ਬਾਰਡਰ ਏਰੀਆ 'ਚ ਕੋਈ ਇਨਵੈਸਟਰ ਉਧਰ ਚਲਾ ਹੀ ਜਾਵੇ ਜੀ। ਜੇ ਅਸੀਂ ਕਹਿ ਦਈਏ ਕਿ ਹਾਂ ਵੀ ਯਾਰ ਉਹ ਬਹੁਤ ਪਿਛੜਿਆ ਹੋਇਆ ਇਲਾਕਾ ਹੈ, ਇਸ ਕਰਕੇ ਇੱਥੋਂ ਦੇ ਲੋਕਾਂ ਨੂੰ ਅਪਰਚੁਨਿਟੀ ਜ਼ਿਆਦਾ ਦਿੱਤੀ, ਤਾਂ ਇਹ ਰੀਜ਼ਨੇਬਲ ਬਾਈਫਰਕੇਸ਼ਨ ਹੋ ਗਈ ਵੀ ਚਲੋ ਦੁਆਬਾ ਆਲਰੇਡੀ ਡਿਵੈਲਪਡ ਹੈ, ਠੀਕ ਹੈ, ਮਾਝੇ ਵਾਲੇ ਲੋਕ ਵੀ ਚਲੋ ਕਹਿੰਦੇ ਵੀ ਠੀਕ ਹੈ, ਬਟ ਮਾਲਵੇ ਉਹ ਬਾਰਡਰ ਦੇ ਏਰੀਏ ਦੇ ਫਾਜ਼ਿਲਕੀ ਲੋਕ ਹੈ ਜਿਹੜੇ, ਉਹਨਾਂ ਕੋਲ ਹਜੇ ਯਾਰ ਇੰਨੇ ਸੋਰਸਿਸ ਹੈ ਨਹੀਂ ਗੇ, ਤੇ ਉੱਥੇ ਉਹਨਾਂ ਨੂੰ ਜੇ ਉੱਥੇ ਕਹਿੰਦੇ ਵੀ ਕਲਾਸ 4 ਦੀਆਂ ਜਾਂ ਜਿੱਦਾਂ ਹਰਿਆਣੇ ਨੇ ਕੀਤਾ, ਜਿਹੜਾ ਇਹਨਾਂ ਦਾ ਕੀਤਾ ਵੀ ਇਹਨਾਂ ਨੇ ਕੈਪ ਜਿਹੜੀ ਲਾਈ ਹੈ ਵੀ 30,000 ਦੀ ਜਿਹੜੀ ਤਨਖਾਹ ਹੋਊਗੀ ਕਿਸੇ ਵੀ ਨੌਕਰੀ ਤੇ, ਜੋ ਵੀ 75% ਇਹਨਾਂ ਨੇ ਰਿਜ਼ਰਵੇਸ਼ਨ ਕੀਤੀ ਹੈ ਵੀ 30,000 ਦੀ ਤਨਖਾਹ ਦੀ ਪੋਸਟ ਤੇ ਸਾਡੇ ਬੰਦੇ ਲੱਗਣਗੇ। ਮੈਂ ਡਾਕਟਰ ਸਾਹਿਬ ਫਿਰ ਮੈਂ ਇੱਕ ਵਾਰੀ ਰੁਕਦਾ, ਤੁਸੀਂ ਨਾ ਕਲੀਅਰ ਜਿਹਾ ਥੋੜ੍ਹਾ ਜਿਹਾ ਕਰਿਓ ਕਿ ਹਰਿਆਣੇ ਨੇ ਪਹਿਲਾਂ ਸਾਨੂੰ ਸਮਝਾ ਦਿਓ ਕੀਤਾ ਕੀ ਹੈ। ਜਾਣੀ ਸਾਨੂੰ ਤਾਂ ਐਂ ਲੱਗਦਾ ਸੀ ਕਿ 75% ਨੌਕਰੀਆਂ ਸਿਰਫ ਹਰਿਆਣੇ ਵਾਲਿਆਂ ਲਈ, ਤੇ ਚਾਹੇ ਉਹ ਉੱਪਰਲੀਆਂ ਨੇ ਚਾਹੇ ਹੇਠਲੀਆਂ ਨੇ। ਨਹੀਂ ਬਾਟ ਸਾਹਿਬ ਇੱਦਾਂ ਸੀ, ਹਰਿਆਣੇ ਵਾਲਿਆਂ ਨੇ ਜੋ ਕਾਨੂੰਨ ਪੇਸ਼ ਕੀਤਾ, ਜਿਹੜਾ ਇਹਦਾ ਆਬਜੈਕਟਿਵ ਸੀਗਾ, ਇਹਨਾਂ ਨੇ ਇਹੀ ਲਿਖਿਆ ਸੀਗਾ ਵੀ ਅਸੀਂ ਡਿਪਰਾਈਵਡ ਸੁਸਾਇਟੀ ਹੈ ਜਿਹੜੀ ਲੋਕ ਹੈ ਉਹਨਾਂ ਵਾਸਤੇ ਨਿਆਂਦਿਸ਼ ਲਿਆਂਦਾ ਗਿਆ, ਕਾਨੂੰਨ ਲਿਆਂਦਾ ਗਿਆ, ਉਹਦੇ 'ਚ ਅਸੀਂ 75% ਰਿਜ਼ਰਵੇਸ਼ਨਾਂ ਕਰਤੀਆਂ ਜੀ। 75% ਰਿਜ਼ਰਵੇਸ਼ਨ ਇਹਨਾਂ ਨੇ ਪੋਲੀਟੀਕਲ ਸਟੇਟਮੈਂਟ ਦੇ ਦਿੱਤੀ ਵੀ 75% ਰਿਜ਼ਰਵੇਸ਼ਨ ਇਨ ਪ੍ਰਾਈਵੇਟ ਸੈਕਟਰ ਜੀ, ਠੀਕ ਹੈ। ਅੱਗੇ ਕੁਛ ਨਹੀਂ ਬਤਾਇਆ, ਅੱਗੇ ਐਕਟ ਕਹਿੰਦਾ, ਕਾਨੂੰਨ ਇਹ ਕਹਿੰਦਾ ਵੀ ਜੋ ਇਹਨਾਂ ਨੇ ਐਕਟ ਪਾਸ ਕੀਤਾ 2020 'ਚ, ਜਿਹੜਾ ਹਜੇ ਸੁਪਰੀਮ ਕੋਰਟ ਦੇ ਕੋਲ ਪੈਂਡਿੰਗ ਪਿਆ ਮੁੱਦਾ, ਉਹਦੇ 'ਚ ਇਹੀ ਕਿਹਾ ਵੀ 75% ਓਨਲੀ ਫॉर ਦੀ ਪੋਸਟਸ ਵਿਚ ਆਰ ਐਲੀਜੀਬਲ ਫॉर ਟੇਕਿੰਗ, ਅਸੀਂ ਕਹਿੰਦੇ ਵੀ ਸੈਲਰੀ ਫॉर 30,000, 30,000 ਜਿੰਨੀ ਤਨਖਾਹ ਹੈ 30,000 ਦੀ, ਉਦੋਂ ਥੱਲੇ ਵਾਲੀਆਂ ਪੋਸਟਾਂ 75% ਵਿੱਚ ਫਾਲ ਕਰਨਗੀਆਂ, ਨਾ ਕਿ ਹਾਇਰ ਲੈਵਲ ਦੀਆਂ ਪੋਸਟਾਂ। ਅੱਛਾ, ਇੱਕ ਫੈਕਟਰੀ ਲੱਗੀ, ਹਾਂਜੀ, ਫੈਕਟਰੀ ਦੇ ਵਿੱਚ ਪੋਸਟਾਂ ਨਿਕਲੀਆਂ ਤੇ ਜਿਹੜਾ 20,000 ਤਨਖਾਹ ਆ ਉਹਦੇ ਵਿੱਚੋਂ 75% ਹਰਿਆਣੇ ਦਾ ਜੀ, ਜਿਹਦੀ 31,000 ਤਨਖਾਹ ਆ ਉਹ ਕੋਈ ਵੀ ਆ ਜਾਵੇ, ਉਹ ਓਪਨ। ਅੱਛਾ, ਓਪਨ ਹੀ ਆ, ਉਹ ਹਰਿਆਣੇ ਵਾਲੇ ਵੀ ਉਹਦੇ ਵਿੱਚ ਮੁਕਾਬਲਾ ਕਰਨਗੇ, ਦੂਸਰੇ ਵੀ ਕਰਨਗੇ, ਠੀਕ ਹੈ ਜੀ। ਇਹ ਓਪਨ ਹੈ, ਕਿਉਂਕਿ ਜੇ ਅਸੀਂ ਇਹੀ ਤਾਂ ਕਹਿੰਦੇ ਵੀ ਇਹ ਹੁਣ ਚਲੋ ਜਿੱਥੋਂ ਤੱਕ ਅਸੀਂ ਕਹਿੰਦੇ ਵੀ ਇਹ ਰੀਜ਼ਨੇਬਲ ਹੈ ਜੀ, ਲੇਮੈਨ ਦੀ ਤੌਰ ਤੇ ਰੀਜ਼ਨੇਬਲ ਹੈ ਵੀ ਚਲੋ ਇੰਨਾ ਕੁ ਤੱਕ ਕਰ ਸਕਦੀ ਹੈ ਸਰਕਾਰ, ਤੇ ਚਾਹੇ ਤਾਂ ਰੀਜ਼ਨੇਬਲ ਕਰ ਸਕਦੀ ਹੈ, ਕਿਉਂਕਿ ਸਰਕਾਰ ਉਹਨਾਂ ਨੂੰ ਕੀ ਸਬਸਿਡੀ ਦਿੰਦੀ ਆ, ਫੈਕਟਰੀਆਂ ਲਾਉਣ ਵਾਸਤੇ ਬਿਜ਼ਨਸਮੈਨ ਨੂੰ ਸਬਸਿਡੀ ਦੇਤੀ, ਜ਼ਮੀਨ ਦੇਤੀ, ਘੱਟ ਰੇਟ ਤੇ ਜ਼ਮੀਨ ਦੇਤੀ ਅਸੀਂ ਉਹਨਾਂ ਨੂੰ ਵੀ ਠੀਕ ਹੈ ਤੁਸੀਂ ਇੱਥੇ ਲਾਓ, ਵੀ ਸਾਡਾ ਜਿਹੜਾ ਹੈਗਾ ਵੀ ਸਾਡੇ ਕੁਛ ਲੋਕਾਂ ਨੂੰ ਤੁਸੀਂ ਆਪਣੇ ਜਿਹੜਾ ਅਦਾਰੇ ਵਿੱਚ ਨੌਕਰੀਆਂ ਦੇ ਦਿਓ, ਠੀਕ ਹੈ। ਤੇ ਇਹ ਰੀਜ਼ਨੇਬਲ ਰਿਸਟ੍ਰਿਕਸ਼ਨਸ ਹੈ। ਹੁਣ ਜੇ ਤੁਸੀਂ ਕਹਿੰਦੇ ਵੀ ਸਾਡਾ ਚਲਾਉਣ ਵਾਲਾ ਵੀ ਫੈਕਟਰੀ ਹਰਿਆਣੇ ਦਾ ਹੀ ਹੋਵੇ, ਉਦੋਂ ਬਾਅਦ ਸਾਰਾ ਸਟਾਫ ਵੀ ਹਰਿਆਣੇ ਦਾ ਹੋਵੇ, ਤਾਂ ਇਹਦੇ ਵਿੱਚ ਕਿਹਾ ਹੈ ਕਿ ਇੰਡੀਆ ਇੱਕ ਡਾਈਵਰਸੀਫਾਈਡ ਹੈ ਜੀ। ਫਿਰ ਇੰਟੈਲੈਕਚੁਅਲ ਬੰਦੇ ਕਿੱਥੋਂ ਆਉਣਗੇ? ਮੈਂ ਇਹ ਸਵਾਲ ਕਰਨਾ ਸੀ ਕਿ ਮੰਨ ਲਓ ਉਹਨਾਂ ਨੂੰ ਇੱਕ ਮਕੈਨਿਕ ਚਾਹੀਦਾ, ਹਾਂਜੀ, ਜੇ ਸੂਬੇ ਦੇ ਵਿੱਚ 75% ਤਾਂ ਹੈਗਾ, ਤਨਖਾਹ ਵੀ 25,000 ਆ, ਜੇ ਹਰਿਆਣੇ 'ਚ ਉਹਨਾਂ ਨੂੰ ਉਹ ਮਕੈਨਿਕ ਨਹੀਂ ਲੱਭਦਾ ਫਿਰ ਉਹ ਬਾਹਰੋਂ ਲੈ ਸਕਦੇ ਆ, ਕਿਉਂਕਿ ਉੱਥੇ ਬੰਦਾ ਉਹਨਾਂ ਨੇ ਕਿਹਾ ਹੋਇਆ ਪ੍ਰੋਵੀਜ਼ਨ ਵੀ ਜੇ ਡਿਊਰਿੰਗ ਦੀ ਸਿਲੈਕਸ਼ਨ ਕੋਈ ਕਮੇਟੀ ਕਰਦੇ ਵੀ ਸਾਨੂੰ ਬੰਦਾ ਇੱਥੇ ਕੁਆਲੀਫਾਈਡ ਨਹੀਂ ਮਿਲਿਆ, ਅਨਫਿਟ ਫॉर ਇੰਪਲੋਇਮੈਂਟ ਹੈ, ਤਾਂ ਹਾਂ ਉਹ ਕਮੇਟੀ ਜਿਹੜੀ ਨਿਰਧਾਰਿਤ ਕਰੂਗੀ ਵੀ ਹਾਂ ਅਸੀਂ ਹੋਰ ਬੰਦਾ ਵੀ, ਕਿਉਂਕਿ ਫੈਕਟਰੀ ਤੇ ਚਲਾਉਣੀ ਹੈ, ਫੈਕਟਰੀ ਬੰਦ ਥੋੜ੍ਹਾ ਕਰਨੀ ਹੈ, ਫੈਕਟਰੀ ਤਾਂ ਚਲਾਉਣੀ ਪਊਗੀ, ਬਿਜ਼ਨਸਮੈਨ ਨੇ ਤਾਂ ਬਿਜ਼ਨਸ ਕਰਨਾ ਹੀ ਕਰਨਾ ਹੈ, ਤਾਂ ਉਹ ਆਪਣਾ ਰੀਜ਼ਨ ਸਟੇਟ ਨੂੰ ਦੇ ਸਕਦੇ ਆ ਵੀ ਅਸੀਂ ਇਸ ਰੀਜ਼ਨ ਕਰਕੇ ਹਰਿਆਣੇ 'ਚੋਂ ਇਹ 21,000 ਦੇ ਬੰਦਾ ਅਪੁਆਇੰਟ ਨਹੀਂ ਕਰ ਸਕੇ, ਕਿਉਂਕਿ ਉਹ ਬੰਦਾ ਕੁਆਲੀਫਾਈਡ ਨਹੀਂ ਸੀ। ਜੋ ਜਦੋਂ ਅਸੀਂ ਪੋਸਟਾਂ ਐਡਵਰਟਾਈਜ਼ ਕੀਤੀਆਂ ਸੀ ਉਹਦੇ ਵਿੱਚ 2 ਬੰਦੇ ਹਰਿਆਣੇ ਦੇ ਆਏ ਸੀ, ਬਟ ਉਹ ਕੁਆਲੀਫਾਈਡ ਨਹੀਂ ਸੀ, ਉਹਨਾਂ ਨੂੰ ਰੀਜ਼ਨ ਦੇਣਾ ਪਊਗਾ ਸਟੇਟ ਨੂੰ ਜੀ। ਅਗਰ ਉਹ ਰੀਜ਼ਨ ਨਹੀਂ ਦੇਣਗੇ, ਆਪਣੀ ਮਨਮਰਜ਼ੀ ਕਰਕੇ ਕੋਈ ਬੰਦਾ ਅਪੁਆਇੰਟ ਕਰ ਲੈਣਗੇ, ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਉਹਨਾਂ ਨੇ ਸਜ਼ਾ ਦਾ ਵੀ ਪ੍ਰਾਵਧਾਨ ਬਣਾਇਆ ਹੋਇਆ ਉਹਦੇ 'ਚ ਵੀ 50,000 ਫਾਈਨ ਹੋਊਗਾ ਔਰ ਵੱਧ ਤੋਂ ਵੱਧ 2 ਲੱਖ ਵੀ ਹੋ ਸਕਦਾ। ਕਾਨੂੰਨ ਲਾਗੂ ਕਿਉਂ ਨਹੀਂ ਹੋਇਆ? ਸੁਪਰੀਮ ਕੋਰਟ 'ਚ ਕਿਉਂ ਗਿਆ? ਉਹਦੇ 'ਚ ਕਈ ਬੰਦੇ ਹੁੰਦੇ ਆ ਵੀ ਜਿਹੜੀ GDP ਦੀ ਗੱਲ ਹੈ ਵੀ ਫੈਕਟਰੀਆਂ ਲੱਗੀ ਜਾਂਦੀਆਂ ਹਰਿਆਣੇ 'ਚ, ਹਰਿਆਣੇ ਦੀ GDP ਬਹੁਤ ਵਧੀਆ ਜਾ ਰਹੀ ਹੈ ਅੱਜ ਦੀ ਤਾਰੀਖ 'ਚ, ਬਹੁਤ ਅੱਗੇ ਹਰਿਆਣਾ, ਠੀਕ ਹੈ। ਤਾਂ ਉਹ ਕਈ ਬੰਦੇ ਸੀਗੇ ਜਿਹੜੇ UP 'ਚ ਵੀ ਰਹਿ ਰਹੇ ਸੀ, ਬਾਰਡਰ ਏਰੀਆ 'ਚ, ਫਰੀਦਾਬਾਦ ਜਾਂ ਉੱਥੇ, ਠੀਕ ਹੈ, ਉਹਨਾਂ ਦੀਆਂ ਅਪਰਚੁਨਿਟੀਆਂ ਜਿਹੜੀਆਂ ਸੀਗੀਆਂ ਦੋਨੇ ਪਾਸੇ ਸੀ, ਠੀਕ ਹੈ ਜੀ। ਬਟ ਕਿਉਂਕਿ ਜਦੋਂ ਅਸੀਂ ਅਨਇੰਪਲਾਇਡ ਹੁੰਦੇ ਹਾਂ, ਜਦੋਂ ਅਸੀਂ ਨੌਕਰੀ ਦੀ ਭਾਲ 'ਚ ਹੁੰਦੇ ਹਾਂ, ਅਸੀਂ ਇੱਕ ਕੰਪਨੀ ਤੋਂ ਦੂਜੀ 'ਚ ਸ਼ਿਫਟ ਕਰਦੇ ਹਾਂ ਕਿ ਯਾਰ ਸਾਨੂੰ ਵਧੀਆ ਮਾਰਜਨ, ਸੈਲਰੀ ਵਧੀਆ ਮਿਲੂਗੀ ਜੇ ਇੱਕ ਚੰਗੀ ਫੈਕਟਰੀ ਤੋਂ ਕਰੇ ਜੀ। ਤਾਂ ਹੁਣ ਕੁਛ ਬੰਦੇ ਸੀ ਜੋ
ਫੋਰ ਐਗਜ਼ਾਮਪਲ ਕੋਈ ਇਹ ਨਹੀਂ ਆ ਵੀ ਹਰਿਆਣੇ 'ਚ ਸਾਰੇ 4 ਕਲਾਸ ਹੀ ਹੋਣਗੇ, ਕੋਈ ਅੱਛੇ ਪੜ੍ਹੇ ਲਿਖੇ ਬੱਚੇ ਵੀ ਹੈਗੇ ਜਿਨ੍ਹਾਂ ਦਾ ਇੰਟੈਲੈਕਚੁਅਲ ਲੈਵਲ ਬਹੁਤ ਅੱਛਾ ਹੈ, ਉਹ ਹਰਿਆਣੇ 'ਚ ਹੀ ਕੰਮ ਕਰ ਰਹੇ ਹੈ। ਤਾਂ ਉੱਥੇ ਜਿਹੜਾ ਬੰਦੇ ਗਏ ਹੋਏ ਆ, ਜਦੋਂ ਹਾਈ ਕੋਰਟ 'ਚ ਸਟੇ ਹੋਇਆ ਮੁੱਦਾ ਜਿਹੜਾ ਕੀਤਾ ਸੀਗਾ, ਉਹ ਪ੍ਰਾਈਵੇਟ ਅਦਾਰਿਆਂ 'ਚ ਕੰਮ ਕਰਨ ਵਾਲੇ ਬਹੁਤ ਇੰਟੈਲੈਕਚੁਅਲ ਬੰਦੇ ਸੀ ਜੀ। ਉਹਨਾਂ ਨਾਲ ਅੱਗੇ ਕਹਿੰਦੇ ਵਿਤਕਰਾ, ਕਿਉਂਕਿ ਬਿਜ਼ਨਸ ਕਲਾਸ ਹੈਗੇ, ਫਿਰ ਉਸ ਪ੍ਰਕਾਰ ਦਾ ਵਿਤਕਰਾ ਸ਼ੁਰੂ ਹੋ ਜਾਂਦਾ ਜੋ ਆਫ ਦਾ ਰਿਕਾਰਡ ਹੁੰਦਾ ਵੀ ਹਾਂ ਯਾਰ ਆਹ 5 ਬੰਦੇ ਹਰਿਆਣੇ ਤੋਂ ਠੀਕ ਹੈ ਯਾਰ, ਤੁਸੀਂ ਰਹਿਣ ਦਿਓ, ਇਹਨਾਂ ਨਾਲ ਅੱਗੇ ਜਾ ਕੇ ਫਿਰ ਕੋਈ ਨਾ ਕੋਈ ਖੜਨਗੇ, ਇਹਨਾਂ ਨੂੰ ਤਾਂ ਮਿਲ ਹੀ ਜਾਣੀ ਹੈ ਕਿਉਂਕਿ ਆਲਰੇਡੀ ਡਿਸਾਈਡਡ ਹੈ। ਤਾਂ ਇੱਦਾਂ ਦੇ ਵਿਤਕਰੇ ਹੀ ਕਹਿ ਸਕਦੇ ਵੀ ਜੋ ਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਹੋ ਜਾਂਦੀਆਂ। ਬਟ ਇਹ ਹੈ ਵੀ ਇਹ ਇੱਕ ਸੋਸ਼ਲ ਇੰਟਰਸਟ ਹੈ, ਸੁਸਾਇਟੀ ਦਾ ਇੰਟਰਸਟ ਹੈ। ਤਾਂ ਹਰੇਕ ਬੰਦੇ ਨੂੰ ਅਧਿਕਾਰ ਹੈ ਕਿ ਕੋਈ ਸਾਨੂੰ ਗਲਤ ਚੀਜ਼ ਲੱਗਦੀ ਹੈ ਤਾਂ ਉਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਹੁਣ ਡਾਕਟਰ ਸਾਹਿਬ, ਜਿੱਦਾਂ ਸਰਕਾਰੀ ਨੌਕਰੀਆਂ ਦੇ ਲਈ ਸੂਬਾ ਸਰਕਾਰ ਕੋਈ ਕਾਨੂੰਨ ਨਹੀਂ ਬਣਾ ਸਕਦੀ, ਪ੍ਰਾਈਵੇਟ ਨੌਕਰੀਆਂ ਦੇ ਵਿੱਚ ਸੂਬੇ ਦੇ ਲਈ ਰਿਜ਼ਰਵੇਸ਼ਨ ਲਈ ਕਾਨੂੰਨ ਬਣਾ ਸਕਦੀ ਹੈ। ਹਾਂਜੀ, ਇਹ ਸੰਵਿਧਾਨ ਦੇ ਉਲਟ ਤਾਂ ਨਹੀਂ। ਦੇਖੋ ਜੀ, ਕਿਉਂਕਿ ਇੱਥੇ ਜੇ ਅਸੀਂ ਕਰ ਸਕਦੇ ਹਾਂ ਵੀ ਰਿਜ਼ਰਵੇਸ਼ਨ ਫॉर द ਪਰਪਸ ਆਫ ਵਾਟ, ਕਿਹੜੇ ਪਰਪਸ? ਡੋਮਿਸਾਈਲ, ਜਿੱਦਾਂ ਅਸੀਂ ਗੱਲ ਕਰ ਰਹੇ ਸੀ ਵੀ ਡੋਮਿਸਾਈਲ ਰਿਜ਼ਰਵੇਸ਼ਨ। ਅਦਰਵਾਈਜ਼ ਤਾਂ ਸਾਰੇ ਰੈਜ਼ੀਡੈਂਸ, ਪਲੇਸ ਆਫ ਬਰਥ, ਇਹ ਸਾਰੇ ਕੌਨਸਟੀਟਿਊਸ਼ਨ 'ਚ ਡਿਫਾਈਨ ਹੈ। ਜੇ ਹੁਣ ਡੋਮਿਸਾਈਲ ਦੀ ਰਿਜ਼ਰਵੇਸ਼ਨ ਹੈ, ਡੋਮਿਸਾਈਲ ਵਰਡ ਕੌਨਸਟੀਟਿਊਸ਼ਨ 'ਚ ਆਰਟੀਕਲ ਫੰਡਾਮੈਂਟਲ ਰਾਈਟ ਨਹੀਂ ਹੈ ਸਾਡਾ, ਇਹ ਸਟੇਟ ਕਰ ਸਕਦੀ ਹੈ, ਕੋਈ ਬਾਰ ਨਹੀਂ ਹੈ ਜੀ। ਕੌਨਸਟੀਟਿਊਸ਼ਨ 'ਚ ਇੱਦਾਂ ਦੀ ਕੋਈ ਬਾਰ ਨਹੀਂ ਹੈ, ਕਿਉਂਕਿ ਡੋਮਿਸਾਈਲ ਦੇ ਬੇਸਿਸ 'ਤੇ ਸਾਨੂੰ ਫੈਕਟਰੀਆਂ ਜਾਂ ਪ੍ਰਾਈਵੇਟ ਸੈਕਟਰ 'ਤੇ ਨੌਕਰੀਆਂ 'ਚ ਹੀ ਪ੍ਰਾਵਧਾਨ ਕੀਤਾ ਜਾ ਸਕਦਾ। ਕਿਉਂ ਪ੍ਰਾਵਧਾਨ ਕੀਤਾ ਕਿਉਂ ਜਾ ਸਕਦਾ? ਇਹਦੇ ਪਿੱਛੇ ਵੀ ਰੀਜ਼ਨ ਹੈ, ਕਿਉਂਕਿ ਜੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਸਰਕਾਰ ਦੁਆਰਾ ਬਿਜ਼ਨਸਮੈਨਾਂ ਨੂੰ, ਉਹਨਾਂ ਨੂੰ ਰਿਟੇਨ ਕਰਨ ਵਾਸਤੇ ਵੀ ਉਹ ਬਿਜ਼ਨਸ ਸਾਡੇ ਆ ਕੇ ਲਾਉਣ ਅਤੇ ਇੱਥੇ ਜਿਹੜਾ ਹੈਗਾ ਪ੍ਰਫੁੱਲਤ ਹੋਵੇ ਬਿਜ਼ਨਸ ਦੀ, ਲੋਕ ਜਿਹੜੇ ਹੈਗੇ ਆ ਲੋਕਲ ਲੋਕ ਉੱਥੇ ਜਾ ਕੇ ਕੰਮ ਕਰਨ, ਤਾਂ ਉਹਨਾਂ ਨੂੰ ਜਿਹੜੀ ਰਿਬੇਟ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਟਰੇਡ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਠੀਕ, ਸਸਤੀ ਬਿਜਲੀ ਜਾਂ ਜ਼ਮੀਨ, ਬਿਜਲੀ ਦੀ ਸਬਸਿਡੀ ਦਿੱਤੀ ਜਾਂਦੀ ਹੈ ਜਾਂ ਜ਼ਮੀਨ ਦਿੱਤੀ ਜਾਂਦੀ ਹੈ, ਉਹ ਅਸੀਂ ਕਿਹਦੇ ਆਧਾਰ 'ਤੇ ਦਿੰਦੇ ਹਾਂ? ਉਹ ਵੀ ਸਾਡਾ ਕੌਨਸਟੀਟਿਊਸ਼ਨ ਹੀ ਕਹਿੰਦਾ ਕਿ ਆਰਟੀਕਲ 41 ਹੈ, ਉਹਦੇ 'ਚ ਇਹ ਵੀ ਲਿਖਿਆ ਗਿਆ ਵੀ ਜੇ ਕੋਈ ਸਟੇਟ ਗੌਰਮੈਂਟ ਕਿਸੇ ਨੂੰ ਅਪਰਚੁਨਿਟੀ ਦਿੰਦੀ ਹੈ, ਕਿਸੇ ਬਿਜ਼ਨਸਮੈਨ ਨੂੰ ਉੱਥੇ ਉਸ ਏਰੀਏ 'ਚ ਕੰਮ ਕਰਨ ਦੀ, ਤਾਂ ਸਟੇਟ ਕੋਲੇ ਵੀ ਅਧਿਕਾਰ ਹੈਗਾ ਕਿ ਉਹਨਾਂ ਉੱਤੇ ਰੀਜ਼ਨੇਬਲ ਰਿਸਟ੍ਰਿਕਸ਼ਨਸ ਵੀ ਲਾ ਦਿੱਤੀਆਂ ਜਾਣ ਜੀ ਕੰਪਨੀ ਦੇ ਉੱਤੇ। ਠੀਕ ਹੈ ਵੀ ਦੇਖੋ, ਅਸੀਂ ਤੁਹਾਨੂੰ ਜ਼ਮੀਨ ਦਿੱਤੀ, ਇਹ ਨਹੀਂ ਕਿ ਅਸੀਂ ਤੁਹਾਡਾ ਸਾਰਾ ਹੀ ਬਿਜ਼ਨਸ ਹੀ ਠੱਪ ਕਰਨਾ ਚਾਹੁੰਦੇ ਹਾਂ। ਹਾਂ, ਸਾਡੇ ਜੋ ਲੋਕਲ ਲੈਵਲ ਦੇ ਜੋ ਲੋਕ ਪੜ੍ਹੇ ਲਿਖੇ ਨੇ, ਉਹਨਾਂ ਨੂੰ ਤੁਸੀਂ ਕਮ ਸੇ ਕਮ ਲੋ ਲੈਵਲ 'ਤੇ ਜਾਂ ਜਿੰਨੀ ਕੁ ਸਰਕਾਰ ਚਾਹੁੰਦੀ ਹੈ, ਜੋ ਪ੍ਰਾਵਧਾਨ ਸਰਕਾਰ ਬਣਾਉਣਾ ਚਾਹੁੰਦੀ ਹੈ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ, ਵੀ ਉਹਨਾਂ ਨੂੰ ਉਹਨਾਂ ਦੇ ਨੌਕਰੀਆਂ ਦਿੱਤੀਆਂ ਜਾਣ। ਇਹਦੇ ਲਈ ਇੱਕ ਮੈਨੂੰ ਲੱਗਦਾ ਕਿ ਮੇਨ ਜਿਹੜੀ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਯੋਗ ਲੋਕਾਂ ਦਾ ਹੋਣਾ ਵੀ ਜ਼ਰੂਰੀ ਹੈ, ਕਿ ਜੇ ਫੈਕਟਰੀ ਲੱਗਦੀ ਉਹਦੇ ਵਿੱਚ ਤਾਂ ਬਹੁਤ ਟੌਪ ਕਲਾਸ ਬੰਦਾ ਵੀ ਚਾਹੀਦਾ ਹੋਊਗਾ। ਆਪਾਂ ਕਹੀਏ ਜੀ ਉਹ ਤਾਂ ਚੀਫ ਇੰਜੀਨੀਅਰ ਜਿਹੜਾ ਬਾਹਰੋਂ ਲੈ ਆਉਂਦਾ, ਆਪਣੇ ਲੱਭੇ ਨਾ, ਇੱਦਾਂ ਵੀ ਹੋ ਜਾਂਦੀ ਹੈ। ਦੇਖੋ ਜੀ, ਜੋ ਇੱਕੋ ਗੱਲ ਦੇ ਦਾ ਆਨਸਰ ਹੀ ਹੈ, ਮੈਰੀਟੋਰੀਅਸ ਕੈਂਡੀਡੇਟ ਸਿਰੇ ਦਾ, ਜਿਹੜਾ ਸੁਪਰੀਮ ਕੋਰਟ ਵੀ ਇਹੀ ਕਹਿ ਰਹੀ ਹੈ, ਹਾਈ ਕੋਰਟ ਵੀ ਇਹੀ ਕਹਿ ਰਹੀ ਹੈ, ਸਿਲੈਕਸ਼ਨਾਂ ਵੀ ਸਾਡੀਆਂ ਸਰਕਾਰਾਂ ਦੀਆਂ ਇਹੀ ਕਹਿ ਰਹੀਆਂ ਵੀ ਜੋ ਮੈਰੀਟੋਰੀਅਸ ਕੈਂਡੀਡੇਟ ਹੈ ਉਸੇ ਨੂੰ ਹੀ ਪਹਿਲ ਦਿੱਤੀ ਜਾਵੇ। ਅੱਛਾ ਜੀ, ਪਲੀਜ਼, ਕਿਉਂਕਿ ਮੈਰੀਟੋਰੀਅਸ ਹੁਣ ਅਸੀਂ ਕਹਿੰਦੇ ਹਾਂ ਵੀ ਸਾਡੇ ਇੰਡੀਅਨ, ਸਾਡੇ ਪੰਜਾਬੀ ਸਾਰੇ ਫੋਰਨ 'ਚ ਕਿਉਂ ਸੈਟਲਡ ਹੈ ਜਾਂ ਅਮਰੀਕਾ 'ਚ ਕਿਉਂ ਸਾਰੇ, ਉਹਨਾਂ ਨੇ ਸਾਰੇ ਜਿੰਨੇ ਵੀ ਡਾਕਟਰ ਹੈ, ਜਿੰਨੇ ਵੀ ਅੱਛੇ ਆਈਟੀ ਵਾਲੇ ਬੰਦੇ ਹੈ, ਸਾਰੇ ਉਹਨਾਂ ਰਿਟੇਨ ਕਰਕੇ ਰੱਖੇ ਹੋਏ ਨਾ। ਉਹਨਾਂ ਦੀ ਰਿਟੇਨਿੰਗ ਪੋਲਿਸੀ ਬਹੁਤ ਵਧੀਆ ਹੈ। ਜੇ ਉਹ ਰਿਟੇਨ ਕਰ ਰਹੇ ਹੈ, ਦੈਟਸ ਵਾਈ ਵੀ ਆਰ ਦੇਅਰ, ਤਾਂ ਹੀ ਅਸੀਂ ਉੱਥੇ ਬੈਠੇ ਹਾਂ। ਨਹੀਂ ਤਾਂ ਅਸੀਂ ਆਪਦੇ ਵਾਪਸ ਨਾ ਆ ਜੀ, ਆ ਕੇ ਖੇਤੀਬਾੜੀ ਕਰੀ ਜਾਂ ਇੱਥੇ ਨੌਕਰੀਆਂ ਕਰੀ। ਉਹਨਾਂ ਦੀ ਰਿਟੇਨਿੰਗ ਪੋਲਿਸੀ ਹੈ। ਜੇ ਸਾਡੀਆਂ ਸਰਕਾਰਾਂ ਚਾਹੁਣ ਵੀ ਸਾਡੇ ਲੋਕਾਂ ਨੂੰ ਰਿਟੇਨ ਪੰਜਾਬ 'ਚ ਕੀਤਾ ਜਾਵੇ, ਬਾਹਰ ਨਾ ਭੇਜਿਆ ਜਾਵੇ, ਤਾਂ ਸਰਕਾਰ ਕੀ ਨਹੀਂ ਕਰ ਸਕਦੀ? ਸਰਕਾਰਾਂ ਬਹੁਤ ਕੁਛ ਕਰ ਸਕਦੀਆਂ। ਰਿਟੇਨਿੰਗ ਪੋਲਿਸੀਆਂ ਲਿਆਉਣਾ ਇਹਨਾਂ ਦੀਆਂ ਵੀ ਹਾਂ। ਹੁਣ ਤੁਸੀਂ ਸੁਣਿਆ ਹੀ ਹੋਣਾ, ਜੋ ਟੀਚਰ ਜਾਂ ਸਾਡੇ ਪ੍ਰੋਫੈਸਰ ਕਈ ਹੈਗੇ ਆ, ਉਹ 21,600 ਤੇ ਕੰਮ ਕਰੀ ਜਾਂਦੇ ਆ, ਤਾਂ ਹੁਣ 21,600 ਤੇ WhatsApp ਕਰ ਨਹੀਂ ਚਾਹੁੰਦੇ। ਮੇਰੇ ਨਾਲ ਦੇ ਕਰਦੇ ਆ ਜੀ, ਜਿਹੜੇ ਅਸੀਂ 21,600 ਤੇ ਕਰ ਨਹੀਂ ਚਾਹੁੰਦੇ। ਫਿਰ ਕਿੱਦਾਂ ਰਿਟੇਨ ਹੋਣਗੇ? ਉਹ ਬੰਦੇ PR ਲੈ ਕੇ ਬਾਹਰ ਹੀ ਜਾਣਗੇ ਜੀ। ਜਦੋਂ ਤੱਕ ਬਾਹਰ ਨਹੀਂ ਜਾਂਦੇ ਤਾਂ ਗੁਜ਼ਾਰਾ ਨਹੀਂ ਹੋਣਾ। ਤਾਂ ਫਿਰ ਸਾਡੀਆਂ ਸਰਕਾਰਾਂ ਕਿਹੜੇ ਬਿਹਾਫ 'ਤੇ ਪੋਲੀਟੀਕਲ ਜੁਮਲੇ ਛੱਡ ਰਹੀਆਂ ਵੀ ਅਸੀਂ ਆ ਕੇ ਇੱਥੇ ਜਿਹੜਾ ਹੈਗਾ ਬਿਜ਼ਨਸਮੈਨਾਂ ਨੂੰ ਜ਼ਮੀਨਾਂ ਦੇਵਾਂਗੇ ਅਤੇ ਸਾਡੇ ਬੱਚੇ ਇੱਥੇ ਕੰਮ ਕਰਨ। ਜਦੋਂ ਬੱਚੇ ਇੱਥੇ ਨਹੀਂ ਰਹਿਣੇ ਤਾਂ ਕੰਮ ਕਿੱਥੇ ਹੋਣੇ? ਚਲੋ ਡਾਕਟਰ ਸਾਹਿਬ, ਮੈਂ ਹੁਣ ਹਾਂ ਨਾ ਦੇ ਵਿੱਚ ਦੋ ਚੀਜ਼ਾਂ ਪੁੱਛਣੀਆਂ ਕਿ ਸੂਬਾ ਸਰਕਾਰ ਨਿੱਜੀ ਨੌਕਰੀਆਂ ਦੇ ਲਈ ਕੁਝ ਹੱਦ ਤੱਕ ਕਾਨੂੰਨ ਬਣਾ ਸਕਦੀ ਹੈ। ਹਾਂਜੀ। ਦੂਸਰੀ ਗੱਲ ਕਿ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ, ਮੈਂ ਜ਼ਰੂਰ ਕਿ
ਲੋਕ ਯੋਗ ਹੋਣ ਇੱਕ ਫੈਕਟਰੀ ਦੇ ਵਿੱਚ, ਉਹਨਾਂ ਨੂੰ ਸਿਕਿਉਰਿਟੀ ਵਾਲੇ ਬੰਦੇ ਤੋਂ ਲੈ ਕੇ ਉੱਪਰ ਜਿਹੜਾ ਬੰਦਾ ਟੈਕਨੀਕਲ ਬੰਦੇ ਚਾਹੀਦੇ ਆ ਵੀ ਉਹਦੇ ਲਈ ਅਸੀਂ ਯੋਗ ਹੋਣੇ ਚਾਹੀਦੇ। ਇਹ ਨਾ ਹੋਵੇ ਨਾ ਫੈਕਟਰੀ ਦੀ ਮਸ਼ੀਨ ਹੀ ਮੁੜ ਕੇ ਖੜ ਜਾਏ। ਨਹੀਂ। ਅੱਛਾ, ਤੀਸਰੀ ਗੱਲ ਇੱਕ ਮੈਂ ਹੋਰ ਪੁੱਛਣੀ, ਆਮ ਹੀ ਨਾ ਇੱਕ ਬੰਦੇ ਸਟੇਟਮੈਂਟ ਦਿੰਦੇ, ਚਾਹੇ ਕਈ ਵਾਰੀ ਸਾਡੇ ਵਿਦੇਸ਼ੋਂ ਵੀ ਆਉਂਦੇ ਬੰਦੇ, ਇੱਥੇ ਵੀ ਹੁੰਦੇ, ਸਾਰੇ ਨਹੀਂ, ਲਓ ਜੀ ਭੈਣ ਜੀ ਬੈਂਕ 'ਚ ਵੀ ਜਾਈਏ ਹੁਣ ਤਾਂ ਆਪਣੇ ਹੀ ਹੈ ਹੀ ਨਹੀਂ ਕੋਈ ਮੁੰਡਾ ਕੁੜੀ ਆਪਣੇ ਲੱਗੇ, ਬਹੁਤੇ ਬਾਹਰ ਲੈ ਆਇਓ ਆ, ਕੋਈ ਕੇਰਲਾ ਦਾ ਜੀ, ਕੋਈ ਤਾਮਿਲਨਾਡੂ ਦਾ, ਕੋਈ ਦਿੱਲੀ ਤੋਂ ਆਇਆ, ਹੋਰ ਵੀ ਇੱਦਾਂ ਦੇ ਅਦਾਰੇ ਆ। ਕੀ ਉੱਥੇ ਇਹਨਾਂ ਸਾਰੀਆਂ ਪੋਸਟਾਂ ਦੇ ਉੱਤੇ ਪੰਜਾਬੀਆਂ ਦੇ ਜਾਣ 'ਤੇ ਪਾਬੰਦੀ ਆ, ਜਾਂ ਅਸੀਂ ਜਾਂਦੇ ਨਹੀਂ, ਜਾਂ ਮੈਂ ਜਾਣਨਾ ਚਾਹੁੰਦਾ। ਮਾਨ ਸਾਹਿਬ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ, ਜੋ ਕਿ ਮੌਜੂਦਾ ਟਾਈਮ 'ਚ ਬਹੁਤ ਇੰਪੋਰਟੈਂਟ ਹੈ ਜੀ। ਪਹਿਲੀ ਗੱਲ ਤਾਂ ਅਸੀਂ ਹੁਣ ਇਹਨੇ ਯੋਗ ਹੀ ਨਹੀਂ ਰਹੇ, ਸਾਨੂੰ ਰਹਿਣ ਨਹੀਂ ਦਿੱਤਾ ਜਾਂ ਰਹੇ ਨਹੀਂ। ਸਾਡੇ ਹਾਲਾਤ ਇਦਾਂ ਦੇ ਹੋ ਗਏ ਵੀ ਅਸੀਂ ਪੰਜਾਬ ਛੱਡ ਕੇ ਬਾਹਰ ਚਲੇ ਜਾਣ ਲੱਗੇ। ਸਾਡਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਬੱਚੇ ਦਾ ਕੋਈ ਮੋਟਿਵ ਹੋਵੇ ਮੈਂ IAS ਆਫਿਸਰ ਬਣਨਾ ਹੈ, UPSC ਕੁਆਲੀਫਾਈਡ ਕਰਨਾ, ਜਾਂ ਜੁਡੀਸ਼ੀਅਲ ਆਫਿਸਰ ਬਣਨਾ ਹੈ। ਮੈਂ ਪੰਜਾਬ 'ਚ ਯਾਰ ਸਟੇਟ ਵਾਸਤੇ, ਕਿਉਂਕਿ ਸਟੇਟ ਕਿੱਥੋਂ ਸ਼ੁਰੂ ਹੁੰਦੀ ਹੈ? ਵੈਲਫੇਅਰ ਆਫ ਦੀ ਪੀਪਲ। ਜਦੋਂ ਸਾਡੇ ਪੀਪਲ ਹੀ ਵੈਲਫੇਅਰ ਹੈ ਨਹੀਂ, ਜਾਂ ਸਟੇਟ ਸਾਡੇ ਪ੍ਰਤੀ ਹੈ ਨਹੀਂ ਵੈਲਫੇਅਰ, ਤਾਂ ਸਾਡੇ ਲੋਕ ਵੀ ਇੱਥੇ ਨਹੀਂ ਰਹਿਣਾ ਚਾਹੁੰਦੇ। ਉਹ ਇਸ ਕਰਕੇ ਚਲੇ ਜਾ ਚੁੱਕੇ ਨੇ, ਠੀਕ ਹੈ। ਉਹ ਨਹੀਂ ਚਾਹੁੰਦੇ ਵੀ ਸਾਡੇ, ਹੁਣ ਜੋ ਅਸੀਂ ਬੈਂਕਾਂ ਵਾਲੀ ਗੱਲ ਕਰ ਲਈ, ਹੁਣ ਟਾਈਮ ਦੇ ਹਿਸਾਬ ਨਾਲ ਕ੍ਰਾਈਟੇਰੀਆ WhatsApp ਚੇਂਜ ਹੋ ਗਿਆ। ਅਪਾਇੰਟਮੈਂਟ ਖੇਤਰ 'ਚ, ਪਬਲਿਕ ਡੀਲਿੰਗ 'ਚ, ਇਹ ਪਬਲਿਕ ਅੰਡਰਟੇਕਿੰਗਸ ਆ ਗਈਆਂ ਸਾਰੀਆਂ। ਹੁਣ ਜੋ ਵੀ, ਜਾਂ ਸੈਂਟਰਲ ਬੈਂਕ ਹੋ ਗਿਆ, ਜਾਂ SBI ਹੋ ਗਿਆ, ਜਿਨ੍ਹਾਂ ਦੀਆਂ ਬ੍ਰਾਂਚਾਂ ਥਰੂ ਆਊਟ ਇੰਡੀਆ ਜੀ, ਔਰ ਉਹਨਾਂ ਦਾ ਟੈਸਟ ਇੰਡੀਆ ਲੈਵਲ 'ਤੇ ਹੁੰਦਾ ਹੈ। ਠੀਕ ਹੈ ਜੀ। ਜਾਣੀ ਪੰਜਾਬੀਆਂ ਤੇ ਪਾਬੰਦੀ ਨਹੀਂ ਹੈ? ਕੋਈ ਪਾਬੰਦੀ ਨਹੀਂ ਹੈ। ਠੀਕ ਹੈ। ਪੰਜਾਬੀ ਵੀ ਐਲੀਜੀਬਲ ਹੈ ਜੀ, ਪੰਜਾਬੀ ਐਲੀਜੀਬਲ ਹੈ। ਅਗਰ ਕਿਸੇ ਬੱਚੇ ਕੋਲੇ ਟੈਲੈਂਟ ਹੈ ਤਾਂ ਉਹ GM ਅਪਾਇੰਟ ਹੋ ਸਕਦਾ ਕਿਸੇ ਕੰਪਨੀ ਦਾ, ਠੀਕ ਹੈ। ਜੇ ਟੈਲੈਂਟ ਹੈ ਨਹੀਂਗਾ, ਫਿਰ ਪਿੰਡ ਦਾ ਸਰਪੰਚ ਵੀ ਬਣ ਸਕਦਾ ਹੈ। ਉਹ ਟੈਲੈਂਟ ਦੇ ਹਿਸਾਬ ਦੇ ਨਾਲ ਹੈ। ਜੇ ਸਾਡੇ ਕੋਲ ਟੈਲੈਂਟ ਹੈ ਦੈਨ ਸਾਡੇ ਕੋਲ ਰਾਈਟ ਹੈ। ਇਹ ਨਹੀਂ ਹੈ ਕਿ ਬੰਦੇ ਬਾਹਰ ਚਲੇ ਆ ਰਹੇ ਆ। ਮੇਰੇ ਕੋਲ ਇੱਕ ਐਗਜ਼ਾਮਪਲ ਵੀ ਹੈ, ਮੇਰਾ ਹੀ ਸਟੂਡੈਂਟ ਹੈ ਨਿਆਣਾ, ਆਪਣੇ ਸ਼ਾਮ 84 ਤੋਂ ਆ ਬੱਚਾ। ਅੱਛਾ ਜੀ, ਕੀ ਬਾਤ ਹੈ। ਉਹਨਾਂ ਦੇ ਦਾਦੇ ਪੜਦਾਦੇ ਤੇ ਆਫਿਸਰ ਹੁੰਦੇ ਸੀਗੇ ਜੀ। ਉਹ ਅਮਰੀਕਾ ਤੋਂ ਆਪਣੀ ਸਿਟੀਜ਼ਨਸ਼ਿਪ ਛੱਡ ਕੇ ਨਿਆਣਾ ਇੱਥੇ ਆਇਆ, ਲੜਕੀ ਆ ਉਹ, ਤੇ ਉਹਨੇ ਇੱਥੇ ਆ ਕੇ ਜੁਡੀਸ਼ੀਅਲ ਦੀ ਤਿਆਰੀ ਕੀਤੀ, ਸਾਡੀ ਯੂਨੀਵਰਸਿਟੀ 'ਚ ਪੜ੍ਹੀ ਹੈ, ਮੇਰੀ ਸਟੂਡੈਂਟ ਹੈ। ਤੇ ਇੱਦਾਂ ਦੇ ਬੱਚੇ ਐਗਜ਼ਾਮਪਲ ਹੈਗੇ ਜਿਹੜੇ ਫੋਰਨ 'ਚੋਂ ਛੱਡ ਕੇ ਆਪਣੀ ਪੰਜਾਬੀਅਤ ਦੇ ਖਾਤਰ ਵੀ ਨਹੀਂ ਮੈਂ ਪੰਜਾਬ 'ਚ ਹੀ ਸਰਵ ਕਰਨਾ ਤੇ ਇੱਥੇ ਵੀ ਆ ਰਹੇ ਹੈ। ਤਾਂ ਇਹ ਕੈਲੀਬਰ ਹੈ। ਜੇ ਕੈਲੀਬਰ ਹੈ, ਜੇ ਉਹ ਇੱਥੇ ਹੁਣ ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਬੱਚਾ ਉੱਥੋਂ ਦਾ ਸਿਟੀਜ਼ਨ ਇੱਥੇ ਆ ਕੇ ਰਹਿ ਰਿਹਾ, ਇੱਥੇ ਦੁਬਾਰੇ ਲਈ ਸਿਟੀਜ਼ਨ, ਤਾਂ ਇਹਦਾ ਮਤਲਬ ਨਹੀਂ ਉਹ ਇਨਐਲੀਜੀਬਲ ਹੋ ਗਿਆ। ਉਹ ਐਲੀਜੀਬਲ, ਯੋਗ ਹੀ ਹੈ, ਯੋਗ ਹੈ ਜੀ, ਕਿਉਂਕਿ ਉਹ ਇੱਥੋਂ ਦਾ ਸਿਟੀਜ਼ਨ ਹੈ। ਬਟ ਉਹਦੀ ਯੋਗਤਾ ਕੀ ਹੈ? ਪੰਜਾਬੀ। ਠੀਕ ਹੈ, ਪੰਜਾਬੀ ਉਹ ਕੁਆਲੀਫਾਈਡ ਹੈ, ਦੈਨ ਐਲੀਜੀਬਲ ਹੈ। ਮੰਨ ਲਓ 1000 ਪੋਸਟਾਂ ਸਟੇਟ ਬੈਂਕ ਆਫ ਇੰਡੀਆ 'ਚ ਨਿਕਲੀਆਂ, ਮੰਨ ਲਓ, ਜਿਹੜੀ ਕਿ ਸਾਰੇ ਭਾਰਤ ਦੇ ਵਿੱਚ ਇਹਦੀਆਂ ਬ੍ਰਾਂਚਾਂ, ਉਸ 1000 ਪੋਸਟਾਂ ਦੇ ਲਈ ਇੰਡੀਆ ਲੈਵਲ ਦਾ ਟੈਸਟ ਹੋਣਾ। ਹਾਂਜੀ। ਪੰਜਾਬੀ ਉਹਦੇ ਵਿੱਚ ਅਪਲਾਈ ਕਰ ਸਕਦੇ ਆ। ਹਾਂਜੀ। ਮੰਨ ਲਓ 1 ਲੱਖ ਬੰਦੇ ਨੇ ਅਪਲਾਈ ਕੀਤਾ 1000 ਪੋਸਟਾਂ ਲਈ। ਹਾਂਜੀ। ਤਾਂ ਜੇ ਅਸੀਂ ਉੱਪਰਲੇ 1000 ਚਾਹੁੰਦੇ ਤਾਂ ਸਾਨੂੰ ਨੌਕਰੀ ਮਿਲ ਜਾਣੀ। ਕੋਈ ਉਹ ਹੈ ਨਹੀਂ। ਜਾਣੀ ਅਸੀਂ ਯਤਨ ਘੱਟ ਕਰਦੇ ਹਾਂ ਤਾਂ ਕਰਕੇ ਉਸ ਕੁਰਸੀ ਤੇ ਨੇ ਯਤਨ ਕਰੀਏ ਤਾਂ ਸਫਲਤਾ ਜ਼ਰੂਰ ਮਿਲੇਗੀ। ਠੀਕ ਹੈ ਜੀ। ਡਾਕਟਰ ਸਾਹਿਬ, ਮੈਂ ਜਾਣਦੇ ਇੱਕ ਚੀਜ਼ ਆਖਰੀ ਜਿਹੜੀ ਉਹ ਪੁੱਛਣੀ ਆ ਤੁਹਾਡੇ ਤੋਂ, ਫਿਰ ਸਮਾਂ ਅਪ ਕਰਨਾ। ਤੁਹਾਡੀ ਸਟੱਡੀ ਜ਼ਰੂਰ ਮੈਂ ਜਾਣਨੀ ਚਾਹੁੰਦਾ ਕਿ ਡਾਕਟਰ ਬਸੰਤ ਸਿੰਘ ਸੰਧਵਾ ਨੇ ਪੜ੍ਹਾਈ ਕੀ ਕੀਤੀ ਹੈ? ਮੈਂ ਹੀ ਛੋਟੇ ਜਿਹੇ ਪਿੰਡ ਤੋਂ ਉੱਠਿਆ, ਸੰਧਵਾ ਪਿੰਡ ਹੈ ਮੇਰਾ ਜੀ। ਉਸੇ ਪਿੰਡ ਦੇ ਸਰਕਾਰੀ ਸਕੂਲ ਤੋਂ ਪੜ੍ਹਿਆ ਜੀ। ਪ੍ਰਾਇਮਰੀ ਵੀ ਮੇਰੀ ਸਰਕਾਰੀ ਸਕੂਲ 'ਚੋਂ ਹੀ ਹੈ, ਹਾਈ ਵੀ ਸਰਕਾਰੀ ਸਕੂਲ ਤੋਂ। ਫਿਰ ਮੈਂ ਕੋਟਕਪੂਰਾ ਸਕੂਲ ਤੋਂ ਬॉयਜ਼ 'ਚੋਂ ਪੜ੍ਹਿਆ ਜੀ, ਡਾਕਟਰ ਹਰੀ ਸਿੰਘ ਸੇਵਕ ਸਕੂਲ 'ਚੋਂ ਜੀ, ਬॉयਜ਼। ਉਸ ਤੋਂ ਬਾਅਦ ਮੈਂ ਬਰਜਿੰਦਰਾ ਕਾਲਜ 'ਚੋਂ ਗ੍ਰੈਜੂਏਸ਼ਨ ਕੀਤੀ। ਗ੍ਰੈਜੂਏਸ਼ਨ ਕਾਹਦੇ 'ਚ ਕੀਤੀ? ਆਰਟਸ 'ਚ ਮੈਂ ਪੜ੍ਹਿਆ ਜੀ। ਠੀਕ ਹੈ ਜੀ। ਠੀਕ ਹੈ, ਕਿਉਂਕਿ ਅਸੀਂ ਤੱਪੜ ਆਪਦੇ ਘਰੋਂ ਲੈ ਕੇ ਜਾਂਦੇ ਸੀ, ਆਪਾਂ ਕੋਈ ਕਨਵੈਂਟ ਹੀ ਨਿਆਣੇ ਨਹੀਂ। ਠੀਕ ਹੈ। ਤੇ ਉਸ ਤੋਂ ਬਾਅਦ ਮੇਰੇ ਨਾਲ ਵਾਲੇ ਬੰਦੇ B.Ed ਕਰਨ ਲੱਗ ਗਏ ਜੀ। ਮੈਂ ਵੀ B.Ed ਦਾ ਟੈਸਟ ਦਿੱਤਾ। ਮੇਰੇ ਫਾਦਰ ਸਾਹਿਬ ਕਹਿੰਦੇ ਵੀ ਕੁਛ ਹੋਰ ਕਰੀਏ ਵੀ ਯਾਰ ਤੂੰ ਵਕਾਲਤ ਕਰ ਲੈ, ਵਕੀਲ ਸਾਹਿਬ ਕਹਿ ਕਰਨਗੇ, ਟੀਚਿੰਗ ਕਾਹਨੂੰ ਕਰਨੀ ਹੈ ਜੀ। ਉੱਥੋਂ ਹੀ ਮੈਂ ਟੈਸਟ ਪਟਿਆਲਾ ਯੂਨੀਵਰਸਿਟੀ ਦਾ ਦਿੱਤਾ। ਪਟਿਆਲਾ ਯੂਨੀਵਰਸਿਟੀ ਟੈਸਟ ਦੇਣ ਤੋਂ ਬਾਅਦ ਮੇਰੀ ਸਿਲੈਕਸ਼ਨ ਹੋ ਗਈ LLB 'ਚ। ਮੈਂ LLB ਕੀਤੀ ਪਟਿਆਲਾ ਯੂਨੀਵਰਸਿਟੀ ਤੋਂ ਹੀ ਜੀ। ਫਿਰ LLB ਤੋਂ ਬਾਅਦ ਮਾਸਟਰਸ, ਫਿਰ ਮੈਂ LLM ਹੀ ਉੱਥੋਂ ਵੀ ਕੀਤੀ। ਠੀਕ ਹੈ ਜੀ। ਮਾਸਟਰਸ ਅੱਗੇ ਹਾਇਰ ਸਟੱਡੀ ਕੀਤੀ। ਡੂਰਿੰਗ LLM
ਹੁਣ ਨੈਸ਼ਨਲ ਲੈਵਲ ਦਾ ਟੈਸਟ ਸੀਗਾ UGC ਜੀ, ਜੋ ਟੀਚਰ ਵਾਸਤੇ ਐਲੀਜੀਬਲ ਹੁੰਦਾ ਕਲੀਅਰ ਕਰਨਾ ਜੀ। ਹੁਣ ਮੈਂ ਪੰਜਾਬੀ ਸੀ, ਇਸ ਕਰਕੇ ਮੇਰੇ ਨਾਲ ਇਹ ਕੋਈ ਵਿਤਕਰਾ ਹੋਇਆ। ਜੇ ਮੈਂ ਐਲੀਜੀਬਲ ਸੀ ਤਾਂ ਮੈਂ ਕਲੀਅਰ ਕੀਤਾ, ਨੈਟ ਕਲੀਅਰ ਕੀਤਾ, ਨੈਟ JRF ਵੀ ਕਲੀਅਰ JRF ਉਸ 2009 ਰੁਪਈਏ ਸਰਕਾਰ ਨੇ ਦਿੱਤੇ ਵੀ ਪੜ੍ਹ ਭਾਈ, ਸਰਕਾਰ ਨੇ ਰੁਪਈਏ ਦਿੱਤੇ ਪੜ੍ਹਨ ਦੇ। JRF 2009 ਚ ਹੋਇਆ ਔਰ ਉਸ ਟਾਈਮ ਸਾਡਾ ਆਲ ਓਵਰ ਇੰਡੀਆ ਚ 2200 ਜਣੇ ਦਾ JRF ਹੋਇਆ ਸੀਗਾ ਜੀ। ਅਸੀਂ 2 ਜਣੇ ਸੀ ਪੰਜਾਬ ਤੋਂ ਜਿਨ੍ਹਾਂ ਦਾ ਹੋਇਆ, ਇੱਕ ਮੇਰਾ ਸੀ, ਇੱਕ ਮੁੰਡਾ ਪਾਰਸਮੀਤ ਸੀਗਾ, ਠੀਕ ਹੈ ਜੀ, ਮਾਨਸਾ ਤੋਂ, ਉਹਦਾ ਹੋਇਆ। ਡਿਊਰਿੰਗ LLM ਹੋਇਆ ਜੀ। ਉਸ ਤੋਂ ਬਾਅਦ ਜੁਡੀਸ਼ਰੀ ਦੀ ਤਿਆਰੀ ਕੀਤੀ, ਜੁਡੀਸ਼ਰੀ ਨਹੀਂ ਹੋਈ ਜੀ। PhD ਜੁਆਇਨ ਕਰ ਲਈ 2010 ਚ ਕਾਨੂੰਨ 'ਚ। ਹਾਂਜੀ, ਕਾਨੂੰਨ 'ਚ, ਠੀਕ ਹੈ ਜੀ। ਤੇ PhD ਜੁਆਇਨ ਕਰਨ ਤੋਂ ਬਾਅਦ ਕਿਉਂਕਿ ਫਿਰ ਹੁੰਦਾ ਵੀ ਜਦੋਂ ਨਾਲ ਵਾਲੇ ਸਾਰੇ ਮੁੰਡੇ ਜੇ ਮੈਜਿਸਟ੍ਰੇਟ ਬਣ ਗਏ, ਫਿਰ ਸੋਚਿਆ ਵੀ ਆਪਾਂ ਵੀ ਐਫਰਟ ਲਾਈਏ। ਤਾਂ ਜੱਜ ਨਹੀਂ ਬਣ ਸਕਿਆ, ਕਈ ਸਾਡੇ ਜੀ ਕਮੀਆਂ ਹੋਈਆਂ, ਅਸੀਂ ਨਹੀਂ ਐਲੀਜੀਬਲ ਸੀਗੇ, ਨਹੀਂ ਬਣੇ। ਫਿਰ UPSC ਦਾ ਪੇਪਰ ਦਿੱਤਾ ਮੈਂ 2013 ਚ ਜੀ, ਤੇ ਆਈ ਵਾਸ ਸਿਲੈਕਟਡ। 2014 ਚ ਮੇਰੀ ਉੱਥੇ ਸਿਲੈਕਸ਼ਨ ਹੋਈ। ਉਦੋਂ ਵੀ ਮੈਂ ਇਕੱਲਾ ਹੀ ਪੰਜਾਬ ਦਾ ਸੀ। ਇਕੱਲਾ ਹੀ ਸੀ ਪੰਜਾਬ ਦਾ? ਇਕੱਲਾ ਪੰਜਾਬ ਦਾ। 8 ਪੋਸਟਾਂ ਤੇ ਅਸੀਂ ਸਟਰਗਲ ਕੀਤੀ ਤੇ ਮੈਂ ਉੱਥੇ ਸਿਲੈਕਟ ਹੋਇਆ। ਕੀ ਬਾਤ ਹੈ ਜੀ। ਮੈਂ ਉੱਥੇ 2014 ਚ ਜੁਆਇਨ ਕੀਤਾ ਤੇ 3.5 ਸਾਲ ਮੈਂ ਨੌਕਰੀ ਕੀਤੀ ਜੀ। 3.5 ਸਾਲ ਬਾਅਦ ਮੈਂ ਆਪਣੀ ਪਹਿਲਾਂ ਵੀ ਗੱਲ ਹੋਈ ਵੀ ਮੈਂ ਨੌਕਰੀ ਛੱਡ ਆਇਆ ਜੀ, ਕਿਉਂਕਿ ਮੈਂ ਆਪਣੇ ਜਵਾਕ ਨੂੰ ਮੈਂ ਖੁਦ ਪਾਲਿਆ। ਠੀਕ ਹੈ ਜੀ। ਮੈਂ ਆਪਣੀ ਵਾਈਫ ਨੂੰ ਨੌਕਰੀ ਕੰਟੀਨਿਊ ਕਰਾਈ ਜੀ। ਉਹਨਾਂ ਨੂੰ ਕੰਟੀਨਿਊ ਕਰਾਇਆ। ਮੈਂ 5-6 ਸਾਲ ਕੁਛ ਨਹੀਂ ਕੀਤਾ। ਮੈਂ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਈਵਨਿੰਗ 'ਚ ਪੜ੍ਹਾਇਆ ਮੈਂ ਜੀ, ਚੰਡੀਗੜ੍ਹ ਵਾਲੀ 'ਚ। ਚੰਡੀਗੜ੍ਹ, ਠੀਕ ਹੈ, PU 'ਚ ਜੀ, ULS ਡਿਪਾਰਟਮੈਂਟ 5 ਈਅਰ ਲਾਅ 'ਚ ਗੈਸਟ ਫੈਕਲਟੀ ਤੇ। ਠੀਕ ਹੈ ਜੀ। ਮੈਂ 3 ਸਾਲ ਉੱਥੇ ਜਾਂਦਾ ਰਿਹਾ ਗੈਸਟ ਫੈਕਲਟੀ ਤੇ। ਸ਼ਾਮ ਨੂੰ ਜਾਂਦਾ ਸੀਗਾ 5:30 ਵਜੇ ਤੋਂ ਬਾਅਦ, ਜਦੋਂ ਵਾਈਫ ਘਰੇ ਆ ਜਾਂਦੇ ਮੈਂ ਚਲਾ ਜਾਂਦਾ ਸੀਗਾ। ਫਿਰ ਕਿਉਂਕਿ ਮੈਨੂੰ ਸੀਗਾ ਵੀ ਮੈਂ ਜੱਜ ਨਹੀਂ ਬਣਿਆ, ਬਟ ਜੱਜ ਬਣਾਵਾਂਗਾ ਬਹੁਤ, ਕਿਉਂਕਿ ਮਿਹਨਤ ਕਰਦੇ ਰਹੇ, ਉਹ ਮਿਹਨਤ ਬੋਲਦੀ ਹੈ ਜੀ। ਤੇ ਇੰਟਰਵਿਊਆਂ ਬਹੁਤ ਦਿੱਤੀਆਂ ਟੀਚਿੰਗ 'ਚ, ਕਿਤੇ ਵੀ ਨਹੀਂ ਹੋਇਆ ਜੀ। ਸਾਰੀਆਂ ਡਿਫਰੈਂਟ ਯੂਨੀਵਰਸਿਟੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪਟਿਆਲਾ ਯੂਨੀਵਰਸਿਟੀ, ਕਿਤੇ ਮੇਰੀ ਸਿਲੈਕਸ਼ਨ ਨਹੀਂ ਹੋਈ ਜੀ। ਮੈਂ ਫਿਰ ਹਾਰ ਕੇ ਖੇੜਾ ਛੱਡਤਾ। ਫਿਰ ਮੈਂ UPSC ਦੀ ਤਿਆਰੀ ਸ਼ੁਰੂ ਕਰਤੀ। ਉਦੋਂ ਪਬਲਿਕ ਪ੍ਰੋਸੀਕਿਊਟਰ ਦੀ ਸੈਂਟਰ ਵਾਲਾ ਕੰਮ ਸ਼ੁਰੂ ਕਰਤਾ ਵੀ ਹੁਣ ਮੇਰਾ ਨਹੀਂ ਬਣ ਰਿਹਾ ਕਿਤੇ ਵੀ। ਤਾਂ ਮੈਂ ਉਸ ਦਾ ਪੇਪਰ 2020 'ਚ ਦਿੱਤਾ, ਕੋਵਿਡ ਤੋਂ ਬਾਅਦ। ਕੋਵਿਡ ਤੋਂ ਪਹਿਲਾਂ ਉਹ ਮੈਂ ਪੇਪਰ ਦਿੱਤਾ, ਉੱਥੇ ਵੀ ਮੇਰਾ NIA 'ਚ ਹੋ ਗਿਆ ਸੀਗਾ ਜੀ। ਬਟ NIA, ਹਾਂਜੀ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ 'ਚ, ਜਿਹੜੀ ਚਰਚਾ ਬਹੁਤ ਹੁੰਦੀ ਹੈ। ਹਾਂਜੀ, ਤੇ CBI 'ਚ ਵੀ ਮੇਰਾ ਹੋ ਗਿਆ ਸੀਗਾ ਪੇਪਰ ਜੀ। ਬਟ ਮੈਂ ਉਹ ਜੁਆਇਨ ਨਹੀਂ ਕੀਤਾ। ਇਨ ਬਿਟਵੀਨ ਮੇਰੀ ਸਿਲੈਕਸ਼ਨ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਹੋ ਗਈ ਸੀ। ਠੀਕ ਹੈ ਜੀ। ਇੱਥੇ ਹੀ ਮੈਂ ਪੰਜਾਬ ਦਾ ਇਕੱਲਾ ਹੀ ਲੱਗਿਆ ਐਜ਼ ਏ ਅਸਿਸਟੈਂਟ ਪ੍ਰੋਫੈਸਰ ਆਫ ਲਾਅ। ਠੀਕ ਹੈ। ਹੁਣ ਨਿਆਣਿਆਂ ਨੂੰ ਕਾਨੂੰਨ ਪੜ੍ਹਾਉਂਦੇ ਹੋ? ਹਾਂਜੀ, ਹੁਣ ਮੈਂ ਕਾਨੂੰਨ ਪੜ੍ਹਾਉਣਾ। ਤੇ ਸੁੱਖ ਨਾਲ ਸਾਡੇ ਨਿਆਣੇ ਜੋ ਪੜ੍ਹ ਰਹੇ ਨੇ, ਨੈਸ਼ਨਲ ਲੈਵਲ ਦੇ ਨਿਆਣੇ ਆ, ਸਾਰੇ ਹੀ ਨਿਆਣੇ ਆ ਜੀ। ਪੰਜਾਬ ਦੇ ਵੀ ਹੈਗੇ ਆ, ਹਰਿਆਣੇ ਦੇ ਵੀ ਹੈਗੇ ਆ, ਹਿਮਾਚਲ ਦੇ ਵੀ ਹੈਗੇ ਆ, ਜੈਪੁਰ ਦੇ ਵੀ ਹੈਗੇ ਆ। ਠੀਕ ਹੈ। ਉੱਥੇ ਪੜ੍ਹਾਈ ਦਾ ਜੀ। ਹੁਣ ਸਾਡੇ ਨਿਆਣੇ ਜੱਜ ਬਣ ਰਹੇ। ਇਹ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਹੋਏ ਆ। ਮੈਂ ਇਹ ਸਾਰੀਆਂ ਗੱਲਾਂ ਕਿਉਂ ਪੁੱਛੀਆਂ, ਐਂਡ 'ਚ ਕਿਉਂ ਪੁੱਛੀਆਂ? ਮੈਨੂੰ ਸੀ ਕਿ ਪਹਿਲਾਂ ਸਾਡੇ ਨਾ ਪ੍ਰਾਈਮ ਏਸ਼ੀਆ TV ਦੇ ਸਾਰੇ ਪਰਿਵਾਰ ਦੇ ਮੈਂਬਰ ਸਾਰੀ ਗੱਲ ਸੁਣਨ, ਤੇ ਵਿੱਚੋਂ ਕਈ ਮੇਰੇ ਵਰਗੇ ਹੁੰਦੇ ਆ ਗੱਲਾਂ ਮਾਰਦੇ ਆ ਕੁਰਸੀਆਂ 'ਤੇ ਬੈਠ ਕੇ, ਇਹ ਕਿੱਦਾਂ ਹੋ ਸਕਦਾ? ਮੈਨੂੰ ਸੀ ਵੀ ਐਂਡ ਦੇ ਵਿੱਚ ਪੁੱਛੂੰਗਾ ਤੇ ਫਿਰ ਉਹ ਕਹਿਣਗੇ ਨਹੀਂ ਯਾਰ ਸਿਆਣੇ ਬੰਦਿਆਂ ਨੇ ਗੱਲਾਂ ਕੀਤੀਆਂ। ਡਾਕਟਰ ਸਾਹਿਬ ਤੁਸੀਂ ਜੁੜੇ, ਮੈਂ 2 ਟੀਚੇ ਤੁਹਾਨੂੰ ਦੇ ਕੇ ਚੱਲਿਆ ਅੱਜ ਅਗਲੀ ਵਾਰ ਦੇ ਲਈ। ਇੱਕ, ਕੀ ਕੋਈ ਬੰਦਾ, ਬਾਹਰਲਾ ਬੰਦਾ ਪੰਜਾਬ 'ਚ ਜਿਹੜਾ ਜ਼ਮੀਨ ਖਰੀਦਦਾ, ਜਿੱਦਾਂ ਕਈ ਸੂਬਿਆਂ 'ਚ ਸਾਨੂੰ ਲੱਗਦਾ ਹੁੰਦਾ ਕਿ ਪਾਬੰਦੀ ਹੈ, ਕੀ ਪੰਜਾਬ ਦੇ ਵਿੱਚ ਕੁਛ ਇੱਦਾਂ ਦਾ ਪ੍ਰਬੰਧ ਕੀਤਾ ਜਾ ਸਕਦਾ? ਇੱਕ ਟੌਪਿਕ ਤੁਸੀਂ ਉਹ ਤਿਆਰ ਕਰਨਾ। ਠੀਕ ਹੈ ਜੀ। ਇੱਕ ਦੂਸਰਾ ਵੀ ਹੈਗਾ, ਮੈਂ ਵੀ ਪਿੰਡ 'ਚੋਂ ਹੀ ਹਾਂ, ਮੈਂ ਵੀ ਸਰਕਾਰੀ ਸਕੂਲ 'ਚ ਪੜ੍ਹਿਆ, ਤੇ ਮੇਰੀ ਬੜੀ ਵੱਡੀ ਜਗਿਆਸਾ ਹੁੰਦੀ। ਮੈਨੂੰ ਯੂਨੀਵਰਸਿਟੀ ਆ ਕੇ ਪਤਾ ਲੱਗਾ ਸੀ ਕਿ ਆ ਵੀ UPSC ਆ ਕੋਈ ਇਮਤਿਹਾਨ ਹੁੰਦੇ ਆ। ਆਪਾਂ ਕਿਸੇ ਦਿਨ ਚਾਹੇ ਥੋੜ੍ਹੇ ਮਿੰਟ ਹੀ ਸਹੀ ਕਿ ਇਹ ਉੱਪਰਲੇ ਕਿਹੜੇ ਇਮਤਿਹਾਨ ਹੁੰਦੇ ਆ, ਇੱਕ ਕਿਹੜਾ BA ਕਰਕੇ ਦੇ ਸਕਦੇ ਆ, ਕੀ ਕਰਕੇ ਦੇ ਸਕਦੇ ਆ, ਥੋੜਾ ਜਿਹਾ ਆਪਾਂ ਇਹ ਕਰੀਏ। ਹਾਂਜੀ, ਨਹੀਂ ਜ਼ਰੂਰ। ਜਿਹੜੇ ਨਾਲ ਪਿੰਡ ਦੇ ਵਿੱਚ ਜਿਹਦੇ ਘਰੇ ਇੱਕ ਬੱਤੀ ਜਗਦੀ ਨਾ ਕੱਲੀ ਤੇ ਇੱਕ ਪੱਖਾ, ਉਸ ਨਿਆਣੇ ਨੂੰ ਵੀ ਆਪਣੇ ਪ੍ਰੋਗਰਾਮ ਦਾ ਪਤਾ ਲੱਗ ਜਾਏ ਕਿ ਮੇਰੇ ਕੋਲ ਆ ਸਕੋਪ ਹੈਗਾ। ਨਹੀਂ ਡਾਕਟਰ ਸਾਹਿਬ ਜ਼ਰੂਰ। ਠੀਕ ਹੈ ਜੀ। ਹਾਂਜੀ, ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਜੀ। ਇਹ ਅਪਰਚੂਨਿਟੀ ਦੇਣ ਵਾਸਤੇ ਮਿਹਰਬਾਨੀ ਜੀ। ਪ੍ਰਾਈਮ ਏਸ਼ੀਆ TV ਦਾ ਥੈਂਕ ਯੂ। ਸੋ ਡਾਕਟਰ ਬਸੰਤ ਸਿੰਘ ਸੰਧਵਾਂ ਸਾਹਿਬ ਦੇ ਨਾਲ ਅੱਜ ਪਹਿਲਾ ਪ੍ਰੋਗਰਾਮ ਕੀਤਾ, ਗੱਲਬਾਤ ਹੋਈ ਹੈ। ਤੇ ਮੈਂ ਫਿਰ ਦੱਸ ਦਿਆਂ, ਮੈਂ ਬਾਕੀ ਸਾਰੀਆਂ ਉਹਨਾਂ ਦੀਆਂ ਚੀਜ਼ਾਂ ਛੱਡ ਲੈਣੀਆਂ। ਤੁਸੀਂ ਬਸ ਇੱਕ ਗੱਲ ਦਿਮਾਗ ਦੇ ਵਿੱਚ ਰੱਖਣੀ ਹੈ ਜਦੋਂ ਅਸੀਂ ਦੁਬਾਰਾ ਵੀ ਕੋਈ ਪ੍ਰੋਗਰਾਮ ਕਰਨਾ, ਕਿ ਉਹ ਪਿੰਡ ਦੇ ਸਕੂਲ ਦੇ ਵਿੱਚੋਂ ਪੜ੍ਹੇ
ਜੇ ਸਰਕਾਰੀ ਸਕੂਲ ਦੇ ਵਿੱਚ ਅੱਜ ਵੀ ਬਹੁਤ ਸਾਰੇ ਬੱਚੇ ਪੜ੍ਹਦੇ ਆ, ਜਿਵੇਂ ਮੈਂ ਪੜ੍ਹਿਆ, ਜਿਵੇਂ ਬਾਕੀ ਬਹੁਤ ਸਾਰੇ ਲੋਕ ਪੜ੍ਹਦੇ ਆ, ਫਿਰ ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ। ਮੈਂ ਪੇਂਡੂ ਭਾਸ਼ਾ ਦਾ ਕਾਨੂੰਨ ਦੀ ਪਹਿਲਾਂ BA ਕੀਤੀ, ਫਿਰ ਕਾਨੂੰਨ ਦੀ MA ਕੀਤੀ, LLB ਤੇ LLM, ਉਹਦੇ ਤੋਂ ਬਾਅਦ ਫਿਰ ਕਾਨੂੰਨ ਦੇ ਵਿੱਚ PhD ਕੀਤੀ। ਤੇ ਅੱਜ ਕੱਲ੍ਹ ਜਿਹੜੇ ਬੱਚੇ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੇ ਆ, ਜਿਨ੍ਹਾਂ ਨੇ ਫਿਰ ਅੱਗੋਂ ਜਾ ਕੇ ਅਦਾਲਤਾਂ ਦੇ ਵਿੱਚ ਲੜਾਈਆਂ ਲੜਨੀਆਂ, ਕੇਸ ਲੜਨੇ ਆ ਜਾਂ ਕੇਸਾਂ ਦੇ ਫੈਸਲੇ ਕਰਨਾ, ਜੱਜ ਬਣਨਾ, ਉਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਆ, ਐਜੂਕੇਟ ਕਰ ਰਹੇ ਆ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। ਸੋ ਮੈਂ ਫਿਰ ਦੱਸਦਾ, 2 ਟੌਪਿਕ ਅੱਜ ਟੱਚ ਕੀਤੇ ਹੈ ਕਿ ਕੀ ਇੱਕ ਸੂਬੇ ਦੀ ਸਰਕਾਰ ਸੂਬੇ ਦੀਆਂ ਸਰਕਾਰੀ ਨੌਕਰੀਆਂ ਦੇ ਲਈ ਰਿਜ਼ਰਵੇਸ਼ਨ ਕਰ ਸਕਦੀ ਹੈ ਕਿ ਸਾਡੇ ਸੂਬੇ ਦਾ ਬੱਚਾ ਇੱਥੇ ਜਿਹੜਾ ਐਲੀਜੀਬਲ ਹੋਏਗਾ। ਦੂਸਰਾ, ਨਿੱਜੀ ਨੌਕਰੀਆਂ, ਪ੍ਰਾਈਵੇਟ ਸੈਕਟਰ ਦੇ ਵਿੱਚ। ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਾ ਤੁਸੀਂ ਟਿੱਪਣੀਆਂ ਕਰ ਦਿਓ। ਤੁਹਾਡਾ ਕੋਈ ਵੀ ਸਵਾਲ ਹੋਵੇ, ਸੱਭਿਅਕ ਭਾਸ਼ਾ ਹੋਣੀ ਚਾਹੀਦੀ ਹੈ ਟੱਬਰ ਦੇ ਵਿੱਚ, ਆਪਣੇ ਟੱਬਰ 'ਚ ਬੈਠ ਕੇ ਜਿਹੜੀ ਅਸੀਂ ਬੋਲ ਕੇ ਦੱਸ ਸਕੀਏ। ਤੇ ਮਕਸਦ ਇਹੀ ਸੀ ਕਿ ਭਾਈ ਸਾਡੇ ਆਪ ਦੇ ਗਿਆਨ 'ਚ ਵਾਧਾ ਹੋਣਾ ਚਾਹੀਦਾ, ਸਾਨੂੰ ਕੋਈ ਵੀ ਬੰਦਾ ਗੱਲਬਾਤ ਕਰਕੇ ਬਿਆਨ ਦੇ ਕੇ ਪਿੱਛੇ ਨਾ ਲਾ ਸਕੇ। ਉਦਮ ਚੰਗਾ ਲੱਗਿਆ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ, ਨਹੀਂ ਤਾਂ ਤੁਹਾਡੀ ਮਰਜ਼ੀ ਹੈ। ਸੋ ਮੈਨੂੰ ਪਰਮਜੀਤ ਸਿੰਘ ਬਾਟ ਨੂੰ ਇੱਥੇ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।